ਬੰਗ ਸੀ। ਜਿਹੜੇ ਇਕੱਠੇ ਹੋਏ ਨੇ ਨਾ ਸਾਰੇ ਬੰਦੇ ਰਾਜੇ, ਉਹ ਕਿਹੜੇ ਕਿਹੜੇ ਦੇਸ਼ ਦੇ ਨੇ ਨਾ, ਉਹਦੀ ਇਹ ਜ਼ਿਕਰ ਹੈ। ਇਲਾਕਿਆਂ ਦੇ ਕਿਹੜੇ ਕਿਹੜੇ, ਬੰਗਲਾਦੇਸ਼ ਦੇ ਰਾਫ ਜੀ, ਉਹਦਾ ਇਕੱਠੇ ਹੀ ਸੀ ਨਾ। ਰਾਫ ਦੇਸ਼ ਇੱਧਰ ਉਹਨਾਂ ਦਾ ਹਿੰਦੁਸਤਾਨ ਤੋਂ ਬਾਹਰ ਹੈ। ਹਾਂ, ਰੋਹਿਲਖੰਡ ਰੂਮ ਦੇਸ਼ ਦੇ। ਹਾਂ, ਚਲੇ ਬਾਲਖੀ ਛੱਡ ਕੇ ਰਾਜ ਭੂਮੀ। ਉਹ ਬਲਖ ਬੁਖਾਰਾ ਨਾ, ਉਹ ਬਾਲਖੀ, ਉੱਥੇ ਦੇ ਨੂੰ ਬਾਲਖੀ ਕਿਹਾ। ਉਹ ਵੀ ਆ ਗਏ ਆਪਣਾ ਛੱਡ ਕੇ, ਉੱਥੋਂ ਇੱਥੇ ਆਏ ਸੀ। ਰਾਜ ਭੂਮੀ ਛੱਡ ਕੇ ਆਉਣਾ ਹੀ ਪੈਣਾ ਸੀ ਇੱਥੇ, ਜਾਂ ਸੱਦੇ ਸੀ, ਬੁਲਾਏ ਸੀ। ਹਾਂ, ਨਿਰਭੈ ਭਿੰਬਰੀ ਕਾਸ਼ਮੀਰੀ ਕੰਧਾਰੀ। ਨਿਰਭੈ ਜਿਹੜੇ ਆਪਣੇ ਆਪ ਨੂੰ ਸਮਝਦੇ ਸੀ। ਭਿੰਬਰੀ ਹੁੰਦਾ ਦੂਜਿਆਂ ਨੂੰ, ਮਤਲਬ ਭਰਮ ਜਾਲ 'ਚ ਭਰਮ ਗਿਆਨੀ ਜਿਹੜੇ ਹੁੰਦੇ ਨੇ ਨਾ, ਤਾਂਤਰਿਕ, ਜਿਹੜੇ ਰਾਤ ਨੂੰ ਮੜੀਆਂ 'ਚ ਪੈ ਗਏ, ਮੁਰਦਾ ਖਾ ਲਿਆ, ਇਹ ਕਰ ਲਿਆ, ਉਹ ਕਰ ਲਿਆ, ਆਪਣੇ ਆਪ 'ਚ ਨਿਰਭੈ ਆਪਣੇ ਆਪ ਨੂੰ ਸਮਝਦੇ ਹੁੰਦੇ ਸੀ। ਇਹੀ ਵੀ ਨਿਰਭੈ, ਇਹ ਡਰਦੇ ਨਹੀਂ। ਉਹ ਜਿਹੜੇ ਤਾਂਤਰਿਕ ਸੀ, ਕੀ ਸੀ, ਉਹ ਭਰਮ ਗਿਆਨੀ ਉਹ ਸੀਗੇ। ਉਹ ਲੋਕਾਂ ਨੂੰ ਚੱਕਰ 'ਚ ਪਾ ਕੇ, ਭਰਮ 'ਚ ਪਾ ਕੇ ਨਾ, ਇਹ ਕਹਿਣਾ ਵੀ ਇਹ ਬਹੁਤ ਨਿਰਭੈ ਨੇ। ਕਾਸ਼ਮੀਰੀ ਕੰਧਾਰੀ, ਕੰਧਾਰ ਦੇ, ਕਸ਼ਮੀਰ ਦੇ। ਹਾਂ, ਟਿਕੈ ਕਾਲ ਮਾਖੀ ਕਸੇ ਕਾਸਕਾਰੀ। ਕੀ ਕਹਿ ਕਾਲ ਮਾਖੀ, ਕੀ ਕਹਿ ਕਿੰਨੇ ਮਾਖੀ ਕੇਸ ਕਸੇ ਕਾਸਧਾਰੀ। ਹਾਂ, ਕਸੇ ਜਿਹੜੇ ਪਕੜ 'ਚ ਆਏ ਹੋਏ ਤੇ ਕਸੇ ਤੇ। ਕਿੰਨੇ ਹੀ ਆਦਮੀ ਐਸੇ ਸੀਗੇ ਜਿਹੜੇ ਮਤਲਬ ਹੈ ਕਾਮਾਖੀ, ਜਿਵੇਂ ਮੱਖੀ ਹੁੰਦੀ ਹੈ ਨਾ, ਮੱਖੀ ਮਿੱਠੇ ਮਰਨਾ, ਮੱਖੀ ਮਿੱਠੇ ਤੇ ਜਿਹੜਾ ਮੋਹ ਮਿੱਠਾ ਨਾ, ਮਾਇਆ, ਇਹਦੇ ਤੇ ਮਾਇਆਧਾਰੀਆਂ ਦੀ ਗੱਲ ਹੈ। ਕੀ ਸੀ ਕਾਸਕਾਰੀ, ਜਿਵੇਂ ਉਹ ਕੀ ਕਰਦੇ ਨੇ, ਗਿਆਨ ਤਾਂ ਦਿੰਦੇ ਨੇ ਲੋਕਾਂ ਨੂੰ। ਉਹ ਜਿਹੜਾ ਕਹਿੰਦੇ ਉੱਜਲ ਕਹਿਆ ਕਾਸਕਾਰੀ ਹੈ, ਕਾਸ਼ੀ ਦਾ ਜਿਹੜੀ ਕਾਂਸੀ ਹੁੰਦੀ ਹੈ ਨਾ ਕਹਿਆ, ਉਹਦੀ ਘਾਟ ਤੋਂ ਕੱਢਦੇ ਨੇ। ਚਿੱਟਾ ਤਾਂ ਬਣਾਉਂਦੇ ਨੇ, ਪਰ ਜੇ ਉਹਨੂੰ ਘਸਾਈਏ ਤਾਂ ਕਾਲਾ ਹੋ ਜਾਂਦਾ। ਅੰਦਰ ਕਾਲਸਾ ਅਗਿਆਨ ਹੈ, ਬਾਹਰੋਂ ਗਿਆਨ ਹੈ। ਉਹਨੂੰ ਕਾਸ਼ਕਾਰੀ ਕਹਿੰਦੇ ਨੇ। ਕਾਸ਼ੀ ਹੁੰਦੀ ਹੈ ਨਾ, ਉਹ ਕਾਸ਼ੀ ਦੇ ਭਾਂਡੇ ਬਣਾਉਂਦੇ ਨੇ, ਜਿਹਨੂੰ ਗਿਆਨ ਦਿੰਦੇ ਨੇ। ਉਹ ਉੱਤੋਂ ਚਿੱਟਾ ਹੈ, ਵਿੱਚ ਕਾਲਾ ਹੈ। ਉਹ ਜਿਹੜੇ ਭਰਮ ਗਿਆਨੀ ਨੇ, ਤਾਂਤਰਿਕ, ਉਹ ਅੰਦਰੋਂ ਕਾਲੇ ਹੁੰਦੇ ਨੇ। ਉਹ ਸੱਜਣ ਠਾਗਾ ਜਿਹੜਾ, ਉਹ ਜਿਹੇ ਹੁੰਦੇ ਨੇ ਉਹ। ਹਾਂ, ਜੁਰੇ ਦਛਨੀ ਸ਼ਸਤਰ ਬੇਤਾ। ਗੁਰੂ ਨਾਨਕ ਨੇ ਕਹਿਣਾ ਉੱਜਲ ਕਹਿਆ ਚਿਲਕਣਾ, ਉੱਤੋਂ ਤਾਂ ਚਿਲਕਦਾ, ਘੁੰਮਟ ਕਾਲ ਲਈ ਬਸ, ਜੇ ਉਹਨੂੰ ਘਸਾਈਏ ਤਾਂ ਕਾਲਾ ਹੋ ਜਾਂਦਾ ਹੱਥ। ਅੰਦਰ ਕਾਲਸ ਹੈ ਉਹਦੇ ਅਸਲ ਦੇ ਵਿੱਚ। ਇਹੀ ਦੇ ਸਾਰੇ ਜਿਹੜੇ ਹੁੰਦੇ ਨੇ ਨਾ, ਭਰਮ ਦੇ ਜਾਲ 'ਚ ਫਸਾ ਕੇ ਲੋਕਾਂ ਨੂੰ ਉਹਦਾ ਸਾਰੀ ਜਾਇਦਾਦ ਲੈ ਲੈਣੀ, ਇਹ ਕਰ ਲੈਣਾ। ਉਹ ਜਿਹੜੇ ਖੂਹ ਸੀ ਉੱਥੇ ਆਪਣੇ ਕਾਸ਼ੀ ਦੇ ਵਿੱਚ, ਉਹ ਕਹਿ ਦੇਣਾ ਸਾਰੀ ਜਾਇਦਾਦ ਦੇ ਦੇ, ਤੂੰ ਖੂਹ ਛਾਲ ਮਾਰ, ਸੁਰਗ ਨੂੰ ਚਲੇ ਜਾਏਂਗੇ। ਉੱਥੇ ਆਰੇ ਲੱਗੇ ਤੇ ਉਹਨੇ ਕੱਟ ਕੇ ਮਰ ਜਾਣਾ, ਮੱਛੀਆਂ ਨੇ ਖਾ ਜਾਣਾ। ਹੁਣ ਉਹ ਇੱਕ ਤੇ ਚੰਗੀਆਂ ਗੱਲਾਂ ਸੀ, ਇਹੋ ਜਿਹਾ ਕੁਛ ਕਰਦੇ ਸੀ, ਇਹੋ ਜਿਹਾ ਕੁਛ ਤਾਂਤਰਿਕ ਕਰਦੇ ਨੇ। ਹਾਂਜੀ, ਜੁਰੇ ਦਛਣੀ ਸ਼ਸਤਰ ਵੇਤਾ ਅਰੀਆਰੇ। ਆ ਦੇਖੋ ਹੁਣ ਦੱਖਣੀਆਂ ਦੀ ਗੱਲ ਆ ਗਈ। ਜੁੜੇ ਦਛਣੀ, ਦੱਖਣੀਆਂ ਦਾ ਮੱਤੇ ਅੱਡ ਹੈ। ਉਹ ਵੀ ਆਏ, ਦੱਖਣੀ ਵੀ ਆਏ। ਸ਼ਾਸਤਰ ਵੇਤਾ ਨੇ, ਉਹ ਸ਼ਾਸਤਰ ਦਾ ਗਿਆਨ ਰੱਖਣ ਵਾਲੇ ਨੇ। ਬੇਤਾ ਲਫ਼ਜ਼ ਹੈ, ਸ਼ਾਸਤਰ ਧਾਰੀ ਨਹੀਂ ਕਿਹਾ ਹੋਇਆ। ਯਾਨੀ ਤੀਰ ਜਿਹੜੇ ਆ ਕਿਹਾ ਹੋਇਆ, ਤੀਰ ਤਲਵਾਰ ਜਿਵੇਂ ਸ਼ਾਸਤਰ ਨਾਮ ਵਾਲਾ, ਉਹ ਉਹਨਾਂ ਦਾ ਉਹ ਗਿਆਨ ਹੈ। ਸ਼ਸਤਰ ਬੇਤਾ ਅਰੀਆਰੇ, ਅਰਿਆਰੇ ਅੜਨ ਵਾਲੇ ਨੇ ਉਹ। ਜਿਵੇਂ अस्करपान खड्डो खड़ग तुबक तबर और तीर सैप सरोही सहती, ये है हमारे पीर। वो इन्हों पीर मनते हैं।
ਇਹ ਵੀ ਜਿਹੜੇ ਨੇ ਮੌਕੇ ਤੇ ਹਥਿਆਰ ਇਹਨਾਂ ਨੂੰ ਵੀ ਨਮਸਕਾਰ ਕਰਦੇ ਨੇ, ਪਰ ਉਹ ਜਿਹੜੇ ਨਿਰਾਕਾਰੀ ਨੇ ਉਹ ਵੀ ਹੱਡ ਨੇ ਉਹਨਾਂ ਦੇ। ਜਿਵੇਂ ਧਨ ਕੀ ਚੜਾਇਓ ਸਤ ਖਾਜਾ ਸੰਧਾ ਬਣ, ਗਿਆਨ ਖੜਗ ਲੈ ਮਨ ਮੈਂ ਲੂਝ, ਉਹ ਵੀ ਜਾਣਦੇ ਨੇ, ਉਹਦਾ ਵੀ ਗਿਆਨ ਰੱਖਦੇ ਨੇ, ਇਹਨਾਂ ਦਾ ਵੀ ਗਿਆਨ। ਇਹ ਤਾਂ ਹੈ ਹੀ ਸਾਹਮਣੇ, ਇਹਨੂੰ ਤਾਂ ਸਾਰੇ ਹੀ ਜਾਣਦੇ ਨੇ, ਨਿਰਾਕਾਰੀ ਦੁਨੀਆ ਦਾ ਨਹੀਂ ਜਾਣਦੇ। ਉਹ ਨਿਰਾਕਾਰੀ ਹਥਿਆਰਾਂ ਦਾ ਵੀ ਗਿਆਨ ਰੱਖਦੇ ਨੇ ਵੀ ਤੀਰ ਕਿਹਨੂੰ ਕਹਿੰਦੇ ਨੇ, ਨੇਜਾ ਕਿਹਨੂੰ ਕਹਿੰਦੇ ਨੇ, ਧਨੁਸ਼ ਕਿਹਨੂੰ ਕਹਿੰਦੇ ਨੇ। ਧਰਮ ਇਹ ਜਿਹੜਾ ਗੁਰਮਤਿ ਵਿੱਚ ਉਹ ਇਹ ਜਾਣਦੇ ਨੇ, ਵੇਦ ਵਿੱਚ ਇਹਨਾਂ ਦੇ ਅਰਥ ਕੀ ਨੇ, ਇੱਧਰ ਅਰਥ ਕੀ ਨੇ, ਉਹ ਸਮਝਦੇ ਨੇ ਇਸ ਗੱਲ ਨੂੰ। ਯਾਨੀ ਵੇਦ ਦਾ ਨਾਲ ਜੁੜੇ ਹੋਏ ਨੇ। ਉਹ ਰਾਵਣ ਦੇ ਚੇਲੇ ਨੇ ਨਾ, ਹਰਿਆਲੇ ਨੇ, ਅੜ ਕੇ ਖੜ ਜਾਂਦੇ ਨੇ, ਡਰਪੋਕ ਨਹੀਂ ਹੈ ਨਾ ਉਹ। ਦਰੂਜੇ ਦਰਾਵੜੀ ਤਪਤ ਲਈ ਲੰਘ ਵਾਰੇ, ਦਰੂਜਾ ਦਰਾਵੜੀ ਨਹੀਂ ਜਿਹੜੇ ਜਿੱਤੇ ਜਾ ਸਕਦੇ, ਦਰਾਵੜ ਉਹ ਨੇ ਨਾ ਜਿੱਤਣ ਵਾਲੇ ਦਰਵੜੀ ਵੀ ਆਏ ਨੇ। ਤਪਤ ਤਈ ਲੰਘ ਵਾਰੇ, ਆ ਜਿਹੜੇ ਤੇਲੰਗਾਨਾ ਦੇ ਨੇ ਉਹ ਗਰਮ ਸੁਭਾਅ ਵਾਲੇ ਨੇ। ਤੇਈ ਹੁੰਦਾ ਤਪਤ, ਤੇਈ ਦਾ ਮਤਲਬ ਹੈ ਗਰਮ ਦਲੀਏ ਨਹੀਂ ਹੁੰਦੇ, ਗਰਮ ਦਲੀਏ ਨੇ ਉਹ। ਹਾਂ ਤਪਤ ਤਈ ਲੰਘ ਵਾਰੇ, ਹਾਂ ਸੁਭਾਅ ਵਾਲੇ। ਪਰਮ ਪੂਰਬੀ ਉੱਤਰ ਦੇਸੀ ਅਪਾਰੰ, ਪਰਮ ਪੂਰਬੀ ਇਹ ਲਫ਼ਜ਼ ਹੱਥ ਨਹੀਂ ਆਏ ਹੋਏ ਸਾਰੇ, ਕਿੱਥੋਂ ਲਿਆਓਗੇ ਤੁਸੀਂ ਇਹਨੂੰ? ਤਾਂ ਉਹ ਜਿਹੜੀ ਉਹਦੀ ਜਿਹੜੀ ਡਿਕਸ਼ਨਰੀ ਆ ਉਹ ਹੋਰ ਹੈ, ਡਿਕਸ਼ਨਰੀ ਉਹ ਹੋਰ ਹੈ ਸਾਰੀ। ਇਹ ਅੱਡ, ਇਹ ਸਾਰੇ ਲਫ਼ਜ਼ ਵੈਸੇ ਸਮ ਅਪ ਕਰਤੇ ਉਹਦੇ ਵਿੱਚ, ਜਾਪ ਸਾਹਿਬ ਦੇ ਵਿੱਚ। ਉੱਥੇ ਜਾਪ ਸਾਹਿਬ ਦੇ ਵਿੱਚ ਇਹ ਲਫ਼ਜ਼ ਵਾਰ-ਵਾਰ ਇੱਥੇ ਆਈ ਜਾਂਦੇ, ਉਹ ਇਕੱਠੇ ਕਰਤੇ ਤਾਂ ਕਿ ਕੋਈ ਇਹ ਨਾ ਸਮਝ ਲਵੇ ਇਹਨਾਂ ਦਾ ਅਰਥ ਹੋਰ ਹੈ। ਬਾਣੀ ਜਾਪ ਸਾਹਿਬ ਦੀ ਅੰਮ੍ਰਿਤ ਦੇ ਵਿੱਚ ਤਿਆਰ ਕਰਨ ਵੇਲੇ ਲਾਤੀ, ਇੱਥੇ ਅਰਥ ਨਾ ਕਰੇ, ਉੱਥੇ ਤਾਂ ਇਕੱਠੇ ਕਰਕੇ ਦਿੱਤੇ ਹੋਏ ਨੇ। ਉਹ ਬਾਣੀ ਉਹਦੇ ਵਿੱਚ ਆਈ ਹੋਈ ਹੈ, ਮਤਲਬ ਨਿਰੋਲ ਅਧਿਆਤਮਿਕ ਮੰਨੀ ਜਾਂਦੀ ਹੈ, ਨਿਰੋਲ ਜਿਵੇਂ ਜਪਜੀ ਸਾਹਿਬ ਹੈ। ਹੁਣ ਆਹ ਕਹਾਣੀ ਹੈ, ਇੱਥੇ ਵੀ ਉਹੀ ਅਰਥ ਹੋਣਗੇ। ਉੱਥੇ ਜੋ ਸ਼ਬਦ ਆ ਗਏ ਉਹ ਸਾਰੇ ਦੇ ਇੱਥੇ ਲਫ਼ਜ਼ ਦੇ ਅਰਥ ਹੋਰ ਨਾ ਲੈ ਜਾਣ ਘੜੀਸ ਕੇ, ਉਹ ਪਹਿਲਾਂ ਤਾਂ ਸਾਰੇ ਦਿੱਤੇ ਹੋਏ ਨੇ। ਹਾਂ ਪਰਮ ਪੂਰਬੀ ਉੱਤਰ ਦੇਸੀ ਅਪਾਰੰ, ਪਰਮ ਪੂਰਬੀ ਦੂਰ ਪੂਰਬ ਜਿਹਨੂੰ ਕਹਿੰਦੇ ਨੇ, ਪੂਰਬ ਤੋਂ ਕਹਾਂ ਹੋਰ ਦੂਰ ਪੂਰਬ ਵਾਲੇ ਵੀ ਆਏ ਹੋਏ ਨੇ। ਉੱਤਰ ਦੇਸੀ ਅਪਾਰੰ, ਉੱਤਰ ਪ੍ਰਦੇਸ਼ ਦੇ ਵੀ ਆਏ। ਉੱਤਰ ਦੇਸ਼ ਆ ਜਿਹੜਾ ਆਪਣਾ ਉੱਤਰਾਖੰਡ ਹੈ, ਪਹਾੜੀ। ਹਾਂ ਮਿਲੇ ਦੇਸ਼ ਦੇ ਸੈਨ ਯੋਧਾ ਜੁਝਾਰਨ, ਸਾਰੇ ਦੇਸ਼ਾਂ ਦੇ ਯੋਧੇ ਜੂਝਣ ਵਾਲੇ। ਇਹ ਗਿਆਨ ਨਾਲ ਜੂਝਣ ਵਾਲਿਆਂ ਦੀ ਗੱਲ ਹੈ, ਕਿਉਂ ਗਿਆਨ ਚਰਚਾ ਨੂੰ ਬਣਾਇਆ ਹੋਏ ਨੇ। ਜਿੰਨੇ ਰਾਜੇ ਨੇ ਸਾਰੇ ਹੀ ਧਾਰਮਿਕ ਨੇ, ਧਰਮ ਦੇ ਥੰਮੇ ਰਾਜੇ ਨੇ। ਹੁਣ ਉੱਥੇ ਲੜਾਈ ਤਾਂ ਦੂਈ ਨਹੀਂ ਸੀ ਕਰਨੀ, ਜੇ ਤਾਂ ਜਿੱਤਣੀ ਹੁੰਦੀ ਉਹਨਾਂ ਦੀ ਰਾਜਧਾਨੀ, ਫਿਰ ਤਾਂ ਜਾਂਦੇ ਫੌਜਾਂ। ਜਿੱਤਣਾ ਦਾ ਇਹ ਹੈ ਵੀ ਭਾਈ ਧਰਮ ਕਿਹੜਾ ਠੀਕ ਹੈ, ਠੀਕ ਧਰਮ ਦਾ ਆਪਾਂ ਪ੍ਰਚਾਰ ਕਰੀਏ। ਜਿਹੜਾ ਨਹੀਂ ਮੰਨਦਾ ਉਹਨੂੰ ਫਿਰ ਬਣਾ ਲਾਂਗੇ ਆਪਾਂ ਇਕੱਠੇ ਹੋ ਕੇ। ਉਹ ਜਿਹੜੇ ਦੂਏ ਸੀ ਕਿੰਨੇ ਜਿਹੜੇ ਹੁੰਦੇ ਨੇ ਮਨਮੁਖੀ ਨੇ, ਮਨੁੱਖ, ਉਹ ਆਪਸ ਵਿੱਚ ਹੀ ਨਹੀਂ ਹੁੰਦਾ, ਇਕੱਠ ਹੁੰਦਾ ਜ਼ਿਆਦਾ ਬੰਦਿਆਂ ਦਾ, ਬਹੁਤੇ ਨਹੀਂ ਇਕੱਠੇ ਹੋ ਸਕਦੇ। ਜਿਵੇਂ ਹੁਣ ਗੁਰਬਾਣੀ ਵਿੱਚ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 36 ਜਾਂ 35 ਇਕੱਠੇ ਭਗਤਾਂ ਦੀ ਬਾਣੀ, ਹੋਰ ਕੋਈ ਗ੍ਰੰਥ ਨਹੀਂ ਦੋ ਆਦਮੀਆਂ ਦਾ ਵੀ ਲਿਖਿਆ ਹੋਇਆ। ਜੇ ਰਮਾਇਣ ਲਿਖੀ ਹੈ ਜਾਂ ਤਾਂ ਤੁਲਸੀਦਾਸ ਨੇ ਲਿਖੀ ਇਕੱਲੇ ਨੇ, ਜਾਂ ਫਿਰ ਬਾਅਦ ਦੇ ਵਿੱਚ ਪਹਿਲਾਂ ਕਾਲੀਦਾਸ ਨੇ ਲਿਖੀ ਹੈ, ਇਕੱਲੇ ਨਹੀਂ ਲਿਖੀ ਹੈ ਨਾ। ਇੱਕ ਵੇਦਾਂ ਦੇ ਜਿਹੜੇ ਸ਼ਲੋਕ ਨੇ ਉਹ ਅਲੱਗ-ਅਲੱਗ ਆਦਮੀ ਨੇ ਲਿਖੇ ਹੋਏ ਨੇ। ਹਾਂ ਵੇਦ ਜਿਹੜੇ ਹੋਰ ਖੋਜ ਹੁੰਦੀ ਹੈ, ਦਵਾਈਆਂ ਦੀ ਖੋਜ, ਉਹ ਵੀ ਇਕੱਲੇ ਆਦਮੀ ਦੀ। ਵੇਦ ਜਿਹੜੇ ਨੇ ਇੱਕ ਆਦਮੀ ਨੇ ਨਹੀਂ ਲਿਖੇ ਹੋਏ। ਜੇ ਹੁਣ ਭਾਈ ਗੁਰਦਾਸ ਤੇ ਗੁਰਬਾਣੀ ਲਿਖਾਤੀ, ਉਹ ਉਚਾਰੀ ਹੋਈ ਤਾਂ ਪਹਿਲਾਂ ਹੋਰ ਕਿਸੇ ਦੀ ਹੈ, ਲਿਖਦੇ ਤਾਂ ਗ੍ਰੰਥ ਬਾਅਦ 'ਚ ਵੀ ਰਹੇ ਨੇ। ਉਹ ਲਿਖਣ ਵਾਲਾ ਕੋਈ ਹੋਰ ਹੈ, ਗੱਲ ਕਿਸੇ ਹੋਰ ਦੀ ਹੈ, ਪਹਿਲਾਂ ਉਹ ਤਾਂ ਉਤਾਰੇ ਕੀਤੇ ਨੇ, ਨਕਲ ਕੀਤੀ ਹੈ।
ਇਸ ਤਰੀਕੇ ਨਾਲ ਜਿਹੜੇ ਗਿਆਨ ਦਾ ਖੋਜ ਹੁੰਦੀ ਹੈ ਉਹ ਇੱਕ ਆਦਮੀ ਦੀ ਨਹੀਂ ਹੁੰਦੀ, ਇਹ ਖੋਜ ਹੈ। ਉਹ ਦੂਈ ਖੋਜ ਤੋਂ ਜਦ ਰਾਹ ਪਾੜਨਾ ਫਿਰ ਇੱਕ ਆਦਮੀ ਨੂੰ ਪਾੜ ਲੈਂਦਾ ਹੁੰਦਾ। ਪੁੱਠੇ ਪਾਸੇ ਨੂੰ ਜਾਣਦਾ ਕੀ ਹੈ, ਉੱਥੇ ਇੱਕ ਆਦਮੀ ਕਰ ਦਿੰਦਾ ਕੰਮ, ਇਹ ਇਕੱਲੇ ਨਹੀਂ ਕਰਤਾ। ਨਾਰਾਇਣ ਸਰ ਟੀਕਾ ਕਰਕੇ ਰੱਖਤਾ ਉਲਟਾ, ਇਕੱਲੇ ਨਹੀਂ ਕਰਤਾ। ਹਾਂ ਆਦਰੀ ਛੰਦ ਇਹ ਭਾਂਤ ਵੀਰ ਬਹੁ ਵੀਰ ਜੋਰ। ਇਸ ਤਰੀਕੇ ਨਾਲ ਸਾਰੇ ਇਕੱਠੇ ਕਰਕੇ ਉਹ ਵੀਰ ਨੇ, ਬਹਾਦਰ ਨੇ, ਪਾਰਸਨਾਥ ਨੇ ਵੀਰ ਬਹੁ ਵੀਰ ਜੋੜ, ਆਪ ਤਾਂ ਵੀਰ ਥਾ ਹੀ, ਹੋਰ ਵੀ ਸੂਰਮੇ ਉਹ ਜੋੜ ਲਏ ਜਿਹੜੇ ਪਹਿਲਾਂ ਹੀ ਸਾਧੂ ਸੁਭਾਅ ਵਾਲੇ ਸੀ। ਜੋੜੇ ਕਿਵੇਂ? ਅੰਤਰਾਤਮੇ ਜੋ ਮਿਲਿਆ ਕਿ ਇਹ ਸੋਏ, ਉਹ ਜਿਹੜੀ ਕਮੀ ਸੀ ਉਹ ਪੂਰੀ ਕਰਕੇ ਉਧਰ ਜਾ ਜੁੜ ਗਏ। ਫਿਰ ਜੁੜਤਾ ਸਾਰੇ ਹੀ ਗਏ। ਜਿੰਨਾ ਚਿਰ ਅੰਦਰੋਂ ਨਹੀਂ ਜੁੜਦਾ ਉਹਨਾਂ ਚਿਰ ਬਾਹਰ ਨਹੀਂ ਜੁੜ ਸਕਦਾ। ਪਹਿਲਾਂ ਤਾਂ ਅੰਤਰਾਤਮੇ ਉਹ ਜੋੜੇ, ਫਿਰ ਸਾਰੇ ਇੱਕ ਹੋ ਹੀ ਗਏ। ਅੰਤਰਾਤਮੇ ਜੁੜੇ ਹੋਏ ਕਰਕੇ ਭਗਤ ਇੱਕ ਨੇ, ਇੱਕ ਤੋਂ ਬੜੀ ਹੈ। ਪਹਿਲਾਂ ਉਹਨਾਂ ਦੀ ਕਮੀ ਜਿਹੜੀ ਗਿਆਨ ਦੀ ਸੀ ਪੂਰੀ ਕੀਤੀ। ਹਾਂ ਮਤ ਦੇਸ ਦੇਸ ਰਾਜਾ ਕਰੋੜ। ਦੇ ਰਾਜਿਆਂ ਦੀ ਮੱਤ ਸੀ, ਕਰੋੜਾਂ ਹੀ ਰਾਜੇ ਸੀ। ਦੈ ਹੀਰ ਚੀਰ ਬਹੁਤ ਦਰਬ ਸਾਜ। ਉਹਨਾਂ ਨੂੰ ਹੀਰੇ ਜਵਾਹਰਾਤ, ਬਹੁਤ ਸਾਰਾ ਧਨ, ਕੱਪੜੇ, ਬਹੁਤ ਦਰਬ ਸਾਜ ਸਾਜੋ ਸਮਾਨ, ਹੋਰ ਸਨਮਾਨ ਦਾਨ ਬਹੁ ਭਾਂਤ ਰਾਜ। ਸਰਬਾਨ ਦਾਨ, ਸਨਮਾਨ ਕੀਤਾ, ਦਾਤ ਦਿੱਤੀ, ਬਹੁ ਭਾਂਤ ਦੇ ਰਾਜ ਅਖਤਿਆਰਾਤ ਦਿੱਤੇ। ਰਾਜ ਕੋਈ ਹੈ ਸਭ ਦਾ, ਕੋਈ ਰਾਜਾ ਨਹੀਂ ਇੱਕ ਬਟਲਾ, ਸਭ ਦਾ ਰਾਜ ਸਾਰੇ ਹੀ ਹੈ। ਸਾਂਝਾ ਕਰਤਾ ਸਭ ਕੁਛ, ਸਭ ਦਾ ਸਾਂਝਾ ਰਾਜ, ਇੱਕ ਆਦਮੀ ਦਾ ਰਾਜ ਹੀ ਨਹੀਂ ਲਿਖਦਾ। ਆਪਾਂ ਪ੍ਰਚਾਰ ਹੀ ਕਰਨਾ, ਜਾ ਕੇ ਪ੍ਰਚਾਰ ਕਰੋ। ਉਹ ਫੌਜਦਾਰ ਰੱਖਣ ਦੀ ਲੋੜ ਹੀ ਨਹੀਂ, ਸਮਝੇ? ਕਿਸੇ ਅਫਸਰ ਦੀ ਲੋੜ ਨਹੀਂ, ਪਬਲਿਕ ਹੈਗੀ ਹੈ। ਜੇ ਕੋਈ ਗੜਬੜ ਕਰੂਗਾ ਫਿਰ ਉੱਥੇ ਸਭ ਕੁਝ ਇਕੱਠਾ ਹੀ ਹੈ। ਫਿਰ ਰਾਜੇ ਸਾਰੇ ਹੀ ਨੇ, ਉਹ ਜਦ ਫਿਰ ਰਹੇ ਨੇ ਰਾਜੇ ਸਾਰੇ, ਉਹ ਜਿਵੇਂ ਫੌਜ ਕਿਤੇ ਜਿੱਥੇ ਕਰਫਿਊ ਲਾਉਣ ਹੁੰਦਾ ਫੌਜ ਭੇਜ ਦਿੰਦੇ ਨੇ। ਉਹ ਕਹੇ ਬੈਠੋ ਨਾ, ਤੁਸੀਂ ਤੁਰੋ ਫਿਰੋ, ਉਹ ਸ਼ਿਕਾਇਤ ਉੱਥੇ ਹੀ ਪਤਾ ਲੱਗ ਜੂ ਆਪਾਂ ਨੂੰ। ਪਹਿਲੇ ਦੇ ਘਰੇ ਜੇ ਕੋਈ ਗੜਬੜ ਕਰਦਾ ਹੋ, ਪੈਟਰੋਲ ਤੁਸੀਂ ਸੌਂ ਨਾ ਜਾ ਕੇ ਮਹਿਲਾਂ 'ਚ, ਆਰਾਮ ਨਾ ਕਰੋ, ਪਹਿਰਾ ਦਿਓ ਤੁਸੀਂ ਗਰੀਬਾਂ 'ਤੇ। ਇਹ ਪਹਿਰੇ ਬਿਨਾਂ ਨਹੀਂ ਸੂਤ ਆਉਂਦੇ ਹੁੰਦੇ। ਹਾਂ ਅਨਭੈ ਅਭੰਗ ਚੱਕਰਵਰਤੀ ਕਰਤੇ ਸਾਰੇ। ਅਨਭੈ ਅਭੰਗ ਧੂਤ ਛਤਰ। ਅਨਭੈ ਅਭੰਗ ਕਰਤੇ ਸਾਰੇ, ਅਨਭੈ ਕਰਤੇ, ਭੈ ਕਿਸੇ ਦੀ ਰਹੀ ਹੋ ਨਾ, ਅਭੰਗ ਕਰਤੇ। ਜਦ ਅਨਭੈ ਹੁੰਦਾ ਤਾਂ ਹੀ ਅਭੰਗ ਹੁੰਦਾ ਹੈ। ਨਹੀਂ ਮਨ ਡੋਲਦਾ, ਡਰਨ ਵਾਲੇ ਮਨ ਡੋਲਦਾ। ਭੰਗ ਜਦ ਹੀ ਹੈ ਜਾਂ ਪੈ ਹੈ ਨਹੀਂ, ਮਨ ਫਿਰ ਨਹੀਂ ਭੰਗ ਹੁੰਦਾ, ਪੈ 'ਚ ਮਨ ਭੰਗ ਹੁੰਦਾ। ਧੂਤ ਛਤਰ, ਉਹ ਧੂਤ ਛਤਰ, ਸਿਰ ਦੇ ਉੱਤੇ ਹੱਥ ਨਾਮ ਦਾ। ਅਣਜੀਤ ਯੁੱਧ ਬੇਤਾ ਅਤੀ ਅਤਰ। ਅਣਜੀਤ ਯੁੱਧ ਹੋ ਗਿਆ ਹੁਣ, ਯੁੱਧ 'ਚ ਇਹਨਾਂ ਨੂੰ ਹਰਾ ਨਹੀਂ ਸਕਦਾ ਕੋਈ। ਅਣਜੀਤ ਯੁੱਧ ਓਹੋ ਗਿਆਨ ਚਰਚਾ 'ਚ ਕੌਣ ਹਰਾਊਗਾ ਇਹਨਾਂ ਨੂੰ? ਗਿਆਨ ਚਰਚਾ ਜਦ ਪੂਰੇ ਹੋ ਗਏ ਬਈ, ਸੰਤੋਖ ਤੇ ਬਿਨਾਂ ਦਾ ਕੋਈ ਪੂਰਾ ਹੋ ਨਹੀਂ ਸਕਦਾ। ਸੰਤੋਖ ਤੱਕ ਦਾ ਗਿਆਨ ਹੈ, ਇੰਨਾ ਹੀ ਗਿਆਨ ਦੁਨੀਆ 'ਚ ਹੁੰਦਾ, ਹੋਰ ਤੱਕ ਫਾਲਤੂ ਤਾਂ ਹੁੰਦਾ ਹੀ ਨਹੀਂ। ਇੱਥੇ ਸਾਰੇ ਜਿਹੜਾ ਸੰਤੋਖੀ ਉਹ ਬਰਾਬਰੇ ਹੋਊਗਾ, ਫਿਰ ਉਹ ਕੰਮ ਕੀ ਹੋਊ? ਉਹਦੇ ਨਾਲ ਲੜਾਈ ਕਾਹਦੀ ਹੈ? ਲੜਾਈ ਤਾਂ ਉਹਦੇ ਨਾਲ ਹੈ ਜਿਹੜਾ ਟੇਢਾ ਚੱਲਦਾ। ਜੇ ਸਿੱਧਾ ਚੱਲਦਾ ਸੂਦੇ ਰੇਗ ਚਲੋ ਤੁਮ, ਉਹਦੇ ਨਾਲ ਕਾਹਦੀ ਲੜਾਈ ਹੈ? ਉਹਦੀ ਤਾਂ ਕਿਸੇ ਨਾਲ ਨਹੀਂ ਲੜਾਈ। ਜਿਹੜੇ ਤੀਰ ਪੈਰਲਲ ਜਾਂਦੇ ਨੇ ਉਹ ਨਹੀਂ ਟਕਰਾਉਂਦੇ, ਤੀਰ ਜਦ ਟਕਰਾਉਂਦੇ ਜਾਂ ਟੇਢਾ ਚੱਲੇ ਕੋਈ, ਉਹ ਸਿੱਧੇ ਨਾਲ ਟਕਰਾਉਂਦੇ ਆ ਕੇ। ਜੇ ਪੈਰਲਲ ਜਾਂਦੇ ਨੇ ਕੋਈ ਰੌਲਾ ਹੀ ਨਹੀਂ ਕਿਸੇ ਦਾ, ਇੱਕੋ ਰਾਹ ਤੇ ਚਲੇ ਜਾਂਦੇ ਨੇ ਸਾਰੇ। ਅੱਗੇ ਪਿੱਛੇ ਜਾਂਦੇ ਨੇ ਤਾਂ ਵੀ ਕੋਈ ਰੌਲਾ ਨਹੀਂ, ਪੈਰਲਲ ਜਾਂਦੇ ਨੇ ਤਾਂ ਵੀ ਕੋਈ ਰੌਲਾ ਨਹੀਂ। ਰੌਲਾ ਜ਼ਿਆਦਾ ਜਾਂ ਦੂਏ ਦੇ ਰਾਹ ਦੇ ਵਿੱਚ ਆਉਂਦਾ।
ਅੱਗਾ ਘੇਰਦਾ, ਸਿੱਧਾ ਜਾਂਦੇ ਤਾਂ ਅੱਗਾ ਘੇਰਦਾ। ਗੁਰਮਤਿ ਸਿੱਧਾ ਸਾਰਿਆਂ ਨੂੰ ਤੋਰਦੀ ਹੈ ਤੇ ਇਹ ਟੇਢੇ ਚੱਲਣ ਵਾਲੇ ਰਾਹ ਘੇਰਦੇ ਨੇ ਗੁਰਮਤਿ ਦਾ। ਹਾਂ, ਮਾਇਆ ਤਾਂ ਰਾਹ ਘੇਰਦੇ ਨੇ, ਨਹੀਂ ਚਾਹੁੰਦੇ ਵੀ ਲੋਕ ਚੱਲਣ। ਜੇ ਗੁਰਮਤਿ ਦੇ ਰਾਹ ਤੇ ਚੱਲਣਗੇ ਉਹਨਾਂ ਦੀ ਰੋਟੀ ਬੰਦ। ਹਾਂ, ਬੇਤਾ ਜਾਣਕਾਰ ਨੇ, ਅਤੀ ਅਤਰ ਅਸਤਰਾਂ ਦੇ ਜਿਹੜੇ ਬਾਣੀ ਦੇ ਬਾਣ ਨੇ, ਜਿਹੜੇ ਇਹਨਾਂ ਦੇ ਬੇਤਾ ਨੇ ਕਿਹੜੀ ਗੱਲ ਕਦੋਂ ਕਹਿਣੀ ਹੈ, ਕਿਹੜੀ ਗੱਲ ਦਾ ਕੀ ਜਵਾਬ ਦੇਣਾ। ਤਰਕ ਵਿਤਰਕ ਦੇ ਮਾਹਰ ਨੇ। ਹਾਂ, ਅਤਰ ਅਸਤਰ ਨੂੰ ਕਹਿੰਦੇ ਨੇ। ਅਤਰ ਜਿਹੜਾ ਲਫ਼ਜ਼ ਹੈ ਅਸਤਰ ਤੋਂ ਬਣਿਆ ਹੋਇਆ। ਅਸਤਰ ਤਾਂ ਹੁੰਦਾ ਆ ਜਿਹੜਾ ਸਰੀਰ ਦੇ ਲੱਗਣ ਵਾਲਾ। ਅਤਰ ਹੁੰਦਾ ਜਿਹੜਾ ਮਨ ਦੇ ਲੱਗਣ ਵਾਲਾ। ਗਿਆਨ, ਜਿਵੇਂ ਗਿਆਨ ਖੜ ਗਿਆ ਨਾ, ਇਹ ਜਿਹੜਾ ਤੀਰ ਹੈ ਉਹਨੂੰ ਅਤਰ ਕਹਿੰਦੇ ਨੇ। ਚੱਕਰ ਹੈ ਉਹ ਵੀ ਅਤਰ ਹੈ, ਜਿਹੜਾ ਸੁਦਰਸ਼ਨ ਚੱਕਰ ਹੈ ਉਹ ਵੀ ਦੂਰੋਂ ਹੀ ਮਾਰੀਦਾ ਹੁੰਦਾ। ਅਨਗੰਜ ਸੂਰ ਅਬਚਲ ਜੁਝਾਰ। ਅਨਗੰਜ ਸੂਰ ਉਹ ਐਸੇ ਸੂਰ ਨੇ ਜਿਹੜੇ ਕੱਟੇ ਨਹੀਂ ਜਾ ਸਕਦੇ, ਜਿਹਨਾਂ ਨੂੰ ਤੁਸੀਂ ਡੇਗ ਨਹੀਂ ਸਕਦੇ, ਜਿੱਤ ਨਹੀਂ ਸਕਦੇ। ਅਬਚਲ ਜੁਝਾਰ ਐਸੇ ਯੋਧੇ ਨੇ ਬਸ ਜਿੱਥੇ ਗੱਡੇ ਗਏ ਇੱਕੋ ਸੌ ਕੱਢ ਕੇ ਪੈਰ ਗੱਟ ਕੇ ਲੜਦੇ ਨੇ। ਉਹ ਐਂ ਨਹੀਂ ਕਰਦੇ ਇੱਧਰੋਂ ਜਦ ਹਾਰ ਗਏ ਤਾਂ ਇੱਧਰ ਪਾਸਾ ਲੈ ਲਿਆ। ਜਿਹੜੀ ਗੱਲ ਤੇ ਟਿਕ ਗਏ ਉਸੇ ਪੁਆਇੰਟ ਤੇ ਰਹਿੰਦੇ ਟਿਕੇ। ਇੱਥੇ ਹੀ ਗੱਲ ਕਰ। ਹੁਣ ਜਿਹੜੇ ਝੂਠੇ ਹੁੰਦੇ ਨੇ ਉਹ ਇੱਥੋਂ ਹਾਰ ਕੇ ਦੂਏ ਪਾਸੇ ਆ ਜਾਂਦੇ, ਦੂਏ ਪਾਸੇ ਤੀਏ ਪਾਸੇ ਚਲੇ ਜਾਂਦੇ। ਪੈਂਤਰੇ ਬਦਲਦੇ ਰਹਿੰਦੇ ਨੇ। ਉਹ ਇੱਕੋ ਥੋਂ ਪੈਰ ਕੱਢ ਕੇ ਲੜਦੇ। ਅਭੀ ਚੱਲ ਦਾ ਮਤਲਬ ਹੈ ਹਿੱਲਦੇ ਨਹੀਂ ਹੈ, ਉਸੇ ਪੁਆਇੰਟ ਤੇ ਰਹਿੰਦੇ ਵੀ ਐਸੇ ਪੁਆਇੰਟ ਤੇ ਚੱਲ। ਅਭੀ ਚੱਲ ਜੁਝਾਰ ਨੇ, ਯੋਧੇ ਨੇ, ਜੂਝਣ ਵਾਲੇ ਨੇ। ਗਿਆਨ ਚਰਚਾ ਜਾਂ ਜੂਝਦੇ ਨੇ ਉਸੇ ਪੁਆਇੰਟ ਤੇ ਕਿਤੇ ਰਹਿੰਦੇ ਵੀ ਜਿੰਨਾ ਚਿਰ ਇਹ ਪੁਆਇੰਟ ਦਾ ਹੱਲ ਨਹੀਂ ਹੋ ਜਾਂਦਾ ਹੋਰ ਕੋਈ ਪੁਆਇੰਟ ਵਿੱਚ ਠਾਲਣਾ ਹੀ ਨਹੀਂ। ਦੂਏ ਭੱਜਣ ਦਾ ਰੱਖਦੇ ਨੇ ਵੀ ਹੁਣ ਇਹ ਗੱਲ ਨੂੰ ਕਿਤੇ ਹੋਰ ਪਾਸੇ ਲੈ ਜਾਈਏ। ਹਾਂ, ਰਣ ਰੰਗ ਅਭੰਗ ਜਿੱਤੇ ਹਜ਼ਾਰ। ਰਣ ਰੰਗ ਅਭੰਗ ਜਿਨ੍ਹਾਂ ਨੇ ਬਹੁਤ ਸਾਰੀਆਂ ਚਰਚਾਂ ਦੇ ਵਿੱਚ ਬਹੁਤ ਲੋਕ ਹਰਾਤੇ ਸੀ। ਉਹ ਐ ਨਾ ਜਿਹੜਾ ਘੱਟ ਬੁੱਧੀ ਵਾਲਾ ਵੱਧ ਬੁੱਧੀ ਵਾਲਾ ਉਹਨੂੰ ਹਰਾਏ ਲੈਂਦਾ। ਉਹਨਾਂ ਨੇ ਬਥੇਰੇ ਹਰਾਏ ਹੋਣੇ ਨੇ ਹੋਰ ਘੱਟ ਬੁੱਧੀ ਵਾਲੇ। ਸਭ ਦੇਸ ਕੇ ਜੀਤ ਰਾਵ। ਉਹਨਾਂ ਨੂੰ ਫਿਰ ਭੁਲੇਖਾ ਹੋ ਜਾਂਦਾ ਵੀ ਸਾਨੂੰ ਨਹੀਂ, ਸਾਡਾ ਨਹੀਂ ਮੁਕਾਬਲਾ ਕੋਈ ਕਰ ਸਕਦਾ। ਸਭ ਦੇਸ ਕੇ ਜੀਤ ਰਾਵ। ਸਭ ਦੇਸ ਕੇ ਜੀਤ ਰਾਵ। ਜਿੱਤਲੇ ਰਾਓ ਜਿਹੜੇ ਸੀ ਉੱਥੇ ਦੇ ਦੇਸਾਂ ਦੇ ਛੋਟੇ ਹੀ ਰਾਜੇ ਸੀ। ਕਰ ਕ੍ਰੁੱਧ ਜੁੱਧ ਨਾਨਾ ਉਪਾਅ ਦਾ ਯੁੱਧ ਕੀਤਾ। ਇੱਕੋ ਪ੍ਰਕਾਰ ਦਾ ਯੁੱਧ ਕੀਤਾ। ਭਰਮ ਗਿਆਨੀਆਂ ਨਾਲ ਹੋਰ ਪ੍ਰਕਾਰ ਦਾ ਯੁੱਧ ਕੀਤਾ। ਸਾਖਤਾਂ ਨਾਲ ਹੋਰ ਪ੍ਰਕਾਰ ਦਾ ਯੁੱਧ ਕੀਤਾ। ਜਿਹੜੇ ਦੂਏ ਸੀਗੇ ਗੁਰਮਤਿ ਵਾਲੇ ਉਹਨਾਂ ਨਾਲ ਵਿਚਾਰ ਵਟਾਂਦਰਾ ਹੀ ਕੀਤਾ। ਕਈ ਪ੍ਰਕਾਰ ਦਾ ਯੁੱਧ ਕੀਤਾ। ਜਿਹੜਾ ਪੈਸੇ ਨਾਲ ਮਰਿਆ ਉਹਨੂੰ ਪੈਸੇ ਨਾਲ ਮਾਰ ਲਿਆ। ਕਹਿ ਸਾਮ ਦਾਮ ਅਰ ਦੰਡ ਭੇਦ। ਸ਼ਾਮ ਦਾਮ ਦੰਡ ਭੇਦ ਵਰਤ ਲਿਆ। ਸ਼ਾਮ ਦਾਮ ਦੰਡ ਭੇਦ ਉਹਨਾਂ ਦਾ ਹੋਰ ਹੈ, ਕੁਟਲ ਨੀਤੀ ਵਾਲਿਆਂ ਦਾ, ਸਾਡਾ ਹੋਰ ਹੈ। ਸ਼ਾਮ ਸਾਡਾ ਹੈਗਾ ਕਿਉਂਕਿ ਸ਼ਾਮ ਦਾਮ ਦੰਡ ਭੇਦ ਆ ਗਿਆ। ਇਹ ਭੁਲੇਖਾ ਹੋ ਜੂ ਵੀ ਗੁਰਮਤਿ ਵਿੱਚ ਸ਼ਾਮ ਦਾਮ ਦੰਡ ਭੇਦ ਜਾਇਜ਼ ਹੈ। ਸਾਡੇ ਉਹਨਾਂ ਵਾਲਾ ਜਾਇਜ਼ ਨਹੀਂ ਹੈ। ਹਾਂ, ਇੱਥੇ ਦਾ ਫਰਕ ਉਹ ਪੰਡਤ ਨੂੰ ਮੌਜ ਬਣ ਜੂਗੀ। ਵਿਆਖਿਆ ਨਹੀਂ ਕਰਕੇ ਗਿਆ ਹੈ। ਵੈਸੇ ਸਾਨੂੰ ਜ਼ਰੂਰੀ ਹੈ ਵਿਆਖਿਆ ਕਰਨੀ ਉਹਦੀ, ਕਿਉਂਕਿ ਨਾ ਤਾਂ ਅਸੀਂ ਉਹ ਜਿਹੜੀ ਨੀਤੀ ਆ ਉਹਨੂੰ ਠੀਕ ਮੰਨਦੇ ਹਾਂ। ਉਹ ਤਾਂ ਕੁਟਲ ਕਪਟ ਹੈ ਉਹਦੇ ਵਿੱਚ। ਤਾਂ ਸ਼ਾਮ ਦਾਮ ਦੰਡ ਭੇਦ ਕਪਟ ਵਾਲਾ ਨਹੀਂ ਹੈ। ਸਾਡਾ ਨਿਸ਼ਕਪਟ ਹੈ। ਸ਼ਾਮ ਹੈਗਾ ਬਰਾਬਰੀ, ਬਰਾਬਰ ਕਰਤੇ ਨੇ ਸਾਰੇ। ਸਭ ਦਾ ਰਾਜ ਹੈ, ਮੇਰਾ ਨਹੀਂ ਹੈ ਰਾਜ। ਰਾਜ ਇੱਕ ਹੈ ਪਰਮੇਸ਼ਰ ਦਾ। ਆਪਾਂ ਸਾਰੇ ਉਹਦੇ ਪਹਿਰੇਦਾਰ ਹਾਂ। ਆਹ ਪਿਆ ਖਜ਼ਾਨਾ, ਜਿੰਨਾ ਮਰਜ਼ੀ ਕਰੂ ਲੈ ਜਾਓ। ਸਭ ਦਾ ਹੀ ਹੈ, ਤੁਹਾਡਾ ਹੀ ਨਹੀਂ ਹੈ। ਜਿਹਨੂੰ ਜਿੰਨੀ ਲੋੜ ਹੈ ਜਦ ਮਰਜ਼ੀ ਲੈ ਜਾਓ। ਹੱਥ ਨਾਲ ਬਥੇਰਾ ਕੋ ਦੇ ਦਿੱਤਾ, ਹੀਰੇ ਜਵਾਹਰਾਤ ਚੱਕ ਕੇ ਵੀ ਜਾਓ।
ਪਹਿਲੋਂ ਪਹਿਨ ਕੇ ਜਾਓ, ਲੋਕਾਂ 'ਚ ਪ੍ਰਚਾਰ ਕਰੋ ਸੱਚ ਦਾ, ਘਰ ਨਹੀਂ ਬੈਠਣਾ ਟਿਕ ਕੇ। ਰਾਜਾ ਕੀ ਮਤਲਬ ਘਰ ਬੈਠੇ ਦੁਨੀਆ ਦਾ ਪਹਿਰਾ ਦੇਣਾ ਸੀ। ਪਹਿਰੇਦਾਰ ਕਾਹਦੇ ਹੋ ਤੁਸੀਂ? ਇੱਕ ਤਾਂ ਪ੍ਰਚਾਰ ਹੋਊਗਾ ਜਿੱਥੇ ਜਾਓਗੇ, ਫਿਰ ਅਗਲੇ ਕੰਮ ਕਰਨ ਵਾਲੇ ਨੂੰ ਉਹਦੇ ਘਰ ਜਾ ਕੇ ਪ੍ਰਚਾਰ ਕਰੋ ਤੁਸੀਂ। ਉਹ ਤੁਹਾਡੇ ਕੋਲ ਕਾਹਦੇ ਆਉਣ? ਤੁਸੀਂ ਉਹਨਾਂ ਦੇ ਘਰ ਜਾ ਕੇ ਪ੍ਰਚਾਰ ਕਰੋ, ਪ੍ਰਚਾਰ ਕਰਦੇ ਫਿਰੋ, ਨਾਲੇ ਪਹਿਰਾ ਰਹੂ। ਜਿਹੜੇ ਲੋਕ ਖਰਾਬ ਬਿਰਤੀ ਦੇ ਲੋਕ ਨੇ ਉਹਨਾਂ ਨੂੰ ਭੈ ਰਹੂਗੀ, ਫੌਜ ਤੁਹਾਡੇ ਨਾਲ ਹੋਊਗੀ। ਥੋੜ੍ਹੀ ਬਹੁਤੀ ਰੱਖੋ, ਜ਼ਿਆਦਾ ਦੀ ਕੀ ਲੋੜ ਹੈ? 100-200 ਆਦਮੀ ਰੱਖ ਲਿਆ, ਸਾਧੂ ਆਦਮੀ ਹੁੰਦੇ ਨੇ ਇੰਨੇ ਤਾਂ। ਦੱਤਾਤਰੇయ ਨਾਲ ਕਿੰਨੇ ਫਿਰਦੇ ਤੇ ਫੌਜੇ ਸੀ, ਉਹ ਸੈਨਾ ਹੀ ਕਿਹਾ ਉਹਨੂੰ। ਉਹ ਬਿਨਾਂ ਤਨਖਾਹ ਦੇ ਲੜਨ ਵਾਲੀ ਸੈਨਾ ਰੱਖੋ, ਰੋਟੀ ਖਾਣ ਵਾਲੀ। ਉਹ ਦੂਈ ਦੀ ਆਪਾਂ ਨੂੰ ਕੀ ਲੋੜ ਹੈ ਰੱਖਣ ਦੀ? ਦੂਜਿਆਂ ਦਾ ਬੋਝ ਦੂਜਿਆਂ 'ਤੇ ਹੀ ਪਊਗਾ। ਜਿਨ੍ਹਾਂ ਨੇ ਸਮਰਪਣ ਕਰਤਾ ਗੁਰੂ ਵਾਸਤੇ ਤਨ ਮਨ ਧਨ, ਉਹ ਅਕਾਲੀ ਫੂਲਾ ਸੈਨਾ, ਫਿਰ ਉਹੀ ਉਹ ਫੌਜ ਸੀ, ਗੁਰੂਆਂ ਨਾਲ ਉਹੀ ਫੌਜ ਸੀ। ਕੋਈ ਤਨਖਾਹ ਨਹੀਂ ਸੀ ਲੈਂਦੇ, ਤਨਖਾਹਦਾਰ ਵੀ ਰੱਖਣੇ ਪੈ ਗਏ ਸੀ। ਪਰ ਉਹ ਫਿਰ ਕਿਹਾ ਵੀ ਜਿਹਨੇ ਭਾਈ ਸਿੱਖੀ ਲੈਣੀ ਉਹਨੂੰ ਤਨਖਾਹ ਕੋਈ ਨਹੀਂ, ਜਿਹਨੇ ਤਨਖਾਹ ਲੈਣੀ ਉਹਨੂੰ ਸਿੱਖੀ ਕੋਈ ਨਹੀਂ, ਕੋਈ ਚੀਜ਼ ਮਿਲੂਗੀ। ਜਿਹੜੇ ਗੁਰੂ ਵਾਲੇ ਸੀ ਉਹ ਕਹਿੰਦੇ ਸਾਨੂੰ ਤਨਖਾਹ ਦੀ ਲੋੜ ਨਹੀਂ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਉਹ ਜਿਹੜੇ ਮਾਲਕ ਹੁੰਦੇ ਨੇ, ਜਿਹੜੇ ਤਨਖਾਹ ਨਹੀਂ ਲੈਂਦੇ, ਉਹ ਰਾਜ ਸਾਰੇ ਦੇ ਮਾਲਕ ਹੋ ਗਏ। ਜਿਹੜਾ ਅੱਡ ਹੋ ਗਿਆ ਉਹ ਫਿਰ ਉਹਨਾਂ ਹੀ ਖੇਤ ਦਾ ਮਾਲਕ ਰਹਿ ਜਾਂਦਾ। ਹਾਂਜੀ, ਸ਼ਾਮ ਬਰਾਬਰੀ ਕਰਤੀ ਸਭ ਦੀ। ਇਹ ਰਿਆਇਆ ਨੂੰ ਵੀ ਬਰਾਬਰ ਸਮਝਣਾ ਤੁਸੀਂ ਆਪਣੇ। ਇਹ ਨਾ ਕਿਉਂ ਵੀ ਅਸੀਂ ਰਾਜੇ ਹਾਂ। ਜਿਵੇਂ ਮੈਂ ਨਹੀਂ ਨਾ ਕਹਿੰਦਾ ਵੀ ਤੁਸੀਂ, ਮੈਂ ਮਹਾਰਾਜਾ, ਤੁਸੀਂ ਛੋਟੇ ਹੋ, ਮੈਂ ਤੁਹਾਨੂੰ ਬਰਾਬਰ ਸਮਝਦਾ, ਤੁਸੀਂ ਰਿਆਇਆ ਨੂੰ ਬਰਾਬਰ ਸਮਝਣਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ, ਇੱਕ ਪਿਤਾ ਇੱਕ ਸਕੇ ਬਾਰਕ। ਇਹ ਪਾਠ ਪੜ੍ਹਾ ਕੇ ਗਲਤਾ ਸਭ ਨੂੰ। ਇਹ ਸਾਡਾ ਸ਼ਾਮ ਹੈ। ਦਾਮ ਕੀ ਹੈ? ਦਾਮ ਦਾ ਪੈਸਾ ਹੀ ਹੈ, ਲੈ ਜਾਓ ਜੀ ਨੇ। ਦੇਖੋ ਨਾ, ਪੈਸੇ ਕਰਕੇ ਹੀ ਸੰਤ ਕਰਦੇ ਨੇ ਨਾ, ਪੈਸੇ ਵਾਸਤੇ ਹੀ, ਚੜਾਵੇ ਵਾਸਤੇ ਹੀ ਰਾਹ ਪਾੜਦੇ ਨੇ। ਬਾਟ ਪੰਡਤ ਗਣਾ ਪਿਆ, ਜਦੋਂ ਮਰਜੀ ਲੈ ਜਾ, ਚੱਕ ਜਿੰਨਾ ਚੱਕਣਾ। ਉਹ ਲੈ ਕੇ ਕਿੱਥੇ ਜਾਵੇ? ਕੀ ਕਰੂਗਾ ਜਾ ਕੇ? ਗਦ ਤੱਕ ਨਾਲ ਲੈ, ਦੂਏ ਨਾਲ ਫੌਜ ਹੈ, ਰੋਟੀ ਉਸੇ ਲੰਗਰ 'ਚੋਂ ਖਾਣੀ ਪਊਗੀ। ਕੱਪੜੇ ਚੱਲ ਵਧੀਆ ਪਹਿਨ ਸਕਦਾ ਤੂੰ, ਜੇ ਪ੍ਰਚਾਰਕ ਹੈ। ਉਹ ਹੀਰੇ ਪਹਿਨ ਲੈ, ਕੀ ਕਰੇਗਾ ਹੀਰੇ ਨੂੰ ਪਹਿਨ ਕੇ? ਕੀ ਕਰ ਲੇਗਾ? ਸਿਰ ਤੇ ਬੋਝ ਹੈ। ਸੋਨਾ ਜੇ ਪਾ ਲਿਆ ਤਾਜ ਖਾਤਾ ਸਕਦਾ ਹੀ ਨਹੀਂ, ਨਾ ਪਾ ਲਿਆ ਤਾਂ ਹੀ ਕੋਈ ਆ, ਪਾ ਲਿਆ ਤਾਂ ਹੀ ਕੋਈ। ਉਹਦਾ ਦੱਸ ਤੈਨੂੰ ਕੀ ਫਾਇਦਾ? ਕੱਪੜੇ ਵਧੀਆ ਪਾ ਲੇਗਾ ਫਿਰ ਕੀ ਹੋ ਜੂਗਾ? ਘਟੀਆ ਪਾ ਲੇਗਾ ਫਿਰ ਕੀ ਹੋ ਜੂਗਾ? ਗੱਲ ਦਾ ਆਖਰ ਤਾਂ ਖਾਣ ਦੀ ਹੋ ਗਈ ਨਾ। ਖਾਣਾ ਤੁਸੀਂ ਇੱਕੋ ਹੀ ਲੰਗਰ ਸਾਰਿਆਂ ਨੇ। ਦੰਡ ਭੇਦ, ਜੇ ਇਹ ਦੋ ਚੀਜ਼ਾਂ ਨਾਲ ਨਾ ਮੰਨੇ ਫਿਰ ਉਹਦੇ ਵਾਸਤੇ ਡਾਂਗ। ਦੰਡ ਜੇ ਨਾ ਮੰਨੇ, ਦੇਖੋ ਇਸੇ ਚੀਜ਼ ਦੀ ਲੜਾਈ ਹੈ। ਬਰਾਬਰੀ ਦੀ ਕਰਤੀ, ਕੋਈ ਛੋਟਾ ਨਹੀਂ ਕੋਈ ਬੜਾ ਨਹੀਂ, ਸਭ ਬਰਾਬਰ ਨੇ। ਲੜਾਈ ਮੁੱਕੀ। ਲੜਾਈ ਇਹੀ ਹੈ ਵੀ ਮੇਰਾ ਹੁਕਮ ਚੱਲੇ। ਪਰਮੇਸ਼ਰ ਦਾ ਚੱਲਦਾ ਹੁਕਮ, ਉਹਨੂੰ ਚੱਲਦਾ ਰਹਿਣ ਦਿਓ, ਉਹਦੇ ਪੈ 'ਚ ਸਾਰੇ ਰਹੋ। ਆਪਾਂ ਸਾਰੇ ਬਰਾਬਰ, ਕਿਸੇ ਨੇ ਕਿਸੇ 'ਤੇ ਹੁਕਮ ਨਹੀਂ ਚਲਾਉਣ ਦੀ ਲੋੜ ਹੈ। ਉਹਦਾ ਰਾਜ ਹੈ, ਆਪਾਂ ਤਾਂ ਪਹਿਰੇਦਾਰ ਸਾਰੇ। ਜਨਤਾ ਨੂੰ ਸੁਖੀ ਬਸਣਾ ਚਾਹੀਦਾ। ਅਸੀਂ ਸੇਵਾਦਾਰ ਹਾਂ ਜਨਤਾ ਦੇ, ਰਾਜੇ ਨਹੀਂ ਹੈਗੇ। ਜੇ ਬਾਦਲ ਕਹਿੰਦਾ ਵੀ ਰਾਜ ਨਹੀਂ ਸੇਵਾ, ਆਹ ਹੈ ਰਾਜ ਨਹੀਂ ਸੇਵਾ। ਇਹ ਹੁੰਦੀ ਹੈ ਸੇਵਾ। ਹਾਂ, ਸੇਵਾ ਇਹ ਹੁੰਦੀ ਆ, ਸੇਵਾ ਹੀ ਆ, ਹੋਰ ਕੀ ਹੈ? ਦੰਡ ਭੇਦ, ਫਿਰ ਦੰਡ ਹੈ। ਜੇ ਨਹੀਂ ਮੰਨਦਾ, ਕੋਈ ਸ਼ਰਾਰਤ ਫਿਰ ਵੀ ਕਰਦਾ ਹੈ, ਸਾਖਤ ਹੈ, ਕੋਈ ਮਨਮੁਖ ਹੈ, ਉਹ ਫਿਰ ਦੰਡ ਹੈ ਉਹਦੇ ਵਾਸਤੇ, ਡੰਡਾ ਉਹਦੇ ਵਾਸਤੇ। ਭੇਦ ਕੀ ਹੈ? ਭੇਦ ਹੈ ਭਰਮ ਦੂਰ ਕਰ ਦੇਣਾ ਉਹਦਾ। ਭੇਦ ਹੈ ਭੇਦ ਮਿਲਾਵਾ ਹੋਏ। ਜੇ ਤੈਨੂੰ ਕੋਈ ਸ਼ੰਕਾ ਹੈ ਤਾਂ ਦੂਰ ਕਰ ਦਿੰਦੇ। ਦੇਖੋ, ਸ਼ੰਕਾ ਦੂਰ ਤੇ ਹੋਏ ਤੇ ਬਿਨਾਂ ਆਦਮੀ ਵਿਸ਼ਵਾਸ ਨਹੀਂ ਕਰਦਾ ਦੂਏ ਤੇ। ਵਿਸ਼ਵਾਸ ਕਿਉਂ ਨਹੀਂ ਕਰਦੇ? ਇੱਕ ਮੁਲਕ ਦੂਏ ਤੇ ਸ਼ੰਕਾ ਹੈ, ਭਰੋਸਾ ਨਹੀਂ ਹੈ।
ਭਰੋਸਾ ਜਦ ਹੋਊ ਜਦ ਬਿਲਕੁਲ ਇੱਕ ਖੁੱਲੀ ਕਿਤਾਬ ਨੂੰ ਦਿਲ ਅਗਲਾ ਮੂਹਰੇ ਰੱਖ ਦੂਗਾ। ਦਿਲ 'ਚ ਕਪਟ ਨਹੀਂ ਰੱਖਣਾ। ਜੇ ਕਪਟ ਰੱਖੂ ਦੂਆ ਨੂੰ ਭੇਦ ਨਹੀਂ ਦਿੰਦਾ। ਕੋਈ ਭੇਦ ਛੁਪਾ ਕੇ ਰੱਖਣਾ ਹੀ ਨਹੀਂ। ਸਭ ਗੱਲ ਜੋ A to Z ਸਭ ਜੋ ਦਿਲ 'ਚ ਹੈ ਮੂੰਹ 'ਚ ਹੈ ਉਹੀ ਮਨ ਵਿੱਚ ਹੈ। ਜਿਨ ਮਨ ਹੋਰ ਮਨ ਔਰ ਮੁੱਖ 'ਚ ਕੋਈ ਗੱਲ ਰੱਖਣੀ। ਇਹ ਭੇਦ ਹੈ। ਇਹ ਭੇਦ ਜਿਹੜਾ ਰੱਖਣਾ ਇਹਨੂੰ ਭੇਦ ਦੇਣਾ। ਭੇਦ ਨੂੰ ਭੇਦ ਨਹੀਂ ਰੱਖਣਾ। ਭੇਦ ਮਿਟਾ ਦੇਣਾ। ਭੇਦ ਨਾਲ ਹੀ ਛੋਟਾ ਬੜਾ ਬਰਾਬਰੀ ਨਹੀਂ ਨਾ। ਜੇ ਭੇਦ ਰੱਖਦਾ ਉੱਥੇ ਬਰਾਬਰੀ ਹੈ ਨਹੀਂ। ਭਰਮ ਨੂੰ ਦੂਰ ਕਰਨਾ ਸਭ ਦਾ। ਭਰਮ ਨੇ ਭੇਦ ਬਣਾ ਕੇ ਰੱਖਣਾ। ਗਾਂ ਥੱਲੇ ਵੀ ਤਾਂ ਪਬਲਿਕ ਆ ਮੇਰਾ ਮੁੰਡਾ ਹੈ ਆ ਗੁਆਂਢੀ ਦਾ ਉਹ ਫਲਾਣੇ ਦਾ ਉਹਨਾਂ 'ਚੋਂ ਵੀ ਦੂਰ ਕਰਨਾ ਤੁਸੀਂ। ਹਾਂਜੀ ਅਵਨੀਪ ਸਰਬ ਜੋਰੇ ਅਛੇਦ। ਅਵਨੀਪ ਹਾਂ ਅਵਨੀਪ ਅਵ ਹੁੰਦਾ ਉੱਚਾ। ਆਪ ਕਹਿੰਦੇ ਨੇ ਅਸਲ 'ਚ ਸਮਝਦੇ ਨੇ ਵੀ ਜਿਹੜਾ ਅਵ ਲਫ਼ਜ਼ ਹੈ ਨਾ ਉਹ ਘਾਰੇ ਤੋਂ ਬਣਿਆ ਹੋਇਆ। ਇੱਕ ਥਿਊਰੀ ਇਹ ਵੀ ਚੱਲਦੀ ਹੈ। ਨੀਪ ਕਹਿੰਦੇ ਨੇ ਦੋ ਪਹਾੜਾਂ ਦੇ ਵਿਚਾਲੇ ਜਿਹੜੀ ਖੱਡ ਹੁੰਦੀ ਹੈ ਖਾਈ ਨੀਵੀਂ ਨੀਚਾ ਊਚ ਨੀਚ ਕਹਿ ਲਓ ਇੱਥੇ ਜਾਂ ਪੁੰਨ ਪਾਪ ਕਹਿ ਲਓ ਚਿੱਤਰ ਮਨ ਕਹਿ ਲਓ। ਚਿੱਤਰ ਮਨ ਦੋਏ ਜੋੜਤੇ ਸਾਰਿਆਂ ਦੇ ਦੋਹਾਂ ਦੇ ਸਭ ਦੇ ਚਿੱਤਰ ਮਨ ਜੋੜਤੇ। ਚਾਹੇ ਕਿੰਨਾ ਹੀ ਨੀਚਾ ਸੀ ਕਿਸੇ ਦਾ ਮਨ ਕਰੇਗਾ ਨੀਚ ਹੁੰਦਾ ਕੋਈ ਚਿੱਤ ਉੱਚਾ ਹੁੰਦਾ। ਉਹ ਦੋਏ ਇਕੱਠੇ ਕਰਤੇ। ਅਵਨੀਪ ਸਰਬ ਜੋਰੇ ਅਛੇਦ। ਭਾਜਾ ਜੋੜ ਤੇ ਅਛੇਦ ਹੋ ਗਏ। ਖਾਈ ਵਿੱਚੋਂ ਪੂਰਤੀ ਖਾਈ ਬਰਾਬਰ ਕਰਤੀ। ਟੋਏ ਟਿੱਬੇ ਬਰਾਬਰ ਕਰਤੇ। ਟੋਏ ਟਿੱਬੇ ਲਾ ਉਹਦਾ ਪਹਾੜ ਦੀ ਖਾਈ ਸੜਤਾ ਆਪੇ ਬਰਾਬਰ ਹੋ ਗਈ। ਜਬ ਸਰਬ ਭੂਪ ਜੋਰੇ ਮਹਾਨ। ਜਾਂ ਸਾਰੇ ਬੜੇ ਬੜੇ ਮਹਾਨ ਰਾਜੇ ਜੋੜ ਲਏ ਇਕੱਠੇ ਕਰ ਲਏ। ਜੈ ਜੀਤ ਪੱਤਰ ਦੀਨੋ ਨਿਸ਼ਾਨ। ਜਾਂ ਜੋੜ ਲਏ ਜੋੜ ਐ ਨਹੀਂ ਵੀ ਇਕੱਠੇ ਕਰ ਲਏ ਅੰਦਰ ਵੀ ਜੋੜ ਲਏ ਬਾਹਰੋਂ ਵੀ ਜੋੜ ਲਏ। ਬਾਹਰੋਂ ਤਾਂ ਜਾਂ ਜੁੜਨਗੇ ਜਾਂ ਅੰਦਰੋਂ ਜੁੜਨਗੇ ਨਹੀਂ ਟੈਂਪਰੇਰੀ ਬਾਹਰੋਂ ਜੁੜੇ ਰਹਿੰਦੇ ਨੇ। ਜਿਵੇਂ ਅਕਾਲੀ ਇਕੱਠੇ ਹੋ ਜਾਂਦੇ ਜੁੜ ਕੇ ਅੰਦਰੋਂ ਜੁੜਦੇ ਨਹੀਂ। ਅੰਦਰੋਂ ਜੁੜੇ ਬਿਨਾਂ ਕਾਇ ਦਿਨ ਜੁੜੇ ਰਹੋਗੇ ਤੁਸੀਂ। ਜੁੜੇ ਨਹੀਂ ਰਹਿ ਸਕਦੇ। ਅੰਤਰ ਆਤਮੇ ਜੇ ਮਿਲਿਆ ਕਹੀਏ ਸੋਏ। ਇੱਕ ਤੱਕ ਕਿਵੇਂ ਹੋ ਜੂਗੀ ਅੰਦਰ ਤਾਂ ਘਪਟ ਹੈ ਸਭ ਦੇ। ਇੱਕ ਦੂਏ ਤੇ ਇਤਵਾਰ ਹੈ ਨਹੀਂ। ਉਹ ਗੁਰੂ ਨੇ ਕਰਤੇ ਸੀਗੇ ਇਕੱਠੇ। ਉਹ ਗੁਰੂ ਹੁਣ ਵੀ ਕਰ ਦੂਗਾ। ਜਿਹੜਾ ਗੁਰੂ ਦੇ ਨਾਲ ਜੁੜੂਗਾ ਇਕੱਠੇ ਹੋ ਜਾਣਗੇ। ਜਿਹੜਾ ਗੋਲਕ ਨਾਲ ਜੁੜੂ ਉਹ ਨਹੀਂ ਇਕੱਠੇ ਹੁੰਦੇ। ਗੋਲਕ ਵਾਲੇ ਕਿਵੇਂ ਇਕੱਠੇ ਹੋ ਜਾਣਗੇ? ਉਹ ਗੋਲਕ ਦੇ ਨਿਗਾਹ ਤਾਂ ਡਕੈਤਾਂ ਦੀ ਹੁੰਦੀ ਹੈ। ਜੇ ਡਕੈਤ ਦਾ ਭਾਈ ਚੱਲੇ ਗੋਲਕ ਤੇ ਗੁਰਦੁਆਰੇ ਜਾਂ ਗੋਲਕ ਬੈਂਕ ਵੀ ਤਾਂ ਗੋਲਕ ਹੈ। ਬੈਂਕ ਕੀ ਹੈ? ਜਿਹਦੇ ਪੈਸੇ ਇਕੱਠੇ ਨੇ ਗੋਲਕ ਹੁੰਦੀ ਹੈ। ਖਜ਼ਾਨਾ ਗੱਲਾਂ ਕਹਿ ਲਓ ਗੋਲਕ ਕਹਿ ਲਓ। ਕਿਹਦਾ ਗੁਰਦੁਆਰੇ 'ਚ ਹੈ ਗੋਲਕ? ਉਹ ਖਜ਼ਾਨਾ ਹੈ ਗੋਲਕ ਦਾ। ਅਸੀਂ ਗੋਲਕ ਕਹਿਣ ਲੱਗੇ ਖਜ਼ਾਨਾ ਹੀ ਆ ਉਹ ਗੁਰੂ ਦਾ। ਹੋਰ ਕੀ ਹੈ? ਖਜ਼ਾਨੇ ਤੇ ਅੱਖ ਚੋਰ ਦੀ ਹੁੰਦੀ ਹੈ ਤਾਂ ਹੀ ਜਿੰਦੇ ਲਾਏ ਹੋਏ ਨੇ। ਜਿੰਨੇ ਕਾਹਤੇ ਲਾਏ ਨੇ ਚੋਰਾਂ ਤੋਂ। ਜੈ ਜੀਤ ਪੱਤਰ ਦੀਨੋ ਨਿਸ਼ਾਨ। ਜਦੋਂ ਮਨ ਜਿੱਤੇ ਗਏ ਨਾ ਸਭ ਦੇ ਮਨ ਜਿੱਤੇ ਵੇ ਨਾ ਗੋਲਕ ਨੂੰ। ਜੇ ਮਨ ਜਿੱਤੇ ਜਿੰਦਾ ਗੋਲਕ ਨੂੰ ਕਹਿੰਦੇ ਲੋਕ ਕਿਤੋਂ ਲਾਉਣਾ ਜਿੰਦਾ ਕੀ ਤੋਂ ਲਾਇਆ ਜਿੰਦਾ? ਉਹ ਮਨ ਤੇ ਕਾਬੂ ਨਹੀਂ ਹੈ। ਇੱਕ ਦੂਏ ਤੇ ਭਰੋਸਾ ਨਹੀਂ ਹੈ। ਸਾਡਾ ਹੀ ਗੁਰੂ ਹੋਵੇ ਸਾਡੀ ਉਹ ਗੋਲਕ ਹੋਵੇ ਅਸੀਂ ਉਹ ਪਹਿਰੇਦਾਰ ਹੋਈਏ ਫਿਰ ਜਿੰਦੇ ਲਾ ਲਈਏ ਅਸੀਂ ਬਣ ਪੱਕੇ ਦੇ। ਚੱਲ ਚੰਗਾ ਹੋਇਆ ਵੈਸੇ ਸੱਚ ਬੋਲ ਕੇ ਹਾਈ ਕੋਰਟ 'ਚ ਕਹਿਤਾ ਸਿੱਖਾਇਓ ਨਹੀਂ। ਵਧੀਆ ਕੀਤਾ ਵੀ ਬਹਾਦਰੀ ਦੀ ਗੱਲ ਹੈ। ਅਟਮਿਟਤਾ ਕਰਕੇ ਨਾ ਸੱਚ ਨੂੰ ਮੰਨਤਾ ਗਏ ਨਾ। ਮੰਨਣਾ ਵੀ ਬਹਾਦਰੀ ਹੈ। ਹੁਣ ਕਮ ਸੇ ਕਮ ਸੋਚਣਗੇ ਵੀ ਭਾਈ ਸਿੱਖੀ ਤੇ ਬਿਨਾਂ ਬੇਇੱਜ਼ਤੀ ਹੈ ਸਾਰੀ ਦੁਨੀਆ 'ਚ। ਮੁੜਨਗੇ ਪੱਥਰ ਚੱਟ ਲਿਆ ਮੱਛੀ ਹੁਣ ਵਾਪਸ ਮੁੜੂ। ਤੇ ਨਹੀਂ ਤਾਂ ਸਿੱਖ ਨਹੀਂ ਕਹਿਣਾ ਫਿਰ ਕਿਸੇ ਨੂੰ। ਮਜ਼ਾਕ ਕਰਿਆ ਕਰਨਗੇ। ਅਸੀਂ ਉਹਨੂੰ ਮੁਸਲਮਾਨ ਕਹਾਵਣ ਮੁਸ਼ਕਿਲ ਹੋਏ ਤਾਂ ਮੁਸਲਮਾਨ ਕਹਾ ਨੰਬਰ ਸਾਡਾ ਆ ਗਿਆ ਹੁਣ।
हाँ जी, ਜੈ ਜੀਤ ਪੱਤਰ ਦੀਨੋ ਨਿਸ਼ਾਨ। ਜੈ ਦਾ ਪੱਤਰ ਦੇਤਾ ਸਭ ਨੂੰ, ਤੁਸੀਂ ਹੁਣ ਮਨ ਜਿੱਤ ਲਿਆ ਸਭ ਨੇ ਤੁਹਾਡਾ। ਉਹ ਪੱਤਰ ਕੀ ਦੇਣਾ, ਤਾਂ ਕਹਿਤਾ ਸਾਡੀ ਭਾਈ ਕਰਤਾ, ਦੀਨੋ ਨਿਸ਼ਾਨ। ਧੌਂਸਾ ਦੇਤਾ ਵੀ ਜਾਓ ਜਾ ਕੇ। ਧੌਂਸੇ ਨਹੀਂ ਵਜਾਉਂਦੇ ਫਿਰਦੇ ਆਪਣੇ ਬੁੱਢੇ ਦਲ ਵਾਲੇ, ਇਹਨਾਂ ਦੇ ਵੀ ਹੁੰਦੇ ਸਾਰੇ, ਜਿੰਨੇ ਵੀ ਇਹਨਾਂ ਕੋਲ ਧੌਂਸੇ ਹੁੰਦੇ ਨੇ ਜਿਹੜੇ ਫਿਰਦੇ ਨੇ, ਇਹਨਾਂ ਦੇ ਅਖਾੜੇ ਨੇ ਇਹਨਾਂ ਦੇ ਧੌਂਸੇ ਝੰਡੇ ਹੁੰਦੇ ਨੇ। ਉਹ ਕਾਹਦੇ ਵਾਸਤੇ ਹੁੰਦੇ ਨੇ? ਗਿਆਨ ਚਰਚਾ ਵਾਸਤੇ ਹੁੰਦੇ ਨੇ। ਇਹ ਸਾਡੇ ਨਾਲ ਕੋਈ ਗਿਆਨ ਚਰਚਾ ਕਰਦਾ ਕੋਈ ਹੈ ਨਹੀਂ। ਧੌਂਸੇ ਨਿਸ਼ਾਨ ਕਾਹਦੇ ਲਈ ਫਿਰਦੇ ਹੋ? ਕਾਹਦੇ ਵਾਸਤੇ ਕੱਢੇ ਸੀ? ਗਿਆਨ ਚਰਚਾ ਵਾਸਤੇ, ਗਿਆਨ ਚਰਚਾ ਵਾਸਤੇ। ਹੁਣ ਨਿਸ਼ਾਨ ਲਾ ਦੇਣਾ ਸੀ 300 ਫੁੱਟ ਉੱਚਾ। ਉਹ ਉੱਚਾ ਦਾ ਤਾਂ ਹੈ ਜਦੋਂ ਕੋਈ ਉੱਚਾ ਗਿਆਨ ਹੋਵੇ। ਨਿਸ਼ਾਨ ਉੱਚੇ ਦਾ ਫੇਰ ਕੀ ਕਰੋਗੇ? ਬਰਛੇ ਤੋਂ ਵੱਧ ਨਿਸ਼ਾਨ ਨਹੀਂ ਸੀ ਹੁੰਦਾ ਕਦੇ ਅੱਗੇ। ਬਸ ਇਹ ਨਿਸ਼ਾਨ ਨਾਲ ਹੀ ਤੁਸੀਂ ਉੱਚੇ ਹੋ ਸਕਦੇ। 300 ਫੁੱਟ ਦਾ ਖੱਡਾ ਬਣਾ ਕੇ ਨਹੀਂ ਤੁਸੀਂ ਬੜੇ ਹੋ ਸਕਦੇ। ਥੋੜਾ ਗਿਆਨ ਬੜਾ ਚਾਹੀਦਾ। 300 ਸਾਲ ਹੋ ਗਏ, 300 ਫੁੱਟ ਜਾਂ ਖੱਡਾ ਬਣਾ ਦੋ। ਕਿੰਨੇ ਬੰਦੇ ਮਾਰੂ ਜਿਹੜੇ ਪਿਆ ਆਲੇ ਦੁਆਲੇ ਭੀੜ ਹੋਵੇ। ਸਦਾਈਆਂ ਦੇ ਕੰਮ ਨੇ ਇਹ। ਸਦਾਈ ਜਿਹੜੇ ਵਿਦਵਾਨ ਨੇ ਉਹਨਾਂ ਦੇ ਕਹੇ ਤੇ ਕਰਦੇ। ਵਿਦਵਾਨ ਨੂੰ ਗਾਹਾਂ ਧਾਰਮਿਕ ਬੰਦੇ ਹੁੰਦੇ ਨੇ। ਇਹ ਧਰਮ ਹੈ, ਇਹ ਧਾਰਮਿਕ ਬੰਦੇ ਦੱਸਦੇ ਹੁੰਦੇ ਨੇ ਕੀ ਕਰੀਦਾ ਹੁੰਦਾ। ਗੁਰੂ ਕਹਾਂ ਘੱਟ ਸੀ, ਉਹ ਵੀ ਬਣਾ ਸਕਦੇ ਸੀ। ਉਹ ਤਾਂ ਸੋਨੇ ਦਾ ਹੀ ਬਣਾਉਣ ਦੇ ਸਾਰਾ ਹੀ ਸਿਰ ਤੋਂ ਪੈਰਾਂ ਤੇ ਹੀ। ਮਾਇਆ ਵਾਲੇ ਰਾਹ ਪੈ ਗਏ ਨਾ, ਹੰਕਾਰ ਵਾਲੇ ਰਾਹ ਪੈ ਗਏ। ਹੰਕਾਰ ਵਾਲੇ, ਹੰਕਾਰੀਆਂ ਦਾ ਰਸਤਾ ਹੈ। ਦੈ ਹੀਰ ਚੀਰ ਅਨੁਭੰਗ ਦਿਰਬ। ਹੀਰ ਚੀਰ ਹੀਰੇ ਦਿੱਤੇ, ਚੀਰ ਕੱਪੜੇ ਦਿੱਤੇ, ਅਨੁਭੰਗ ਦਿਰਬ ਦਿੱਤਾ। ਨਾ ਕੱਟਿਆ ਜਾਣ ਵਾਲਾ ਗਿਆਨ ਦਿੱਤਾ, ਨਾਮ ਤੁਹਾਨੂੰ ਦਿੱਤਾ ਨਾਲ। ਦੈ ਹੀਰ ਚੀਰ ਅਨੁਭੰਗ ਦਿਰਬ। ਆਹੋ, ਅਨੁਭੰਗ ਜਿਹੜਾ ਭੰਗ ਨਹੀਂ ਕੀਤਾ ਜਾ ਸਕਦਾ, ਜਿਹੜਾ ਕੱਟਿਆ ਨਹੀਂ ਜਾ ਸਕਦਾ। ਨਾਮ ਤੁਹਾਨੂੰ ਦਿੱਤਾ ਨਾਲ, ਤਤ ਗਿਆਨ ਦਿੱਤਾ। ਮਹੀਪਾਲ ਮੋਹੀ ਡਾਰੇ ਸੁਸਰਬ। ਬਸ ਲਿਖਤ ਵੀ ਦੇਤੀ, ਉਹਨਾਂ ਨੂੰ ਗਿਆਨ ਵੀ ਦੇ ਦਿੱਤਾ। ਹੁਣ ਗਿਆਨ ਗਾਹਾਂ ਮਾਰ ਖਾ ਜਾਂਦੇ ਜੇ ਗਿਆਨ ਨਾ ਹੁੰਦਾ ਨਾਲ। ਬਸ ਸਾਰੇ ਮਹੀਪਾਲ ਸੀ ਜਿੰਨੇ ਰਾਜੇ, ਤੇ ਸਾਰਿਆਂ ਦੇ ਅੰਦਰ ਆਪਣੇ ਵਾਸਤੇ ਆਪਣਤ ਪੈਦਾ ਕਰ ਲਈ। ਮੋਹ ਆਪਣਤ, ਮੋਹ ਡਰ, ਉਹ ਆਪਣਤ ਪੈਦਾ ਕਰਨੀ ਮੋਹ ਹੈ। ਜਿੱਥੇ ਆਪਣਾਪਣ ਉੱਥੇ ਮੋਹ ਵੀ ਹੈ। ਆਪਣਤ ਨੂੰ ਔਰ ਮੋਹ ਨੂੰ ਅਸੀਂ ਅੱਡ ਅੱਡ ਨਹੀਂ ਕਰਕੇ ਦੇਖ ਸਕਦੇ। ਜਿੱਥੇ ਆਪਣਤ ਹੈ ਉੱਥੇ ਹੀ ਮੋਹ ਹੈ। ਜਿੱਥੇ ਆਪਣਤ ਨਹੀਂ ਉੱਥੇ ਮੋਹ ਨਹੀਂ। ਚਾਹੇ ਸਕਾ ਭਾਈ ਹੈ, ਜੇ ਆਪਣਤ ਖਤਮ ਹੋ ਗਈ ਮੋਹ ਜਦ ਹੀ ਖਤਮ ਹੋ ਗਿਆ। ਆਪਣਤ ਔਰ ਮੋਹ, ਅਸਲ 'ਚ ਆਪਣਤ ਨੂੰ ਮੋਹ ਕਹਿੰਦੇ ਨੇ। ਇਹ ਆਪਣਤ ਹੈ ਤਾਂ ਮੋਹ ਹੈ ਨਹੀਂ। ਆਪਣੇ ਨਾਲੇ ਮੋਹ ਹੁੰਦਾ, ਦੂਏ ਨਾਲ ਮੋਹ ਕਿੱਥੇ ਰਹਿੰਦਾ? ਹਾਂਜੀ। ਇੱਕ ਦਿਓਸ ਬੀਤ ਪਾਰ ਸਵਰਾਏ। ਇੱਕ ਦਿਓਸ ਬੀਤ ਪਾਰ ਸਵਰਾਏ। ਹਾਂ, ਇਹ ਜਿਹੜਾ ਪਾਰਸ ਰਾਜਾ ਸੀ, ਇੱਕ ਦਿਨ ਉਹ ਦੇ ਮਨ 'ਚ ਖਿਆਲ ਆਇਆ, ਉਤਿਸ਼ਟ ਦੇਵ ਪੂਜੰਤ ਜਾਏ। ਉਤਿਸ਼ਟ, ਇਸ਼ਟ ਜਿਹੜਾ ਲਫ਼ਜ਼ ਹੈ ਨਾ, ਇਸ਼ਟ ਅਸਲ 'ਚ ਜਿਹੜੇ ਮਨਮੱਤਾ ਨੇ ਨਾ, ਕੋਈ ਅੱਡ ਦੇਵਤੇ ਨੂੰ ਮੰਨਦਾ, ਕੋਈ ਕਿਸੇ ਨੂੰ, ਇਹਨੂੰ ਇਸ਼ਟ ਕਹਿੰਦੇ ਨੇ, ਧਰਮ ਨਹੀਂ ਕਹਿੰਦੇ। ਜਿਹੜੇ ਪੁਰਾਣਾ ਮਤ ਹੈ ਨਾ, ਗ੍ਰੰਥ ਨੇ, ਇਹ ਇਸ਼ਟ ਨੇ, ਧਰਮ ਨਹੀਂ ਹੈ। ਧਰਮ ਇੱਕੋ ਹੀ ਹੁੰਦਾ, ਇਸ਼ਟ ਅੱਡ ਅੱਡ ਹੁੰਦੇ ਨੇ। ਜਿਵੇਂ ਇਹ ਹਿੰਦੂ ਧਰਮ ਕਹਿੰਦੇ ਨੇ, ਇਸ਼ਟ ਅੱਡ ਅੱਡ ਨੇ। ਕੋਈ ਵਿਸ਼ਨੂੰ ਨੂੰ ਮੰਨਦਾ, ਮੰਦਰ ਅੱਡ ਅੱਡ ਨੇ ਨਾ। ਕੋਈ ਭੈਰੋ ਨੂੰ ਮੰਨਦਾ, ਕੋਈ ਸੀਤਲਾ ਨੂੰ ਮੰਨਦਾ, ਕੋਈ ਦੇਵੀ ਨੂੰ ਮੰਨਦਾ, ਕੋਈ ਕਿਸੇ ਦੇਵੀ ਨੂੰ ਮੰਨਦਾ। ਇਹ ਇਸ਼ਟ ਨੇ। ਕਿਸੇ ਧਰਮ ਦੇ ਵਿੱਚੋਂ ਸੰਪਰਦਾਇ ਨੇ, ਇਸ਼ਟ ਕਹਿੰਦੇ ਨੇ, ਜਿਹਨੂੰ ਸੰਪਰਦਾਇ ਕਹਿੰਦੇ ਅਸੀਂ। ਆਪਣੇ ਆਪਣੇ ਛੋਟੇ ਛੋਟੇ ਗਰੁੱਪ ਬਣਾ ਲਏ, ਬੜੇ ਗਰੁੱਪ ਦੇ।
ਉਤਿਸ਼ਟ ਦੇਵ ਪੂਜੰਤ ਜਾਏ। ਉਹ ਤੇ ਇਸ਼ਟ ਦੇਵ ਹੈ, ਜਿੰਨੇ ਸਾਰੇ ਇਸ਼ਟ ਨੇ ਉਹਨਾਂ ਦੇ ਉੱਪਰ ਹੈ, ਇਹ ਚੋਂ ਹੀ ਪੈਦਾ ਹੋਏ ਹੋਏ ਨੇ ਸਾਰੇ। ਉਤਿਸ਼ਟ ਦੇਵ ਪੂਜੰਤ ਜਾਏ। ਪੂਜਣ ਚੱਲਿਆ ਕਿਹਨੂੰ? ਚੰਡੀ ਨੂੰ ਪੂਜਣ ਚੱਲਿਆ। ਹੋਰ ਉੱਤੇ ਇਸ਼ਟ ਦੇਵ ਕੌਣ ਨੇ? ਬਾਕੀ ਮੱਤਾਂ ਐਸੇ ਜੋ ਨਿਕਲੀਆਂ ਹੋਈਆਂ ਨੇ, ਗਾਹਾਂ ਉਹੀ ਆਉਣੀ ਹੈ ਸਾਰੀ ਮਹਾਰਨੀ। ਗਾਹਾਂ ਜਿਹੜਾ ਪੂਜਾ ਕਰੂਗਾ ਉਹ ਫਿਰ ਪਤਾ ਲੱਗੂ ਉੱਤੇ ਇਸ਼ਟ ਦੇਵ ਦੀ। ਉਹ ਉੱਤੇ ਇਸ਼ਟ ਦੇਵ ਕੌਣ ਹੈ, ਕਿਹਨੂੰ ਪੂਜਣ ਚੱਲਿਆ, ਉਹਦੀ ਵਿਆਖਿਆ ਹੀ ਆਉਣੀ ਹੈ ਅਗਲੇ। ਕਿਨ ਬਹੁਤ ਪ੍ਰਕਾਰ। ਬਹੁਤ ਵਿਧੀ ਬਹੁਤ ਪ੍ਰਕਾਰ, ਦੇਖੋ ਬਹੁਤ ਪ੍ਰਕਾਰ ਔਰ ਬਹੁਤ ਵਿਧੀ ਨਾਲ ਉਸਤਤੀ ਕੀਤੀ। ਇੱਕ ਆਦਮੀ ਇੱਕ ਦੀ ਉਸਤਤੀ ਬਹੁਤ ਵਿਧੀ ਨਾਲ ਕਿਵੇਂ ਹੋ ਜੂ? ਅਨੇਕ ਹੈ ਫਿਰ ਇੱਕ ਹੈ, ਐਂ ਕੀਤੀ ਉਸਤਤੀ। ਕਿਵੇਂ ਅਨੇਕ ਹੈ ਫਿਰ ਇੱਕ ਹੈ? ਇਹ ਸੰਸਾਰ 'ਚ ਅਨੇਕ ਹੈ, ਏਕ ਹੈ ਹੋਰ ਗੱਲ ਹੈ। ਸੱਚਖੰਡ ਦੇ ਵਿੱਚ ਅਨੇਕ ਹੈ ਹੋਰ ਗੱਲ ਹੈ। ਜਿੱਥੋਂ ਲੈ ਕੇ ਚੱਲੇ ਆ 1 ਜੂਨ ਤੋਂ ਬੁੱਧੀ ਡਿਵੈਲਪ ਹੋਣ ਲੱਗੀ ਹੈ, ਉਹ ਸਾਰੇ ਰੂਪ ਅੱਡ ਅੱਡ ਨੇ। ਆਖਰ ਆ ਕੇ ਪੂਰਾ ਕਿੱਥੇ ਹੋਇਆ? ਪੂਰਾ ਆ ਕੇ ਜਦ ਹੋਇਆ, ਜਦ ਧਰ ਉੱਪਰ ਆਕਾਸ਼ ਹੋ ਗਿਆ, ਗਿਆਨ ਪੂਰਾ ਹੋ ਗਿਆ। ਜਾਂ ਗਿਆਨ ਜਦ ਇੱਕ ਹੋ ਗਿਆ ਚਿੱਤਰ ਮਨ ਜਦ ਜਿੱਤਿਆ ਗਿਆ, ਇਹ ਕਹਿ ਲਓ ਜਦ ਮਨ ਜਿੱਤਿਆ ਗਿਆ ਫਿਰ ਗਿਆਨ ਪੂਰਾ ਹੋਇਆ। ਤੇ ਉਹ ਫਿਰ ਥੱਲੇ ਵਾਲੇ ਰੂਪ ਉਸੇ ਦੇ ਨੇ, ਥੱਲੇ ਵਾਲੇ ਰੂਪ ਉਸੇ ਦੇ ਨੇ ਫਿਰ ਸਾਰੇ ਹੀ। ਇਸ ਤਰੀਕੇ ਨਾਲ ਗੱਲ ਕੀਤੀ ਹੋਈ ਹੈ। ਸੋ ਕਹੂੰ ਛੰਦ ਮੋਹਨ ਮਝਾਰ। ਇਹ ਮੋਹਣੀ ਛੰਦ ਦੇ ਵਿੱਚ ਮੈਂ ਉਹ ਸਾਰਾ ਦੱਸਣ ਲੱਗਿਆ। ਮੋਹਣੀ ਛੰਦ ਹੈ, ਮੋਹਣੀ ਛੰਦ। ਮੋਹਣੀ ਦੇਖੋ, ਮੋਹਣੀ ਛੰਦ ਲਿਖਿਆ ਆਪਣਾ ਤੈ ਸਾਰਿਆਂ ਦੀ ਇੱਕ ਹੈ। ਇੱਕ ਔਲਾਦ ਹੈ ਇੱਕ ਦੀ, ਇਹ ਤੇਰੀ ਔਲਾਦ ਹੈ, ਦੂਏ ਵੀ ਥੱਲੇ ਵਾਲੀ ਦੇਵੀਆਂ। ਤਾਂ ਹੀ ਕਿਹਾ ਨਾ ਉਹ ਜਿਹੜੀਆਂ ਦੇਵੀਆਂ ਨੇ, ਹੇ ਪੁੱਤਰੀ ਤੂੰ ਕਾਲਕਾ ਹੋ ਜਿਵੇਂ ਲੀਨ, ਪੁੱਤਰੀ ਕਿਹਾ ਉਹਨੂੰ ਕਾਲਕਾ ਨੂੰ। ਉਤਸ਼ਟ ਦੇਵੀ। ਹਾਂ, ਉਤਸ਼ਟ ਦੇਵੀ ਦੀਆਂ ਸਾਰੀਆਂ ਹੀ ਪੁੱਤਰੀਆਂ ਨੇ ਇਹ, ਵਿਵੇਕ ਬੁੱਧੀ ਦੀ। ਇਹ ਤੋਂ ਹੀ ਪੈਦਾ ਹੋਈਆਂ ਹੋਈਆਂ ਨੇ। ਮੋਹਣੀ ਛੰਦ ਜੈ ਦੇਵੀ ਭੇਵੀ ਭਵਾਨੀ। ਜੈ ਦੇਵੀ ਭੇਵੀ ਭਵਾਨੀ। ਦੇਵੀ ਦੀ ਜੈ ਨਹੀਂ, ਜੈ ਦੇਣ ਵਾਲੀ। ਦੇਵੀ ਦਾ ਮਤਲਬ ਦੇਣ ਵਾਲੀ, ਵਿਜੇ ਦੇਣ ਵਾਲੀ ਨੇ। ਤੂੰ ਵਿਜੇ ਦਿੱਤੀ ਹੈ ਨਾ ਇਹਨੂੰ, ਜਿਹਨੂੰ ਵਿਜੇ ਦਿੱਤੀ ਉਹੀ ਤਾਂ ਕਹਿ ਰਿਹਾ ਜਿੱਤੇ ਨਹੀਂ ਸਾਰੇ ਰਾਜੇ। ਜੈ ਦੇਵੀ, ਜੈ ਦੇਣ ਵਾਲੀ। ਹਾਂ, ਜਿੱਤ ਕਰਾਉਣ ਵਾਲੀ। ਉਹਨੂੰ ਕਿਤੇ ਪਤਾ ਨਹੀਂ ਸੀ, ਪਲਾਨ ਤਾਂ ਬਣਾ ਲਿਆ, ਸਾਰੀ ਦੁਨੀਆ ਨੂੰ ਜਿੱਤਣਾ ਸਿਖਾ ਲਿਆ। ਮਨ ਜੀਤੇ ਜਗ ਜੀਤ, ਆਹ ਸਾਬਤ ਕਰਤਾ। ਕਿਤੋਂ ਸਾਬਤ ਕਰਕੇ ਦਿਖਾਓ ਤੁਸੀਂ ਮਨ ਜੀਤੇ ਜਗ ਜੀਤ। ਜੇ ਆ ਤੁਹਾਡੇ ਕੋਲ ਦਸਮਨੰਥ ਦਾ ਨਹੀਂ ਹੈ ਮਨ ਜੀਤੇ ਜਗ ਜੀਤ, ਕਿਵੇਂ ਕਿਸੇ ਆਦਮੀ ਨੇ ਮਨ ਜਿੱਤ ਕੇ ਜਗ ਜਿੱਤਿਆ? ਸਾਬਤ ਕਰੋ ਕਿਹਨੂੰ ਜਿੱਤਿਆ। ਜੇ ਕੋਈ ਕਹਿ ਦੇਵੇ ਆਦਮੀ ਵੀ ਸਾਬਤ ਕਰੋ ਕਿਹਨੂੰ ਜਿੱਤਿਆ, ਇਸਲਾਮ ਵਾਲੇ ਕਹਿ ਦੇਣ, ਕੋਈ ਹੋਰ ਕਹਿ ਦੇਵੇ, ਕੋਈ ਵਿਦਵਾਨ ਕਹਿ ਦੇਵੇ, ਕੋਈ ਤਰਕਸ਼ੀਲ ਕਹਿ ਦੇਵੇ, ਕੀ ਜਵਾਬ ਦਓਗੇ ਤੁਸੀਂ? ਕੋਈ ਜਵਾਬ ਨਹੀਂ। ਘਰ ਨੂੰ ਆ ਜਾਓਗੇ, ਕਿਤੇ ਉਹ ਕਿਤੇ ਗਏ ਹੋਏ ਤੁਸੀਂ ਇਲਾਕੇ ਦੇ ਵਿੱਚ ਪ੍ਰਚਾਰ ਕਰ ਲਓ, ਮਨ ਜੀਤੇ ਜਗ ਜੀਤੇ, ਅਗਲਾ ਤੇ ਤੁਹਾਡੇ ਸਵਾਲ ਕਰ ਦੇਵੇ, ਕੀ ਜਵਾਬ ਦਓਗੇ? ਅੱਜ ਤੱਕ ਕੋਈ ਰਿਕਾਰਡ ਹੈ ਜਿਹਨੇ ਮਨ ਜਿੱਤ ਲਿਆ ਹੋਵੇ, ਜੱਗ ਵੀ ਜਿੱਤਿਆ ਹੋਵੇ? ਗੱਲ ਇਹ ਫਿਰ ਗੱਲ ਕਿਉਂ ਕਹੀ ਜੇ ਪ੍ਰੈਕਟੀਕਲ ਪੋਸੀਬਲ ਹੈ ਨਹੀਂ? ਜਿਹੜੀ ਗੱਲ ਅੱਜ ਤੱਕ ਪ੍ਰੈਕਟੀਕਲ, ਦੇਖੋ ਭਗਤਾਂ ਨੇ ਕਿਸੇ ਨੇ ਜੱਗ ਜਿੱਤਿਆ? ਨਹੀਂ ਜਿੱਤਿਆ। ਗੁਰੂ ਦੇ ਜੱਗ ਜਿੱਤ ਹੋਇਆ? ਨਹੀਂ ਜਿੱਤ ਹੋਇਆ। ਆਹ ਤਾਂ ਜਿੱਤਿਆ ਹੋਇਆ, ਫਿਰ ਇਹਨੇ ਜਿੱਤਿਆ ਹੋਇਆ। ਔਰ ਮੱਤ ਵੀ ਉਹੀ ਹੈ ਸਾਡੇ ਵਾਲੀ ਹੈ। ਮਨ ਜਿੱਤਣਾ ਹੀ ਸਾਡਾ ਕੰਮ ਹੈ। ਸਾਡਾ ਟਾਰਗੇਟ ਕੀ ਹੈ? ਮਨ ਨੂੰ ਜਿੱਤਣਾ। ਮਨ ਨੂੰ ਜਿੱਤ ਲਿਆ ਤੇ ਜੱਗ ਜਿੱਤ ਲਿਆ। ਸਮਝਿਆ ਨਹੀਂ? ਤੇ ਅੱਜ ਸਾਰਾ ਜੱਗੇ ਜਿੱਤਿਆ ਹੋਇਆ, 8ਵੀਂ ਮੰਜ਼ਿਲ ਤੇ ਪਿਆ ਗੁਰੂ ਗ੍ਰੰਥ ਸਾਹਿਬ। ਭਗਤਾਂ ਨੇ ਜਿੱਤਿਆ ਹੋਇਆ, ਹੋਰ ਕਿਹਦਾ? ਉਹ ਉਦੋਂ ਨਹੀਂ ਜਿੱਤਿਆ, ਹੁਣ ਜਿੱਤਿਆ ਗਿਆ।
ਇਹਨਾਂ ਨੇ ਕੋਲਡ ਵਾਰ ਨਾਲ ਜਿੱਤਿਆ, ਇਹ ਕੋਲਡ ਔਰ ਗਰਮ ਦੋਹਾਂ ਨਾਲ ਜਿੱਤਿਆ ਨੇ। ਗਰਮ ਨੇ ਡੰਡ ਨਹੀਂ, ਨਾਲ ਡੰਗ ਨਹੀਂ ਹੈ। ਇਹਦੇ ਕੋਲ ਤਿੰਨੇ ਚੀਜ਼ਾਂ ਨੇ, ਤਿੰਨੇ ਸ਼ਕਤੀਆਂ ਇਕੱਠੀਆਂ ਨੇ, ਤਾਂ ਅਵਤਾਰ ਹੈ। ਬੁੱਧ ਬਲ ਵੀ ਹੈ, ਵਿਵੇਕ ਬੁੱਧੀ ਵੀ ਹੈਗੀ, ਧਨ ਬਲ ਵੀ ਹੈ, ਰਾਜਾ ਹੈ, ਬਹੁ ਬਲ ਵੀ ਹੈ, ਫੌਜਾਂ ਨੇ ਹੋਰ ਨਾਲ ਜੋੜ ਲੈ। ਤਿੰਨੇ ਤਾਕਤਾਂ ਆ ਗਈਆਂ ਜਿਹਦੇ ਕੋਲ, ਉਹ ਜੱਗ ਆਪੇ ਜਿੱਤ ਲੂਗਾ, ਆਪੇ ਜਿੱਤਿਆ ਛਣ। ਸਾਰਿਆਂ ਦੇ ਕੋਈ ਲੜਾਈ ਨਹੀਂ ਕੀਤੀ, ਕੋਈ ਬੰਦਾ ਫੱਟਾ ਨਹੀਂ ਹੋਇਆ, ਕੋਈ ਤੀਰ ਨਹੀਂ ਚੱਲਿਆ, ਕੋਈ ਤਲਵਾਰ ਨਹੀਂ ਚੱਲਿਆ ਕੁਛ। ਸਾਰੇ ਸਰੈਂਡਰ ਵੀ ਕਰ ਗਏ, ਸਰੈਂਡਰ ਵੀ ਕੋਈ ਨਹੀਂ ਕੀਤਾ। ਜਿੱਤ ਵੀ ਸਾਰੇ ਹੀ ਗਏ, ਹਾਰਿਆ ਕੋਈ ਵੀ ਨਹੀਂ, ਹਾਰਿਆ ਨਹੀਂ ਕੋਈ ਹੈ, ਸਾਰੇ ਹੀ ਜਿੱਤੇ ਨੇ। ਹਾਰਿਆ ਕੌਣ? ਜਦ ਬਰਾਬਰ ਹੋ ਗਿਆ, ਹਾਰਿਆ ਤਾਂ ਕੋਈ ਨਹੀਂ। ਜਿੱਤ ਤਾਂ ਹੁੰਦੀ ਜੇ ਇਹ ਸੁਪੀਰੀਅਰ ਹੁੰਦਾ ਤੇ ਦੂਏ ਪੈਰੀ ਲੱਗਦੇ, ਫਿਰ ਜਿੱਤ ਸੀ। ਉਹ ਤਾਂ ਬਰਾਬਰ ਕੀਤੇ ਨੇ ਸਮਾਂ ਆਪਣੇ। ਦਿਮਾਗ ਤੇ ਨਹੀਂ ਜਿੱਤ ਪ੍ਰਾਪਤ ਕੀਤੀ, ਦਿਲ ਤੇ ਜਿੱਤ ਪ੍ਰਾਪਤ ਕੀਤੀ ਹੈ। ਉਹ ਦਿਮਾਗ ਦੀ ਜਿੱਤ ਨੂੰ ਸਾਡੇ ਲੋਕ ਜਿੱਤ ਕਹਿੰਦੇ ਨੇ। ਦਿਮਾਗ ਦੀ ਕਾਹਦੀ ਜਿੱਤ ਹੈ? ਜਦੋਂ ਦਾ ਦੌਰ ਲੱਗਦਾ ਜਾਂ ਬਾਗੀ ਹੋ ਜਾਂਦਾ। ਅੰਗਰੇਜ਼ਾਂ ਨੇ ਹਿੰਦੁਸਤਾਨ ਜਿੱਤ ਲਿਆ ਸੀ, ਜਾਂ ਹਿੰਦੁਸਤਾਨ ਦਾ ਜ਼ੋਰ ਪੈ ਗਿਆ, ਉਹਨਾਂ ਨੇ ਉਹ ਭਜਾਤੇ, ਅੰਗਰੇਜ਼ ਭਜਾਤੇ। ਇਹ ਨਾ ਜਿੱਤ ਹੁੰਦੀ ਹੈ ਨਾ ਹਾਰ, ਇਹ ਟੈਂਪਰੇਰੀ ਜਿੱਤ ਹੈ। ਮਨ ਜੀਤੇ ਜਗ ਜੀਤ ਵਾਲੀ ਸਾਡੇ ਕੋਲ ਆਹੀ ਮਿਸਾਲ ਹੈ। ਪਹਿਲੀ ਨਹੀਂ, ਰਾਮਚੰਦਰ ਤੇ ਜਗ ਨਹੀਂ ਜਿੱਤ ਹੋਇਆ, ਲਾਹੌਰ ਕੁਛ ਨਹੀਂ ਹਟਾ ਲਿਆ ਉੱਥੇ ਆ ਕੇ ਹਿੰਦੁਸਤਾਨ ਦੇ ਵਿੱਚ। ਹੋਰ ਕੋਈ ਰਿਕਾਰਡ ਨਹੀਂ ਹੈ ਕਿਤੇ, ਸਿਰਫ ਇੱਕੋ ਹੀ ਰਿਕਾਰਡ ਹੈ, ਪਾਰਸਨਾਥ ਦਾ। ਬਾਕੀ ਆਉਣੇ ਨੇ 24 ਅਵਤਾਰੇ ਆਉਣੇ ਨੇ, ਜਿਨ੍ਹਾਂ ਜੋ 10 ਅਵਤਾਰਾਂ ਨੂੰ ਅਸੀਂ ਮੰਨਦੇ ਹਾਂ, 24 ਤੋਂ ਅਵਤਾਰੇ ਨਹੀਂ ਮੰਨਦੇ ਅਸੀਂ ਬਾਕੀਆਂ ਨੂੰ। ਕੋਈ ਗੁਰੂ ਨੇ ਨਹੀਂ ਮੰਨਿਆ, ਜਦ ਅਸੀਂ ਕਾਹਤੇ ਮੰਨੀਏ? ਉਹਨਾਂ ਦੇ ਉਹ ਬਣਾਏ ਹੋਏ ਨੇ। ਉਹ ਐਵੇਂ ਆ ਜਿਵੇਂ ਆਪਣੇ ਦੇ ਨੇ ਨਾ ਪੰਥ ਰਤਨ ਦਿੰਦੇ ਰਹੇ ਨੇ, ਐਵੇਂ ਪੰਡਤ ਦਿੰਦੇ ਰਹੇ ਨੇ। ਹਾਂ, ਪੰਥ ਰਤਨ ਨੂੰ ਦਿੱਤਾ ਹੋਇਆ ਜਿਨ੍ਹਾਂ ਨੇ ਇਹਨਾਂ ਦੀ ਫੱਟੀ ਪਹੁੰਚੀ ਹੈ। ਅਕਾਲੀਆਂ ਦੀ ਫੱਟੀ ਪਹੁੰਚੀ, ਉਹਨੂੰ ਪੰਥ ਰਤਨ ਦੇ ਦਿੱਤਾ, ਇਹਨੂੰ ਪਤਾ ਹੀ ਨਹੀਂ ਹੈ। ਅਸਾਬ ਸੇ ਨਾ ਕੰਨ ਸੁਨਾਬਾ ਉਹਨੇ ਨਹੀਂ ਬਣਾਇਆ ਮਹਾਨ ਕੋਸ਼, ਉਹਨੂੰ ਪੰਥ ਰਤਨ ਦਿੱਤਾ ਹੋਇਆ। ਉਹ ਕਹਿੰਦਾ ਵੀ ਜਿੰਨਾ ਚਿਰ ਨਿਗਾ ਸਿੰਘਾਂ ਕੋ ਗੁਰਦੁਆਰੇ ਰਹੇ ਇੰਤਜ਼ਾਮ ਠੀਕ ਰਿਹਾ, ਉਹ ਤੋਂ ਬਾਅਦ ਢਿੱਲ ਪੈਣ ਲੱਗ ਗਈ। ਹੁਣ ਜਮਾਂ ਹੀ ਬੇੜਾ ਗਰਕ ਹੋ ਗਿਆ। ਉਹ ਪਿੱਛੇ ਹੀ ਲਿਖਦਾ ਹੈ ਜਦ ਮਹਾਨ ਕੇਸ ਬਣਾਇਆ, ਕੋਸ਼ ਬਣਾਇਆ, ਜਦ ਦੀ ਗੱਲ ਹੈ ਕਿ ਉਦੋਂ ਅੰਮ੍ਰਿਤਸਰ ਦੇ ਵਿੱਚ ਪ੍ਰਚਾਰ ਦੂਗਾ ਹੋ ਰਿਹਾ ਸੀ। ਇੱਥੇ ਪਟਿਆਲੇ ਦੇ ਵਿੱਚ ਵੀ ਇਹ ਜਿਹੜੇ ਸੰਤਾਂ ਦਾ ਪ੍ਰਚਾਰ ਹੋ ਰਿਹਾ ਸੀ। ਜਿਹੜੀ ਟੀਕਾ ਬਣਾਇਆ ਸੀ ਸਾਹਿਬ ਸਿੰਘ, ਉਹ ਵੀ ਉਹਨੂੰ ਪਤਾ ਹੀ ਸੀ। ਇਹ ਗੱਲ ਉਹ ਲਿਖ ਗਿਆ ਮਹਾਨ ਕੋਸ਼, ਸੱਚ ਬੋਲ ਗਿਆ। ਜਾਂ ਦੇਖਿਆ ਉਹਨੇ ਲਿਖ ਦਿੱਤਾ। ਇਹਨਾਂ ਦਾ ਪੰਥ ਰਤਨ, ਇਹਦਾ ਇਹਨਾਂ ਦੇ ਖਿਲਾਫ ਹੈ ਗੱਲ ਕਹੀ ਹੋਈ। ਹਾਂ, ਜੈ ਦੇਵੀ ਭੇਵੀ ਭਵਾਨੀ, ਜੈ ਦੇਵੀ ਜੈ ਦੇਣ ਵਾਲੀ, ਭੇਵੀ ਭਵਾਨੀ। ਜਿਹੜੇ ਭੇਵੀ ਨੇ ਨਾ, ਭੇਦਭਾਵ ਰੱਖਣ ਵਾਲੇ, ਉਹਨਾਂ ਨੂੰ ਜੰਮਣ ਬਲ ਚ ਪਾ ਕੇ ਵੀ ਰੱਖਦੀ ਹੈ। ਇਹ ਵੀ ਹੈ ਅਭੇਵ ਹੁੰਦਾ, ਭੇਦਭਾਵ ਨਾ ਰੱਖਣ ਵਾਲਾ। ਭੇਵੀ ਹੁੰਦਾ ਜਿਹੜਾ ਭੇਦਭਾਵ ਹੈ ਜਿਹਦੇ ਮਨ ਚ ਊਚ ਨੀਚ ਰੱਖਦਾ ਨਾ। ਪੰਡਤ ਭੇਵੀ ਹੈ, ਭਵਾਨੀ ਉਹ ਜੰਮਣ ਮਨ ਚ ਨਹੀਂ ਹੋਊ। ਬਹੁਤ ਖਤਰਨਾਕ ਹੈ। ਇੱਕ ਇੱਕ ਲਫ਼ਜ਼ ਤੇ ਜਾ ਕੇ ਬਦਲ ਜਾਂਦੀ ਹੈ। ਉਹ ਨਹੀਂ ਹੈ ਇਸ ਤਰੀਕੇ ਨਾਲ ਉੱਥੇ ਬਦਲਦਾ ਗੱਡੀ ਦੀ ਲਾਈਨ ਆਦ ਦੇ ਵਿੱਚ। ਇੱਥੇ ਤਾਂ ਇੱਕ ਸ਼ਬਦ ਤੇ ਜਾ ਕੇ ਬਦਲ ਜਾਂਦੀ ਹੈ, ਇੱਕ ਲਫ਼ਜ਼ ਤੇ ਜਾ ਕੇ ਬਦਲ ਜਾਂਦੀ ਹੈ ਲਾਈਨ। ਜੈ ਦੇਵੀ ਹੋਰ ਗੱਲ ਹੈ, ਜੈ ਦੇਣ ਵਾਲੀ ਹੈ ਗੁਰਮੁਖ ਨੂੰ, ਉਹ ਤਾਂ ਗੁਰਮੁਖ। ਪਰ ਜੇ ਗੁਰਮੁਖ ਨਹੀਂ ਹੈ, ਮਨਮੁਖ ਹੈ, ਭੇਵੀ ਨੂੰ ਭਵਾਨੀ। ਉਹਨੂੰ ਸਜ਼ਾ, ਦੰਡ ਆਇਆ ਨਹੀਂ ਉੱਤੇ ਦੰਡ, ਭੇਦ ਵਾਲੇ ਨੂੰ ਦੰਡ। ਪੌਖੰਡੀ ਦੁਰਗਾ ਸਰਬਾਣੀ, ਪੌਖੰਡੀ
ਭੈ ਦਾ ਖੰਡਨ ਕਰਨ ਵਾਲੀ ਹੈ ਦੁਰਗਾ, ਸਾਰਿਆਂ ਦਾ ਹੀ ਸਰਬਾਣੀ। ਇਹ ਨਹੀਂ ਵੀ ਇੱਕ ਮੱਤ ਦਾ, ਕਿਹੜੀ ਦਾ, ਕੋਈ ਮੱਤ ਵੀ ਹੋਵੇ, ਕੋਈ ਵੀ ਭੇਦਭਾਵ ਰੱਖਣ ਵਾਲਾ ਹੋਵੇ, ਸਭ ਦਾ ਹੀ ਭੈ ਖੰਡ ਕਰ ਦੇਗੀ। ਪਰ ਭੇਦਭਾਵ ਛੱਡਣਾ ਪਊਗਾ, ਤਾਂ ਛੱਡਣਾ ਪਊਗਾ। ਕੇਸਰੀ ਆਬਾਹੀ ਕਉ ਮਾਰੀ। ਕੇਸਰੀ ਆ ਬਾਹੀ, ਆਵਾਹੀ ਨਹੀਂ ਹੈ। ਬਾਹੀ ਹੁੰਦਾ ਜਿਹਦਾ ਬਾਹਣ ਹੋਵੇ, ਕੇਸਰੀਆ ਹੁੰਦਾ ਸ਼ੇਰ। ਕੇਸਰੀਆ ਬਾਹੀ ਕਉ ਮਾਰੀ। ਕੇਸਰੀਆ ਵਾਹੀ ਆ ਕਿ ਸ਼ੇਰ ਦੇ ਸਵਾਰੀ ਨਹੀਂ ਕਰਦੀ, ਬਾਹਣ ਉਹਦਾ ਸ਼ੇਰ। ਸ਼ੇਰ ਤੇ ਸਵਾਰੀ ਕਰਨ ਵਾਲੀ ਉਹ ਨਿਰਭੈ ਹੈ, ਜਿਹੜਾ ਤੱਤ ਗਿਆਨ ਇਹਨੂੰ ਸ਼ੇਰ ਕਹਿੰਦੇ ਨੇ। ਵਿਵੇਕ ਦੀ ਸਵਾਰੀ ਹੈ ਤੇਰੀ, ਵਿਵੇਕ ਸ਼ੇਰ ਹੈ, ਨਿਰਭੈ ਹੋ ਕੇ ਬੋਲਦਾ ਨਾ। ਗੁਰਮੁਖ ਜਿਹੜਾ ਹੁੰਦਾ ਉਹ ਜਿਹੜਾ ਮਨਮੁਖ ਬੁੱਕ ਨਾ ਜਾਣਦਾ, ਦਾਅਵੇ ਨਾਲ ਮਨਮੁਖ ਗੱਲ ਨਹੀਂ ਕਰ ਸਕਦਾ। ਗੁਰਮੁਖ ਦਾਅਵੇ ਨਾਲ ਗੱਲ ਕਰਦੇ ਨੇ ਸਾਰੀ ਗੁਰਬਾਣੀ 'ਚ, ਹਰ ਗੱਲ ਦਾਅਵੇ ਨਾਲ ਕੀਤੀ ਹੋਈ ਆ, ਕਿਸੇ ਨੇ ਅੱਜ ਤੱਕ ਚੈਲੰਜ ਵੀ ਨਹੀਂ ਕੀਤੀ। ਗੁਰਬਾਣੀ ਦੀ ਗੱਲ ਨੂੰ ਉਹ ਚੈਲੰਜ ਨਹੀਂ ਕਰ ਸਕਦਾ ਹੁੰਦਾ। ਜਦ ਚੈਲੰਜ ਹੁੰਦੀ ਹੈ ਜਾਂ ਅਰਥਾਂ ਦੇ ਅਨਰਥ ਹੋ ਜਾਣ, ਅਸੀਂ ਉਲਟੇ ਅਰਥ ਕਰ ਲਈਏ, ਫਿਰ ਤਾਂ ਚੈਲੰਜ ਹੋ ਜਾਣਾ। ਹਾਂਜੀ। ਕੇਸਰੀਆ ਕਉ ਬਾਹੀ ਕਉ ਮਾਰੀ। ਕਉ ਮਾਰੀ, ਕਉ ਕੀ ਹੈ? ਕਉ ਹੈ ਜਿਹੜਾ ਹੰਕਾਰ ਹੈ ਨਾ, ਕਊਆ ਜਗ ਕਊਆ ਮੁਖ ਚੁੰਚ ਗਿਆਨ। ਉਹ ਜਿਹੜਾ ਇਹਦੀ ਹੰਕਾਰੀ ਵਰਤੀ ਹੈ ਨਾ, ਹੰਕਾਰ ਤੇ ਪ੍ਰਹਾਰ ਕਰਨ ਵਾਲੀ ਹੈ, ਹੰਕਾਰ ਤੇ ਪ੍ਰਹਾਰ ਕਰਨ ਵਾਲੀ ਕਊ ਮਾਰੀ। ਭਰਮ ਤੇ ਚੋਟ ਕਰਨ ਵਾਲੀ ਹੈ। ਕਹਿ ਲਓ ਕਊਆ ਕਾਲਾ ਹੁੰਦਾ ਨਾ, ਕਊਆ ਕਦੇ ਚਿੱਟਾ ਨਹੀਂ ਹੁੰਦਾ, ਉਹ ਕਹਿੰਦੇ ਨੇ। ਭੈ ਖੰਡੀ ਭੈਰਵੀ ਉਧਾਰੀ। ਭੈ ਖੰਡੀ, ਭੈ ਦਾ ਤਾਂ ਖੰਡਨ ਕਰਦੀ ਹੈ। ਭੈ ਰਵੀ ਹੈ, ਭੈ ਰਵੀ ਹੈ, ਆਪਣੀ ਭੈ ਦੇ ਵਿੱਚ ਆਪ ਮੌਜੂਦ ਹੁੰਦੀ ਹੈ। ਜਿਹੜਾ ਤੇਰੀ ਭੈ ਚ ਆ ਜਾਵੇ ਉਹ ਤੇਰੀ ਸ਼ਰਨ ਚ ਆ ਗਿਆ। ਤੇਰੇ ਹੁਕਮ ਦੀ ਭੈ ਚ ਆ ਜਾਵੇ, ਹੁਕਮ ਜੇ ਤੂੰ ਆਪ ਹੀ ਹੈ ਮੌਜੂਦ ਹੁੰਦੀ। ਭੈ ਰਵੀ, ਭੈ ਚ ਰਵੀ ਹੋਈ ਹੈ। ਡੱਡਾ ਡਰ ਉਪਜੈ ਡਰ ਜਾਈ, ਉਹ ਗੱਲ ਹੈ। ਚਾਰ ਅੱਖਰਾਂ ਦੀ ਵਿਆਖਿਆ ਕਰਤੀ ਉਹ ਸਾਰੇ ਦੀ। ਭੈ ਖੰਡੀ ਭੈ ਰਵੀ, ਡੱਡਾ ਡਰ ਉਪਜੈ ਡਰ ਜਾਈ, ਤਾ ਡਰ ਮੈਂ ਡਰ ਰਿਹਾ ਸਮਾਈ। ਆਪਣੀ ਭੈ ਚ ਆਪ ਮੌਜੂਦ ਹੈ। ਜਿਹੜਾ ਤੇਰੀ ਭੈ ਚ ਰਹੇ ਤੂੰ ਉਹਦੀ ਰਕਸ਼ਕ ਬਣ ਜਾਂਦੀ ਹੈ, ਉਹਦੀ ਰੱਖਿਆ ਕਰਦੀ ਹੈ। ਫਿਰ ਉਧਾਰ ਦਿੰਦੀ ਹੈ ਉਹਨੂੰ ਰੱਖਿਆ ਕਰਕੇ। ਫਿਰ ਕੌਣ ਨੇੜੇ ਆਜੂ ਉੱਥੇ? ਸਿੰਘ ਸ਼ਰਨ ਕਤੇ ਆਈਏ ਜੇ ਜੰਮੂ ਗ੍ਰਸ ਹੈ। ਚਾਰ ਸ਼ਬਦਾਂ ਦੇ ਵਿੱਚ ਪੂਰਾ ਕਿੰਨਾ ਕੁਛ ਭਰਿਆ ਪਿਆ। ਸ਼ਬਦ ਤਾਂ ਚਾਰੇ ਨੇ, ਭੈ ਖੰਡੀ ਭੈ ਰਵੀ ਉਧਾਰੀ। ਕਲੰਕਾ ਅਤਰੀ ਛਤਰਾਣੀ। ਛਤਰੀ ਆ ਹੈ, ਛਤਰਾਣੀ ਦਾ ਪੁੱਤ। ਦਸਮ ਪਾਤਸ਼ਾਹ ਛਤਰੀ ਕੋ ਪੂਤੂ ਬਾਹਮਣ ਕੋਲ ਇਹਦਾ ਪੁੱਤ ਹੈ। ਉਹ ਤੇ ਬਾਅਦ ਕਹੀ ਆ ਗੱਲ, ਤੇ ਜਨ ਪਦਾਰਥ ਮਿਲ ਗਿਆ। ਛਤਰਾਣੀ ਤੂੰ ਇਹਨਾਂ ਨੂੰ। ਫੇਰ ਜੇ ਛਤਰੀ ਕੋ ਇਹ ਕਹਿੰਦਾ ਫਿਰ ਤਾਂ ਉਹਨੂੰ ਮੰਨ ਲੈ। ਚਾਰ ਵਰਣ, ਫਿਰ ਤਾਂ ਚਾਰ ਵਰਣ ਮੰਨ ਲੈ। ਬਾਹਮਣ ਕੋ ਬੂਤ ਨਾ ਹੈ। ਹਾਂ ਬਾਹਮਣ, ਫਿਰ ਤਾਂ ਬਾਹਮਣ ਛਤਰੀ ਮੰਨ ਲੈ। ਫਿਰ ਤਾਂ ਗੁਰਮਤਿ ਦੇ ਖਿਲਾਫ ਹੈ ਉਹ ਗੱਲ। ਉਹ ਜੇ ਉੱਥੇ ਅਰਥ ਇਹ ਕਰਦੀ ਏ, ਇੱਥੇ ਅਰਥ ਪੰਗਾ ਛੇੜਤਾ ਉਹਨਾਂ ਨੇ। ਪੂਤ ਦਾ ਚੇਲਾ ਹੀ ਹੈ। ਹਾਂ ਛਤਰਾਣੀ ਦਾ ਪੁੱਤ, ਛਤਰਾਣੀ ਦਾ ਇਹ ਮਾਂ ਹੈ, ਜਗ ਮਾਂ ਤੇ ਹੀ ਹੈ। ਗੁਰਮਤਿ ਦਾ ਚੇਲਾ। ਉਹ ਸਰੀਰ ਦਾ ਤਾਂ ਜਨਮ ਬੰਦੀ ਹੋਣੀ ਗੁਰਮਤ, ਆਤਮਾ ਦੀ ਗੱਲ ਕਰਦੀ ਹੈ। ਛਤਰੀ ਕੋ ਪੂਤ ਬਾਹਮਣ ਕੋ ਨੇ। ਮੈਨੂੰ ਕੀ ਲੋੜ ਹੈ ਤਪ ਕਰਨ ਦੀ? ਤਪ ਤੁਸੀਂ ਕਰਦੇ ਰਹੋ। ਹਾਂ ਤਪ ਤਾਂ ਉਹ ਕਰੇ ਜਿਹਦਾ ਮਨ ਜਿੱਤਿਆ ਨਹੀਂ ਹੋਇਆ। ਜਿਹਦਾ ਮਨ ਹੈਗਾ ਉਹ ਤਪ ਕਰੇ, ਜਿਹਦਾ ਮਨੇ ਹੈ ਨਹੀਂ ਉਹਨੇ ਤਪ ਕੀਤਾ।
ਉਹਨੇ ਕੀ ਤਪਾਉਣਾ? ਉਹ ਤਨ ਤਪਾਊਗਾ, ਹੋਰ ਨਹੀਂ ਕੋਈ ਤਪਾਉਂਦਾ। ਉਹਨਾਂ ਨੇ ਵੀ ਤਨੇ ਤਪਾਇਆ। ਅਕਲੰਕਾ ਅਤਰੀ ਛਤਰਾਣੀ, ਛਤਰਾਣੀ ਹੈ ਤੂੰ, ਕਲੰਕ ਰਹਿਤ ਹੈ, ਭਰਮ ਰਹਿਤ ਹੈ, ਤੂੰ ਛਤਰਾਣੀ ਹੈ। ਤੈਨੂੰ ਜਗਮਾਤ ਮੰਨਦਾ ਤਾਂ ਮੈਂ ਛਤਰੀ ਕਾ ਪੂਤ ਹੂੰ। ਵਿਵੇਕ ਛਤਰੀ ਹੈ ਜੋ ਜੋ ਸਾਰੇ ਸੰਸਾਰ ਨੂੰ ਜਿੱਤੂਗਾ, ਜੰਗ ਜਿੱਤ, ਉਹੀ ਛਤਰੀ ਹੈ। ਅਤਰੀ ਛਤਰਾਣੀ, ਅਤਰੀ ਅਸਤਰ ਚਲਾਉਣ ਦੀ ਵਿਪੁੰਨ ਹੈ, ਹਰ ਕਿਸਮ ਦਾ ਅਸਤਰ ਚਲਾ ਸਕਦੀ ਹੈ। ਤੋਪ ਵੀ ਚਲਾ ਸਕਦੀ ਹੈ, ਤੁਮਕ ਬੰਦੂਕ ਵੀ ਚਲਾ ਸਕਦੀ ਹੈ, ਤੀਰ ਵੀ ਚਲਾ ਸਕਦੀ ਹੈ, ਚੱਕਰ ਵੀ ਚਲਾ ਸਕਦੀ ਹੈ। ਇਹ ਅਸਤਰੇ ਨੇ ਨਾ। ਗੋਲੇ ਗਿਆਨ ਦੇ ਵੀ ਦਾਗ ਸਕਦੀ ਹੈ। ਚੱਕਰ ਉਹ ਇਹਦੇ ਹੀ ਹੈ, ਚੱਕਰ ਚਲਾਏ ਦਿਓ ਕਰਤੇ, ਸਿਰ 70 ਕੋ ਮਾਰ ਜੁਦਾ ਕਰ ਦੀਨੋ। श्रवण दतार चली नभ को, जन सूर को राम जला जली दीनू। कहते ऐसा चक्कर मारिया, चक्कर चलाए देव करते, चक्कर चलाता हाथ चो, हाथ चो दो हाथ ने चतर माना, सिर 70 को मार जुदा कर दीनू। सिर वढ़ के रखता, वो सिर की मन वढ़ता, वह होर वढ़ना थी सिर मरे सिर। हंकार वढ़ता, हंकार वढ़ के परे करता। 70 को मार जुदा कर दीनू। श्रवण तो धार चली नभ को, अंदर खून निकलिया ना उच्चा, इन्ना उत्ते खून उच्चा गया जिमें सूर को राम, जिमें परशुराम ने सूरज नूं जल अर्पण किया सी समुद्र चों, वो चक के उहदे नाल मिलाती शास्त्रां दी लिखत नाल, इन्ना उच्चा हो गया खून। धार छतराणी नहीं, होर कौन है फिर? कहते कोप पई अर दल फिके, कोप पई गुस्सा आ गया, अरे दल विखे, जेड़े दुश्मनों का दल देख के सामने। चंडी चक्कर संभार, चंडी ने चक्कर संभाल लिया हाथ च, एक मार के दुआए कीते, दुआए ते कीने चार। एक दे मारे दो हो गए, दूए दे लग्या चार हो गए, दोहां दे टुकड़े। छतराणी नहीं होर की है, कल्ली जांदी है लड़न, दूआ नहीं जांदा कदे नाल। सिंह चढ़ी मुख संख बजावत, जो रण में तड़ता दुत मंडी। वो सारी छतराणी हुई है जंग का। देखो तो आप देख के ही आए पिछे जंग चंडी दी वार च, फिर छतराणी हुई है और की है। कालका नूं भी कहता भी तू राण दे, तेरे वास्ते नहीं गल हैगी। देवते बेचारे मूँह वाल देखते ने, चुप करे बैठे ने। हाँ जी। मोहनियं सर्वं लोकाणी, मोहनियं सर्वं लोकाणी, सारी लुकाई दे अंदर अपने प्रति मोह पैदा कर लेती, अपणत पैदा कर लेती है। भेदभाव नहीं ना है। लोकाणी, लोकाणी वास्ते है, साकतां वास्ते। साकत लोकाणी च नहीं होंदे, साकत लोकाणी तो बाहर होंदे ने। जिवें दाल च कोकड़ू होंदा ना, ਹੁੰਦੇ ਤਾਂ ਥੋੜੀ ਨੇ, ਪਰ ਦਾਲ ਗਲ ਜਾਂਦੀ, ਉਹ ਨਹੀਂ ਗਲਦੇ ਹੁੰਦੇ। ਦਾਲ ਘੁਲ ਜਾਂਦੀ ਹੈ, ਇੱਕ ਹੋ ਜੂ ਕੋਕੜੂ ਨਹੀਂ ਘੁਲਦਾ, ਚਾਹੇ 100 ਮਿੰਟ ਲੱਕੜੀਆਂ ਫੂਕਦੇ। ਇਹ ਤਾਂ ਕੋਕੜੂ ਹੁੰਦੇ ਨੇ, ਸਾਕਤ ਇਹ ਨਹੀਂ ਗਲਦੇ ਹੁੰਦੇ, ਇਹਨਾਂ ਤੇ ਨਹੀਂ ਅਸਰ ਹੁੰਦਾ। ਰਕਤਾਂਗੀ ਸਾਗੀ ਸਾਵਿਤਰੀ, ਰਕਤਾਂਗੀ ਜੇ ਤੂੰ ਆ ਜਾਂਦੀ ਹੈ ਨਾ ਰਕਤ ਵਾਲੇ ਰੂਪ ਚ, देहधारी रक्तांगी शरीर है ना, रक्ता सांगी सावित्री, सांगी अड अड सांग ने तेरे, अड अड सांग ने, अड अड भेख नहीं बनाए हुए। अड अड मत्ता ने, अड अड भेख ने, सांग ने वो भेख होर की ने। पर सावित्री भी जे बिरती चंगी है, मत कोई है चाहे चंगी वृत्ति है जे, फिर तेरा रूप। जे वृत्ति भैड़ी है फिर तेरा रूप नहीं है, फिर कुरूप है, कुरूप कुजात है, फिर वो उलखड़ी है, सौरे पे ये बुरी है। पर जे सावित्री है, वृत्ति ठीक है, जे जी वृत्ति चाहिए वही जी है, फिर तेरा रूप है। सावित्री
ਪਰਮੇਸ਼ਰੀ ਪਰਮਾ ਪਵਿੱਤਰੀ। ਪਰਮੇਸ਼ਰੀ ਹੈ, ਫਿਰ ਉਹ ਪਰਮੇਸ਼ਰੀ ਵੱਲ ਨੂੰ ਜਾ ਰਹੀ ਹੈ, ਪਰਮਾ ਪਵਿੱਤਰੀ ਹੈ ਉਹ। ਜੇ ਆਦਮੀ ਚਾਹੇ ਗਿਆਨ ਥੋੜਾ ਹੈ, ਮਤ ਕਿਸੇ 'ਚ ਵੀ ਹੈ, ਜੇ ਇਮਾਨਦਾਰ ਹੈ ਹਰ ਪੱਖੋਂ, ਚਾਹੇ ਉਹ ਮੁਸਲਮਾਨ ਹੈ, ਚਾਹੇ ਉਹ ਈਸਾਈ ਹੈ, ਚਾਹੇ ਉਹ ਹਿੰਦੂ ਹੈ, ਚਾਹੇ ਉਹ ਸਿੱਖ ਹੈ, ਚਾਹੇ ਕੋਈ ਵੀ ਹੈ ਧਰਮ ਦਾ, ਉਹਦੇ ਨਾਲ ਮਤ ਕੋਈ ਵੀ ਹੈ, ਚਾਹੇ ਉਹਦੇ 'ਚ ਕੀ ਫਰਕ ਹੈ, ਉਹਨੇ ਉੱਥੇ ਹੀ ਪਹੁੰਚ ਜਾਣਾ, ਸਿੱਧੇ ਰਾਹ 'ਤੇ ਚਲੇ ਜਾਣਾ ਜਿੱਥੋਂ ਜਿੱਥੋਂ ਉਹਨੂੰ ਮਿਲਣਾ। ਉਹ ਆਪਣੇ ਨਾਲ ਵੀ ਨਹੀਂ ਰਲਦਾ ਹੁੰਦਾ, ਜਿਹੜੇ ਉਹਦੇ ਹੁੰਦੇ ਨੇ ਮਤ ਵਾਲੇ, ਉਹਨਾਂ ਨਾਲ ਵੀ ਨਹੀਂ ਰਲਦਾ। ਤੀਜੇ ਪਾਤਸ਼ਾਹ ਗੁਰੂ ਰਵਿਦਾਸ ਦੀ ਰਲਦੇ ਹੀ ਨਹੀਂ, ਨਾਲ ਵਾਲਿਆਂ ਨਾਲ ਨਹੀਂ ਰਲਦੇ, ਜਿਹਦੇ ਹਾਲਾਂਕਿ ਉਹਨਾਂ ਦੇ ਵਿੱਚੇ ਰਹੇ ਨੇ, ਅੰਦਰੋਂ ਨਹੀਂ ਰਲੇ ਉਹਨਾਂ ਦੇ ਨਾਲ, ਤਾਂ ਹੀ ਇੱਧਰ ਆ ਗਏ ਨਾ, ਬਾਕੀ ਨਾ ਆ ਗਏ ਹੋਰ ਇਹਨਾਂ ਨੂੰ। ਤੋਤਲੀਆ ਜੇਬਾ ਕਉ ਮਾਰੀ। ਚਾਹੇ ਤੋਤਲੀਆ ਜੀਬਾ, ਚਾਹੇ ਪੂਰਾ ਗਿਆਨ ਨਹੀਂ ਹੈਗਾ, ਕਉ ਮਾਰੀ ਪਰ ਹੰਕਾਰ ਦੇ ਉਹ ਵੀ ਖਿਲਾਫ ਹੈ। ਤੋਤਲੀਆ ਵੀ ਨਹੀਂ। ਹਾਂ, ਹੰਕਾਰ ਉੱਥੇ ਵੀ ਨਹੀਂ ਹੈ, ਨਿਸ਼ਾਨੀ ਹੈ ਉੱਥੇ ਸਾਵਿਤਰੀ ਦੀ। ਸਾਵਿਤਰੀ ਤਾਂ ਜੇ ਹੋਵੇ ਹੈ ਨਹੀਂ ਉੱਥੇ, ਕਉ ਮਾਰੀ ਹੈ। ਹਾਂ ਕਹੂ ਮਾਰੀ ਹੈ, ਹੰਕਾਰ ਤੇ ਹੰਕਾਰ ਨਹੀਂ ਹੈ ਉੱਥੇ, ਚਾਹੇ ਗਿਆਨ ਥੋੜਾ, ਹੰਕਾਰ ਨਹੀਂ ਹੈ ਉੱਥੇ, ਨਿਮਰਤਾ ਉੱਥੇ ਹੈ ਪੂਰੀ। ਭਵ ਭਰਨੀ ਹਰਨੀ ਉਧਾਰੀ। ਭਵ ਭਰਨੀ, ਆ ਭਵ ਸਾਗਰ ਉਹ ਨਹੀਂ ਭਰਿਆ ਹੋਇਆ, ਸਾਰਿਆਂ ਨੂੰ ਜਨਮ ਨਹੀਂ ਦਿੱਤਾ ਹੋਇਆ, ਭਵ ਭਰਨੀ ਭਵ ਭਰਿਆ ਨਹੀਂ ਹੋਇਆ ਹੈ। ਭਵ ਸਾਗਰ ਜਿਹਨੇ ਜਦ ਜਗਮਾਤ ਹੈ, ਸਾਰੇ ਜਗ ਦੀ ਮਾਂ ਹੈ, ਜਗ ਪੈਦਾ ਕੀਤਾ ਹੈ, ਭਵ ਸਾਗਰ ਭਰਿਆ ਉਸ ਨੇ ਹੋਇਆ। ਭਰਨੀ ਹਰਨੀ ਉਧਾਰੀ। ਭਰਨੀ ਵੀ ਹੈ, ਹਰਨੀ ਵੀ ਹੈ, ਜੰਮਣ ਮਰਨ, ਭਰਨਾ ਹਰਨ ਕਰਨਾ, ਉਧਾਰੀ ਉਧਾਰ ਵੀ ਕਰਨਾ, ਤਿੰਨੇ ਕੰਮ ਕਰਦੀ ਹੈ। ਹੁਕਮੇ ਆਏ ਹੁਕਮੇ ਜਾਏ, ਹੁਕਮੇ ਰਹੇ ਸਮਾਈ। ਉਧਾਰੀ ਸਮਾ ਗਿਆ, ਨਹੀਂ ਆਉਣ ਜਾਣ ਦੇ ਵਿੱਚ ਹੈਗੇ ਨੇ, ਉਹ ਵੀ ਹੁਕਮ। ਰਿਦ ਰੂਪਾ ਭੂਪਾ ਬੁੱਧਾਣੀ। ਬਿਰਧ ਰੂਪਾ, ਰਿਦ ਰੂਪਾ ਭੂਪਾ ਬੁੱਧਾ, ਜਿਹੜੀਆਂ ਮੱਤਾਂ ਨੇ ਨਾ ਦੂਈਆਂ ਸਾਰੀਆਂ ਹੀ, ਬਿਰਧ ਰੂਪਾ ਸਾਰੀਆਂ ਮੱਤਾਂ ਦੂਜੀਆਂ, ਜਿੰਨੇ ਵੀ ਰੂਪ ਨੇ ਤੇਰੇ ਮੱਤਾਂ ਦੇ ਜਿਹੜੇ ਉੱਤੇ ਦੱਸੇ ਨੇ, ਜਿੱਥੇ ਨਿਮਰਤਾ ਹੈ ਮਤਲਬ ਹੈ, ਉਹਨਾਂ ਦੇ ਜਦੋਂ ਭੂਪਾ ਸਾਰਿਆਂ ਦੀ, ਸਾਰਿਆਂ ਦੇ ਉੱਪਰ ਰਾਣੀ ਹੈ। ਭੂਪਾ ਭੂਪ ਤੋਂ ਬਣਿਆ ਹੋਇਆ ਭੂਪਾ ਲਫ਼ਜ਼, ਭੂਪ ਪੁਲਿੰਗ ਹੁੰਦਾ, ਭੂਪਾ ਇਸਤਰੀ ਲਿੰਗ, ਰਾਣੀ ਹੈ। ਉਹ ਜਿਹੜੀਆਂ ਥੱਲੇ ਦੀਆਂ ਮੱਤਾਂ ਨੇ ਨਾ, ਜੋ ਡਿਵੈਲਪ ਹੁੰਦੀਆਂ, ਉਹਨਾਂ ਦੀ ਤੂੰ ਰਾਣੀ ਹੈ। ਉਹੀ ਆ ਜਿਹੜੀਆਂ ਮੱਤਾਂ ਵਾਲੀ ਨਾਲ ਜਿਹੜੇ ਜੋੜੇ ਨੇ, ਉਹ ਥੱਲੇ ਵਾਲੇ ਹੀ ਤੇ ਗੱਲ ਇਸੇ ਦੀ ਕਰ ਰਹੇ ਨੇ, ਜੋ ਹੋਇਆ ਪਿੱਛੇ, ਜੋ ਪਿੱਛੇ ਹੋਇਆ ਨਾ ਇਕੱਠ, ਉਹਦੇ 'ਚ ਮੱਤਾਂ ਵੀ ਸੀਆਂ। ਇਹ ਭੂਪਾ ਇਹਦੀ ਮੱਤ ਹੈ ਆਪਣੀ, ਸਾਰੇ ਜੱਟੀ ਦੰਬੀ ਬ੍ਰਹਮਚਾਰੀ ਸਾਰੇ ਅਸਲ ਦੇ ਵਿੱਚੋਂ ਆਪਣੀ ਗੱਲ ਨਹੀਂ ਕਰ ਰਿਹਾ ਪਾਰਸਨਾਥ, ਉਹ ਕਰ ਰਿਹਾ ਵੀ ਤੂੰ ਹੁਕਮ ਨੇ ਇਹ ਕਾਰਨਾਮਾ ਕੀਤਾ, ਮੇਰੇ ਵੱਸ ਦੀ ਗੱਲ ਨਹੀਂ ਸੀ। ਜਿਵੇਂ ਹੁਣ ਜਿਹੜਾ ਪ੍ਰੋਗਰਾਮ ਹੈ, ਕਿੱਥੇ ਕਿੱਥੇ ਕੌਣ ਕਿੱਥੇ ਹੈ ਮੁੰਡੇ ਨੇ, ਇੱਕ ਵਾਰ ਸੁਣ ਕੇ ਉਹ ਇਹ ਆਪਾਂ ਨੇ ਕੀਤਾ, ਇਹ ਪ੍ਰੋਗਰਾਮ ਆਪਣਾ, ਉਹ ਤਾਂ ਉਸਤਤੀ ਕਰ ਰਿਹਾ ਹੈ। ਪਾਰਸ ਦੇ ਉਸਤਤੀ ਕਿੰਨੀ ਬਹੁਤ ਪ੍ਰਕਾਰ, ਉਹ ਉਸਤਤੀ ਪਾਰਸਨਾਥ ਕਰੂਗਾ ਹੀ, ਉਹ ਤਾਂ ਤੁਸ਼ਟ ਦੇਵ ਦੀ ਕਰ ਰਿਹਾ, ਜਿਹਦੇ ਕਰਾਮਾਤ ਹੋ ਰਹੀ ਹੈ ਸਾਰੀ। ਉਹ ਕਹਿੰਦਾ ਵੀ ਮੇਤੋਂ ਇਹ ਕੰਮ ਹੋ ਗਿਆ, ਜੈ ਦੇਵੀ ਦੀ ਵੀ ਸਾਰੀ ਦੁਨੀਆ ਹੀ ਬੰਦ ਗਈ ਸੌਖੇ ਜਿਹੇ ਤਰੀਕੇ ਨਾਲੇ, ਕੁਝ ਕਰਨਾ ਹੀ ਨਹੀਂ ਪਿਆ। ਇਹ ਕੀ ਹੋ ਗਿਆ? ਉਹ ਆਪ ਹੈਰਾਨ ਹੈ, ਤਾਂ ਉਸਤਤੀ ਕਰਦਾ ਵੀ ਇਹ ਕਰਾਮਾਤ ਤੇਰੀ ਹੈ, ਮੇਰੀ ਕੋਈ ਨਹੀਂ ਹੈਗੀ। ਜਿਹੜੀ ਭਵ ਭਰਨੀ ਹਰਨੀ ਉਧਾਰੀ ਹੈ। ਹਾਂ, ਹੁਕਮ ਦੀ ਕਰਾਮਾਤ ਹੈ ਇਹ, ਤੈਨੂੰ ਮਨਜ਼ੂਰ ਹੈ ਦਰਗਾਹ। ਉਹਨਾਂ ਨੂੰ ਪ੍ਰੋਗਰਾਮ ਉਹ ਲਿਆਏ ਨੇ ਬਣਾ ਕੇ, ਤੂੰ ਲਿਆਏ, ਆਪਾਂ ਲਿਆਏ। ਕਿੱਥੇ ਕਿੱਥੇ ਬੰਦੇ ਗਏ ਨੇ ਵਰਲਡ ਵਿੱਚ, ਕਿੱਥੇ ਕਿੱਥੇ ਕਿਹਦਾ ਜਨਮ ਹੋਇਆ ਹੋਇਆ। ਇੱਕ ਇੱਥੇ ਤੂੰ ਰੋਜ਼ ਕਿਸੇ ਨਾਲ ਜਾ ਕੇ ਮਗਜ ਮਾਰੀ ਜਾ, ਉਹ ਨੇੜੇ ਨਹੀਂ ਲੱਗਣ ਦਿੰਦਾ।
ਉਹ ਜਿਨ੍ਹਾਂ ਦੇ ਕੇਸ ਨਹੀਂ, ਮੁੰਡਿਆਂ ਦੇ ਦਾੜੀ ਨਹੀਂ ਰੱਖੀ, ਉਹ ਅੰਦਰੋਂ ਕਹੇ ਜਿਹੇ ਨਿਕਲਦੇ ਨੇ ਸਿੱਕੇ ਬੰਦ ਖਰੇ। ਉਹ ਜਿਹੜੇ ਕਿਰਪਾਨਾਂ ਪਾਈ ਫਿਰਦੇ ਨੇ ਖੋਟੇ ਨਿਕਲਦੇ ਨੇ। ਹੁਣ ਕਿਹਨੂੰ ਮੰਨੀਏ ਸਿੱਖ ਅਸੀਂ? ਕਿਹਨੂੰ ਮੰਨੀਏ? ਕੇਸ ਵਾਲਿਆਂ ਨੂੰ ਮੰਨੀਏ, ਬਿਨਾਂ ਕੇਸ ਵਾਲਿਆਂ ਨੂੰ ਮੰਨੀਏ? ਸੱਚ ਨਾਲ ਕੌਣ ਖੜਾ? ਸੱਚ ਕਿਹਨੂੰ ਬਰਦਾਸ਼ਤ ਹੈ? ਦੇਖ ਲਈ ਸਾਰੇ ਬਿਲਕੁਲ ਐਂ ਜੁੜ ਗਏ ਜਿਵੇਂ ਚੁੰਬਕ ਖਿੱਚ ਲੈਂਦਾ। ਇਹ ਆਪਾਂ ਨੇ ਕੀਤਾ, ਇਹ ਪਰਮੇਸ਼ਰ ਦੀ ਖੇਡ ਹੈ। ਇਹਨੂੰ ਕੌਣ ਰੋਕੂਗਾ? ਨਹੀਂ ਰੋਕ ਸਕਦਾ ਕੋਈ। ਉਹਦਾ ਬੁਲਾਏ ਬੋਲਦੇ, ਗੁਰੂ ਆਪ ਕਹਿੰਦੇ ਬੁਲਾਏ ਬੋਲਦੇ ਆ। ਕਬੀਰ ਕਹਿੰਦਾ, ਗੁਰੂ ਨਾਨਕ ਕਹਿੰਦਾ ਆਪੇ ਦੋਸ਼ ਨਾ ਲਈ ਕਰਤਾ, ਜਮ ਕਰ ਮੂੰਹ ਗਲ ਚੜਾਇਆ, ਮੈਨੂੰ ਗਲ ਪਾਇਆ ਹੋਇਆ। ਬੁਰਾਈ ਉਹ ਜਿਹੜਾ ਗਲ ਪਾਊ, ਬੁਰਾਈ ਤਾਂ ਉਹਦੇ ਤੇ ਹੀ ਹੈ। ਬੁਰਾਈ ਤਾਂ ਉਹਦੇ ਤੇ ਹੀ ਹੈ। ਆਨੰਦਪੁਰ ਸਾਹਿਬ ਫੌਜਾਂ ਕਿਉਂ ਚੜਾਈਆਂ? ਆ ਲਿਖ ਦਿੱਤਾ ਸਾਰਾ। ਬੁਰਾਈ ਆਈ, ਬੁਰਾਈ ਆਉਣੀ ਹੋ ਸੀ। ਸੱਚ ਦੁਨੀਆ ਨੂੰ ਦੱਸਿਆ, ਬੁਰਾਈ ਆ ਗਈ। ਉਹ ਕਹਿੰਦੇ ਕਿਉਂ ਦੱਸਿਆ ਸੱਚ? ਅਸੀਂ ਤਾਂ ਮਸਾਂ ਇਹਨੂੰ ਸੱਚ ਨੂੰ ਬੋਲੇ ਕੀਤਾ ਸੀ ਦੁਨੀਆ ਤੋਂ, ਤੁਸੀਂ ਕਿਉਂ ਦੱਸਿਆ? ਉਹਨਾਂ ਨੇ ਤਾਂ ਬੁਰਾਈ ਦੇਣੀ ਹੋਈ ਹੈ, ਉਹਦੀ ਕੀਮਤ ਵੀ ਚੁਕਾਉਣੀ ਪਈ। ਉਹ ਕੀਮਤ ਕਾਹਨੂੰ ਚੁਕਾਉਣੀ ਪਈ? ਉਹ ਤਾਂ ਹੋਣਾ ਹੀ ਸੀ ਸਭ ਕੁਛ। ਕੀਮਤ ਕੁਮਤ ਕਾਹਦੀ ਹੈ? ਜਿਹਦੀ ਮਿੱਟੀ ਦੀ ਕੀਮਤ ਵੱਟੀ ਜਾਵੇ, ਹੋਰ ਕੀ ਚਾਹੀਦਾ? ਮ੍ਰਿਤ ਰੂਪਾ ਭੂਪਾ ਬੁੱਧਾਣੀ। ਮ੍ਰਿਤ ਰੂਪਾ ਭੂਪਾ ਬੁੱਧਾਣੀ, ਉਹ ਬੁੱਧੀਆਂ ਦੀ ਰਾਣੀ ਹੈ ਤੂੰ। ਆ ਰਾਣੀ ਨਹੀਂ ਹੈਗੀ ਬਈ, ਉਹ ਸੰਸਾਰੀ। ਆਹੋ, ਸੰਸਾਰੀ ਗੱਲ ਨਹੀਂ, ਬੁੱਧੀ ਦੀ ਦਾਤਾ ਹੈ। ਬੁੱਧੀ ਦੇਣ ਵਾਲੀ ਹੈ ਸਭ ਨੂੰ। ਬੁੱਧ ਬਲ ਸਾਰਾ ਹੀ ਤੇਰੇ ਕੋਲ ਹੈ। ਜਿਹਨੂੰ ਬੁੱਧ ਬਲ ਚਾਹੀਦਾ, ਜਿਵੇਂ ਰਾਜੇ ਕੋ ਖਜ਼ਾਨਾ ਨਹੀਂ ਹੁੰਦਾ, ਜਿਹਨੂੰ ਜਿੰਨਾ ਚਾਹੀਦਾ ਭਾਈ ਲੈ ਜਾਓ। ਉਹ ਬੁੱਧੀ ਦਾ ਖਜ਼ਾਨਾ ਤੇਰੇ ਕੋਲ ਹੈ। ਉਹ ਜਿਵੇਂ ਥੈਲੀ ਦਿੱਤੀ ਗੁਰੂ ਨਾਨਕ ਨੂੰ, ਫਿਰ ਲੇਖਾ ਬੋਲ ਨਾ ਸਮਝਾ, ਉਹ ਦੇ ਦਿੱਤੀ ਤੈਨੂੰ ਥੈਲੀ, ਵੱਡੀ ਜਾਂ ਨਾ ਮਰਜੀ, ਫਿਰ ਲੇਖਾ ਬੋਲ ਨਾ ਸਮਝਾ। ਜੈ ਜੰਪੈ ਸੁਧ ਸਿਧਾਣੀ। ਜੈ ਜੰਪੈ ਸੋਝੀ ਦੀ ਸਿਧਾਣੀ, ਸਮਝ ਸਿੱਧ ਸਮਝ, ਸੋਝੀ ਔਰ ਸਮਝ ਦੀ। ਸਮਝ ਲੋ ਖਾਨ ਰਾਣੀ ਹੈ। ਰਾਣੀ ਹੈ ਤਾਂ ਖਜ਼ਾਨਾ ਵੀ ਹੈ, ਖਾਨ ਵੀ ਹੈ। ਰਾਜਾ ਔਰ ਖਜ਼ਾਨਾ ਇਕੱਠੇ ਹੀ ਹੁੰਦੇ ਨੇ। ਖਜ਼ਾਨੇ ਕਰਕੇ ਰਾਜਾ, ਜੇ ਖਜ਼ਾਨਾ ਨੂੰ ਫਿਰ ਰਾਜਾ ਕਾਹਦਾ? ਜੇ ਖਜ਼ਾਨਾ ਨਹੀਂ ਫਿਰ ਰਾਜਾ ਕਾਹਦਾ? ਜਗ ਧਾਰੀ ਭਾਰੀ ਭਗਤਾਇੰ। ਜਗ ਧਾਰੀ ਭਾਰੀ ਭਗਤਾਇੰ। ਜਗ ਧਾਰੀ ਕੀ? ਦੇ ਧਾਰੀ, ਨਾਮ ਕੇ ਤਾਰੇ ਸਗਲੇ ਜੰਤ। ਜਗਧਾਰੀ ਨਹੀਂ ਤੇ ਜਗਧਾਰੀ कहता, ਉਹਦੇ ਨਾਮ ਤੇ ਧਾਰੇ ਸਗਲੇ ਜੰਤ। ਕਿਹੜੀ ਪੰਕਤੀ ਹੈ ਜਿਹੜੀ ਉਹਦੇ ਨਾਲ ਮੇਲ ਨਹੀਂ ਖਾਂਦੀ? ਪਰ ਮੇਰ ਜੇ ਆਦਿ ਸਮਝ ਨਹੀਂ, ਫੇਰ ਨਹੀਂ ਇਹ ਮੇਲ ਖਾਣੀ ਕਿਤੇ। ਫਿਰ ਹੋਰੇ ਕੁਝ ਬਣ ਜੂਗਾ, ਉਹ ਹੋਰੇ ਕੋ ਬਣਾ ਦੇਣਗੇ। ਜਗਧਾਰੀ कहता ਜੀ, ਜਗਧਾਰੀ ਭਾਰੀ ਭਗਤਾਇੰ। ਫਿਰ ਤਾਂ ਮੂਰਤੀ ਪੂਜਾ ਠੀਕ ਹੈ। ਇਹ ਜਗ ਸੱਚੇ ਕੀ ਹੈ? ਕੋਠੜੀ, ਕੋਠੜੀ ਨਾਲ ਜੁੜੀ ਹੋਈ ਹੈ, ਫਿਰ ਤਾਂ ਠੀਕ ਹੈ। ਫਿਰ ਤਾਂ ਦੇਵੀ ਉਹੀ ਹੈ ਜਿਹੜੀ ਉਹ ਕਹਿੰਦੇ ਨੇ। ਹਾਂ, ਉਹ ਸਰੀਰ ਧਾਰ ਨਹੀਂ ਛੱਡੂ। ਜਦ ਤੇਰੀ ਕੁੜੀ ਛੁੱਟੂਗੀ, ਜਦੋਂ ਛੁੱਟੂ ਸਰੀਰ, ਉਹਨਾਂ ਚ ਡਿਵੈਲਪਮੈਂਟ ਹੈ। ਜਿੰਨਾ ਚਿਰ ਉਹਨਾਂ ਚਿਰ ਤਾਂ ਰਹੂਗੇ ਸਰੀਰ। ਉਹਨਾਂ ਚਿਰ ਤਾਂ ਸਾਰੇ ਜਨਮ ਲੈਣੇ ਹੀ ਪੈਣਗੇ ਉੱਥੇ ਤੀ ਪਹੁੰਚਣ ਵਾਸਤੇ। ਸਾਰੇ ਰੂਪ ਨੇ ਪੇੜ ਦੇ ਜੰਮਣ ਤੋਂ ਲੈ ਕੇ ਫਲ ਤੱਕ ਦੇ, ਉਹ ਪੇੜ ਦੇ ਹੀ ਰੂਪ ਨੇ ਸਾਰੇ। ਰੋਜ਼ ਬਦਲਦਾ ਪੱਤਾ, ਰੋਜ਼ ਨਵਾਂ ਫੁੱਟਦਾ, ਕੋਈ ਝੜ ਜਾਂਦਾ, ਕੋਈ ਝੜਦੇ ਵੀ ਨੇ, ਨਵੇਂ ਫੁੱਟਦੇ ਵੀ ਨੇ। ਰੂਪ ਤਾਂ ਪੇੜ ਦੇ ਹੀ ਨੇ ਰੋਜ਼। ਜਗਧਾਰੀ ਭਾਰੀ ਭਗਤਾਇੰ। ਭਗਤ ਜਿਹੜੇ ਨੇ ਨਾ, ਉਹਨਾਂ ਤੇ ਤਾਂ ਭਾਰੀ, ਉਹ ਤਾਂ ਤੇਰੇ ਭੈ ਚ ਨੇ, ਉਹ ਤਾਂ ਤੇਰਾ ਡਰ ਮੰਨਦੇ ਨੇ।
ਉਹਨਾਂ ਦੇ ਹਿਰਦੇ ਤਾਂ ਤੇਰਾ ਵਜਨ ਹੈ, ਤੇਰਾ ਪੈ ਹੈ, ਉਹ ਤਾਂ ਤੇਰੇ ਭਾਰ ਥੱਲੇ ਨੇ, ਉਹ ਨਹੀਂ ਚੱਕਦੇ ਉੱਤੇ ਨੂੰ ਸਿਰ। ਹਾਂ, ਕਰ ਧਾਰੀ ਭਾਰੀ ਮੁਕਤਾਇੰ, ਕਰਤਾਰੀ ਹੱਥ ਵਿੱਚ, ਜਿਹਦੇ ਤੇ ਹੱਥ ਹੈ ਤੇਰਾ, ਕਰ ਧਾਰੀ ਬਖਸ਼ੇ ਜੋ ਹੱਥ ਭਰੇ ਮੇਰ ਭਰੇ ਹੱਥ, ਹਾਂ, ਜਿਹਦੇ ਤੇ ਹੁਕਮ ਹੱਥ ਹੈ, ਭਾਰੀ ਮੁਕਤਾਇੰ, ਉਹ ਜਿਹੜੇ ਮੁਕਤੇ ਨੇ ਨਾ, ਮੁਕਤ ਹੋਏ ਹੋਏ ਨੇ, ਉਹਨਾਂ ਤੋਂ ਅੱਗੇ ਉਹ, ਉਹਨਾਂ ਨੂੰ ਵੀ ਵਜਨਦਾਰ ਨੇ, ਉਹਨਾਂ ਕੋਲ ਨਾਮ ਹੈ। ਮੁਕਤੀ ਵਾਲੇ ਕੋ 2 ਪਦਾਰਥ, ਉਹਨਾਂ ਕੋਲ 4 ਪਦਾਰਥ, ਉਹ ਮੁਕਤਿਆਂ ਤੇ ਵੀ ਭਾਰੂ ਨੇ। ਹਾਂ, ਮੁਕਤ ਬਪਰੀ ਵੀ ਗਿਆਨੀ ਤਿਆਗਾਂ, ਭਾਰੀ ਮੁਕਤਾਇੰ, ਉਹ ਮੁਕਤਿਆਂ ਦੇ ਉੱਤੇ ਭਾਰੂ ਨੇ। ਉਹ ਜੇ ਤੇਰਾ ਮਿਹਰ ਭਰਿਆ ਹੱਥ ਹੈ, ਉਹ ਇੱਕ ਕੋ 4 ਪਦਾਰਥ ਨੇ, ਕੋ 2 ਪਦਾਰਥ ਨੇ, ਭਾਰੀ ਹੋਈ ਆ ਫਿਰ। ਫਿਰ ਉਹ ਵਜਨ, ਉਹਨਾਂ ਕੋ ਵਜਨ ਜ਼ਿਆਦਾ ਹੀ ਹੈ, ਵਜਨਦਾਰ ਹੈ ਉਹਨਾਂ ਦੀ ਗੱਲ। ਮੁਕਤੀ ਵਾਲੇ ਲੋਕ ਦੇਖੋ, ਮੁਕਤੀ ਵਾਲੇ ਲੋਕ, ਮੁਕਤੀ ਤਾਂ ਸਾਰੇ ਗੱਲ ਕਰਦੇ ਨੇ ਨਾ। ਅੰਤਰਾਤਮਾ ਦੀ ਆਵਾਜ਼ ਦੇਖੋ ਨਾ, ਜਿਹੜਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਸਤਿਗੁਰ ਮੁਕਤਾ ਹੈ, ਮੁਕਤਾ ਨੂੰ ਲੈ ਜਾਂਦਾ ਸਤਿਗੁਰ ਨੂੰ। ਸਤਿਗੁਰ ਤਾਂ ਖਾਲੀ ਕੋਈ ਨਹੀਂ, ਮੁਕਤਾ ਨਹੀਂ ਹੈ। ਅੰਤਰਾਤਮਾ ਦੀ ਆਵਾਜ਼ ਤਾਂ ਹੀ ਸਾਰਿਆਂ ਦੀ ਇੱਕ ਹੈ, ਰਲਦੀ ਹੈ, ਸ਼ੁਰੂ ਤੋਂ ਹੀ ਮੁਕਤਾ ਹੈ। ਨਾ ਆਵੇ ਉਹ ਵਿਨਾਸ਼ੀ ਪੁਰਖ ਹੈ, ਸਭ ਮੇ ਰਿਹਾ ਸੁਭਾਈ। ਫਿਰ ਉਹਨਾਂ ਤੇ ਭਾਰੂ ਹੈ। ਅੰਤਰਾਤਮਾ ਦੀ ਆਵਾਜ਼ ਡਿਵੈਲਪ ਹੋ ਰਹੀ ਹੈ, ਉਹ ਸਾਰੇ ਸਰੂਪ ਇਹਨੇ ਡਿਵੈਲਪਮੈਂਟ ਦੇ ਅੰਤਰਾਤਮਾ ਦੀ ਆਵਾਜ਼ ਦੇ ਹੀ। ਚਿੱਤ ਕੀ ਇੱਛਾ ਦੇ ਸਰੂਪ ਨੇ ਸਾਰੇ ਹੈ। ਮਨ ਕੀ ਇੱਛਾ ਤਾਂ ਹੋਰ ਹੈ ਨਾ, ਦੂਰੋਂ ਜਦੋਂ ਚੱਲ ਕੇ ਆਇਆ, ਚਿੱਤ ਕੀ ਇੱਛਾ ਅਨੁਸਾਰ ਚੱਲ ਕੇ ਆਇਆ। ਇੱਥੇ ਆ ਕੇ ਮਨ ਦੀ ਇੱਛਾ ਭਾਰੂ ਪੈ ਗਈ, ਮਨੁੱਖਾ ਜਨਮ ਚ ਆ ਕੇ। ਹੋਰ ਨਹੀਂ ਕਦੇ ਮਨ ਕੀ ਇੱਛਾ ਭਾਰੂ ਪਈ, ਇਹ ਤਾਂ ਕਿਸੇ ਜੂਨ ਚ ਨਹੀਂ ਪੈਂਦੀ, ਇੱਕੋ ਇੱਛਾ, 2 ਨਹੀਂ ਹਨ ਉੱਥੇ। ਉਹ ਤਾਂ ਇੰਨਾ ਗਿਆ ਢਿੱਡ ਭਰਨਾ ਤਾਂ ਜਾਨਵਰ ਭਰ ਕੇ ਆਪਣੇ ਪੈ ਜਾਂਦੇ ਨੇ, ਕੱਲ ਨੂੰ ਫੇਰ ਖਾ ਲਾਂਗੇ। ਸੁੰਦਰ ਗੋਫਨੀਆਂ ਗੁਰਜਾਣੀ, ਸੁੰਦਰ ਗੋਫਨੀਆਂ ਗੁਰਜਾਣੀ, ਜਿਹੜੇ ਸੁੰਦਰ ਨੇ ਨਾ, ਸੁੰਦਰ ਗੁਫਤਗੂ ਜਿਹਨਾਂ ਦੀ ਸੁੰਦਰ ਹੈ ਨਾ, ਜਿਹੜੇ ਗਿਆਨ ਦੀਆਂ ਗੱਲਾਂ ਕਰਨ ਵਾਲੇ ਨੇ। ਸੁੰਦਰ ਗੋਫਨੀਆਂ ਗੁਰਜਾਣੀ, ਉਹ ਅਬ ਕੀ ਸੁੰਦਰ ਸਰੂਪ ਸੁਲੱਖਣੀ, ਜਿਹੜੇ ਸੁੰਦਰ ਨੇ, ਜਿਹਨਾਂ ਦਾ ਵਿਗੜਿਆ ਸਰੂਪ ਨਹੀਂ ਹੋਇਆ, ਜਿਨ੍ਹਾਂ ਦੇ ਉੱਤੇ ਹੰਕਾਰ ਦਾ ਅਸਲ, ਹੰਕਾਰ ਵਿਗਾੜ ਦਿੰਦਾ ਨਾ, ਜਿਨ੍ਹਾਂ ਦੇ ਗੁਣ ਗਲੇ ਨਹੀਂ, ਹਰ ਵਿਸਰ ਤੇਰੇ ਗੁਣ, ਜਿਨ੍ਹਾਂ ਨੂੰ ਹਰ ਵਿਸਰਿਆ ਨਹੀਂ। ਸੁੰਦਰ ਗੋਫਨੀਆਂ, ਉਹਨਾਂ ਦੀ ਗੁਫ਼ਤਗੂ, ਉਹਨਾਂ ਦੀ ਗੁਫ਼ਤਗੂ ਤਾਂ ਸੁੰਦਰ ਹੈ। ਉਹ ਗੋਫਣੀਆਂ ਹੁੰਦਾ, ਜਿਹੜਾ ਗੋਪੀਆ ਹੁੰਦਾ ਨਾ, ਉਹ ਦੂਰੋਂ ਚਲਾਉਂਦੇ ਆ। ਉਹ ਗਿਆਨ ਦੇ ਗੋਲੇ ਤਾਂ ਹੈ ਨਹੀਂ, ਗੋਪੀ ਵਾਲੀਆਂ ਗੱਲਾਂ ਤਾਂ ਹੁੰਦੀਆਂ ਨੇ ਉਹਨਾਂ ਕੋਲ। ਗੁਫ਼ਤਗੂ ਉਸ ਨੂੰ ਕਹਿੰਦੇ ਨੇ, ਗੋਫਣੀਆਂ ਨੂੰ। ਗੁਰਜਾਣੀ, ਉਹਨਾਂ ਨੇ ਤੈਨੂੰ ਗਿਆਨ ਸਰੂਪ ਜਾਣੇ, ਉਹ ਤੈਨੂੰ ਗਿਆਨ ਸਰੂਪ ਮੰਨਦੇ ਨੇ। ਉਹ ਨਹੀਂ ਮੰਨਦੇ ਤੈਨੂੰ, ਆਹ ਮੂਰਤੀ ਨਹੀਂ ਮੰਨਦੇ ਤੈਨੂੰ। ਉਹ ਮੂਰਤੀ ਪੂਜਕ ਨਹੀਂ ਹੈਗੇ, ਉਹ ਮੂਰਤੀ ਨਹੀਂ ਮੰਨਦੇ। ਉਹ ਤੈਨੂੰ ਗਿਆਨ ਸਰੂਪ, ਜੋਤ ਸਰੂਪ ਮੰਨਦੇ ਨੇ, ਉਹ ਨਹੀਂ ਮੰਨਦੇ ਹੈ ਮੂਰਤੀ ਤੇਰੀ। ਉਹ ਜਿਹੜੇ ਕਰੂਪ ਕੁਜਾਤ ਕੁਲਖਣੀ ਹੈ, ਉਹ ਜੋ ਬੰਦੇ ਪਈ ਮੰਦਰ ਹੈ। ਆਪਾਂ ਤਾਂ ਆਪਣੀ ਗੱਲ ਕਰਤੀ ਇਹਨਾਂ ਨੇ, ਉਹਨਾਂ ਦੀ ਨਹੀਂ ਕੀਤੀ। ਤੇ ਬਰਨੀ ਹਰਨੀ ਪਾਮਾਣੀ, ਉਹਨਾਂ ਦੀ ਜਿਹੜੀ ਬੁੱਧੀ ਹੈ ਗੋਪੜੀਆਂ ਦੀ, ਉਹਨੂੰ ਵਰਦਾਨ ਮਿਲਣਾ। ਤੇ ਬਰਨੀ, ਇਹਨਾਂ ਨੂੰ ਇਹ ਵਰ ਮਿਲੂਗਾ, ਹੋਰ ਕਿਹਨੂੰ ਮਿਲੂਗਾ? ਹਰਨੀ ਪਾਮਾਣੀ, ਉਹਨਾਂ ਦੀ ਜਨਮ ਮਰਨ ਕੱਟਿਆ ਜਾਊਗਾ। ਜਿਹੜੇ ਤੈਨੂੰ ਗਿਆਨ ਰੂਪ ਸਮਝਣਗੇ, ਦੂਆਂ ਦਾ ਨਹੀਂ ਕੱਟ ਹੋਣਾ। ਉਹ ਆਹੋ ਜਨਮ ਮਰਨ, ਜਿਹੜਾ ਜਨਮ ਦਾ ਗੇੜ ਕੱਟਿਆ ਜਾਊਗਾ ਉਹਨਾਂ ਦਾ। ਔਖਾ ਵੀ ਔਖਾ ਵੀ ਨਹੀਂ ਹੈ, ਇਹ ਅੰਦਾਜ਼ੇ ਨਾਲ ਗੱਡੀ ਚੱਲਦੀ ਹੈ। ਇਹ ਭਿੰਬਰੀਆ ਜਛਨ ਸਰਬਾਣੀ,
ਪਿੰਬਰੀਆ ਭਰਮ ਪੈਦਾ ਕਰਨ ਵਾਲੀ, ਭੈ ਪੈਦਾ ਕਰਨ ਵਾਲੀ, ਦੂਏ ਨੂੰ ਭੈ ਪੈਦਾ ਕਰ ਦੇਣਾ। ਜਛੰਗ ਸਰਬਾਣੀ, ਜੱਛੰਗ ਜਿਹੜੇ ਨੇ ਉਹ ਵੀ ਤੇਰੀ ਭੈ ਚ ਨੇ। ਜੱਛ ਜਿਹੜੇ ਆ ਰਾਗੀ ਨੇ ਨਾ, ਕਿੰਨਰ ਗੰਧਰਵ ਜੱਛ ਜੱਛ ਨੱਚਣ ਵਾਲੇ ਨੂੰ ਕਹਿੰਦੇ ਨੇ। ਜੱਛ ਵੀ ਤਾਂ ਉਹ ਨਿਰਤ ਨੂੰ ਬਹੁਤ ਮੰਨਦੇ ਨੇ ਵੀ ਇਹ ਭਗਤੀ ਹੈ, ਉਹ ਵੀ ਭਗਤੀ ਮੰਨਦੇ ਨੇ। ਹਾਂ, ਉਹ ਵੀ ਤੇਰੇ ਭੈ ਚ ਨੇ। ਗੰਧਰਵੀ ਸਿੱਧੰ ਚਾਰਾਣੀ, ਜਿਹੜੇ ਗੰਧਰਵ ਨੇ ਉਹਨਾਂ ਨੂੰ ਵੀ ਸੋਝੀ ਤੂੰ ਦਿੰਦੀ ਹੈ। ਸਿੱਧੰ ਚਾਰਾਣੀ, ਚਾਰਾਣੀ ਇਹ ਤਾਂ ਹੋਰੇ ਕੁਛ ਕਹਿੰਦਾ ਚਾਰਾਣੀ ਨੂੰ, ਉਹਨਾਂ ਨੂੰ ਵੀ ਗਾਹਾਂ ਚਾਰਾ ਤੂੰ ਹੀ ਦਿੰਦੀ ਹੈ ਖੁਰਾਕ, ਹੋਰ ਗਾਹਾਂ ਤੇ ਗਾਹਾਂ। ਉਹਨਾਂ ਦੀ ਬੁੱਧੀ ਨੂੰ ਜਿਹੜੇ ਪੱਠੇ ਨੇ ਉਹ ਵੀ ਤੇਰੇ ਕੋਲੋਂ ਵੀ ਮਿਲਦੇ। ਉਹ ਗਾਹਾਂ ਦਾ ਗਿਆਨ ਨਹੀਂ ਮਿਲਣਾ। ਜਿਹੜਾ ਗਾਹਾਂ ਦਾ ਗਿਆਨ ਹੈ ਬੁੱਧੀ ਦਾ ਚਾਰਾ ਹੀ ਹੈ। ਉਹ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਨਹੀਂ ਹੁੰਦਾ। ਉਹ ਤੇਤੋਂ ਹੀ ਮਿਲਦੀ ਹੈ ਸੋਝੀ ਸਾਰਿਆਂ ਨੂੰ, ਜੋ ਵੀ ਮਿਲਦੀ ਹੈ। ਕਹਿਣ ਦਾ ਮਤਲਬ ਇਹ ਹੈ, ਚਾਹੇ ਕੋਈ ਨਿਰਤਕਾਰੀ ਹੈ, ਚਾਹੇ ਕੋਈ ਗਾਉਣ ਵਾਲਾ ਹੈ, ਸੋਝੀ ਤੇਤੋਂ ਹੀ ਮਿਲਦੀ ਹੈ ਗਾਹਾਂ ਦੀ ਗਾਹਾਂ। ਅਕਲੰਕ ਸਰੂਪੰ ਨਿਰਮਲਿਯੰ, ਕਲੰਕ ਰਹਿਤ ਸਰੂਪ ਹੈ ਤੇਰਾ। ਅਕਲੰਕ ਸਰੂਪ ਨਿਰਮਲਿਯੰ, ਨਿਰਮਲੀ ਮੈਲ ਕੋਈ ਨਹੀਂ ਹੈ ਅੰਦਰ, ਕੋਈ ਮੈਲ ਨਹੀਂ। ਜੋ ਮੰਗਾ ਠਾਕੁਰ ਆਪਣੇ ਤਾਂ ਸੋਈ ਸੋਈ ਦੇਵੇ। ਇਹ ਠੁਕਰਾਣੀ ਹੈ ਜਾਣੀ, ਉਹ ਠਾਕੁਰ ਹੈ, ਇੱਕੋ ਹੀ ਗੱਲ ਹੈ। ਕਣ ਮੱਦੇ ਮਾਨੋ ਚੰਚਲਿਯੰ, ਘਰ ਮੱਦੇ ਕਣ ਮੱਦੇ ਮਾਨੋ ਚੰਚਲਿਯੰ, ਕਣ ਮੱਦੇ ਐ ਸਮਝ ਲਓ ਜਿਵੇਂ ਬੱਦਲਾਂ ਦੇ ਵਿੱਚ ਬਿਜਲੀ ਚਮਕਦੀ ਹੈ ਨਾ, ਆਹ ਰੂਪ ਹੈ ਤੇਰਾ। ਚਮਕੇ ਆ ਅੰਦਰੋਂ ਜਾਂ ਗਿਆਨ ਆਉਣਾ, ਚਮਕੇ ਆਉਣੀ ਹੈ। ਉਹ ਜਿਹੜਾ ਨਾ ਉਹ ਆਇਆ ਹੋਇਆ ਉਹਦੇ 'ਚ ਬਈ ਜਿਹੜਾ ਇਹਦੇ ਵਿੱਚ ਅੰਦਰ ਉਹ ਸ਼ਬਦ ਹੈ ਇੱਕ ਵੀ ਅੰਦਰ ਜਿਹੜੇ ਨੇ ਨਾ, ਉਹ ਜਿਵੇਂ ਰਾਤ ਜਾਂ ਟੁੱਟਦੀ ਹੈ, ਜਿਵੇਂ ਅੰਦਰੋਂ ਜਾਗੇ ਸੰਤ ਜਨੋ ਮੇਰੇ ਰਾਮ ਪਿਆਰੇ, ਤੇਰੇ ਰਾਮ ਪਿਆਰੇ, ਰਾਮ ਪਿਆਰੇ। ਪਿੰਨੀ ਰੈਣੜੀ, ਪਿੰਨੀ ਰੈਣੜੀ ਚਮਕਣ ਤਾਰੇ, ਪਿੰਨੀ ਰੈਣੜੀ ਚਮਕਣ ਤਾਰੇ। ਜਿਵੇਂ ਤਾਰੇ ਜੇ ਚਮਕਦੇ ਨੇ ਨਾ, ਉਨੀ ਹੀ ਹਨੇਰਾ ਦੂਰ ਹੁੰਦਾ। ਐ ਬਿਜਲੀ ਕਦੇ ਇੱਥੇ ਚਮਕੀ, ਉੱਥੇ ਚਮਕੀ, ਉੱਥੇ ਚਮਕੀ। ਉਹ ਬੱਦਲ 'ਚ ਜਿਹੜਾ ਚਾਨਣ ਹੁੰਦਾ ਨਾ, ਉਹ ਜਗ੍ਹਾ 'ਚ ਚਾਨਣ ਹੋ ਜਾਂਦਾ ਜਿੱਥੇ ਚਮਕਦੀ ਹੈ। ਬਾਕੀ ਅੜਦਾ ਉਹ ਪੁਆਇੰਟ ਦਾ ਚਾਨਣ ਹੋ ਜਾਂਦਾ ਜਿੱਥੇ ਸਾਨੂੰ ਸਾਡਾ ਜਿਹੜਾ ਸਾਡਾ ਕੇਂਦਰ ਹੁੰਦਾ ਵੀ ਆਹ ਕੀ ਹੈ, ਆਹ ਚੀਜ਼ ਕੀ ਹੈ, ਜਿੱਥੇ ਸਾਡੀ ਵਿਚਾਰ ਦਾ ਕੇਂਦਰ ਬਣ ਜਾਵੇ ਨਾ ਬੁੱਧੀ ਦਾ। ਉੱਥੇ ਜਦੋਂ ਸਾਨੂੰ ਚਾਨਣ ਪੈ ਸਮਝ ਆ ਜਾਂਦੀ ਹੈ ਨਾ, ਉਹ ਐਂ ਹੈ ਜਿਵੇਂ ਬੱਦਲਾਂ 'ਚ ਚਾਨਣ ਹੋ ਗਿਆ। ਕਣ ਮੱਦੇ ਹਾਂ, ਮਾਨੋ ਚੰਚਲਿਯੰ, ਜਿਵੇਂ ਹਨੇਰਾ ਹੋਵੇ, ਜਦ ਬੱਦਲ ਹੁੰਦੇ ਹਨੇਰਾ ਹੁੰਦਾ ਹੈ, ਹਨੇਰੇ 'ਚ ਉੱਥੇ ਰੋਸ਼ਨੀ ਹੋ ਜਾਂਦੀ ਹੈ। ਪਿੰਡੀ ਰੈਣੜੀ ਹੈ ਚਮਕਣ ਤਾਰੇ, ਜਿੱਥੇ ਤਾਰਾ ਚਮਕਦਾ ਉੱਥੇ ਹਨੇਰਾ ਨਹੀਂ ਹੁੰਦਾ। ਅਸਪਾਣ ਮਾਨੰ ਲੋਕਾਯੰ, ਅਸਪਾਣ ਸਾਰਿਆਂ ਦੀ ਬੁੱਧੀ ਨੂੰ ਪਾਣ ਜਾਣ ਵਾਲੀ ਹੈ। ਪਾਣ ਚਾਹੇ ਲੋਹਾ 'ਚ ਕਿੰਨਾ ਹੀ ਹੋਵੇ, ਪਾਣ ਦਿੱਤੇ ਤੇ ਗੱਲ ਹੋਰ ਬਣ ਜਾਂਦੀ ਹੈ। ਜਿਹੜਾ ਬੁੱਧੀ ਜਿਹੜੀ ਉਹਨੂੰ ਪਾਣ ਚੜ੍ਹ ਦਿੰਦੀ ਹੈ ਤੂੰ, ਹੋਰ ਪਾਣੇ ਚੜ੍ਹਦੀ ਹੈ ਗੁਰਮਤਿ, ਹੋਰ ਕੀ ਚੜ੍ਹਦਾ। ਅਸਪਾਣ ਮਾਨੰ ਲੋਕਾਯੰ, ਲੋਕ ਸਾਰੇ ਮੰਨਦੇ ਨੇ, ਸਾਰੇ ਮੰਨਦੇ ਨੇ ਲੋਕ ਤਾਂ, ਉਹ ਸਾਰੇ ਮੰਨਦੇ ਨੇ ਵੀ ਪਾਣ ਚੜ੍ਹਦੀ ਹੈ ਸੱਚ ਦੀ। ਸਾਰੇ ਹੀ ਮੰਨਦੇ ਨੇ, ਸਾਰੇ ਧਰਮ ਵਾਲੇ ਮੰਨਦੇ ਨੇ। ਉਹ ਜਿਹੜੇ ਗ੍ਰੰਥ ਇਹਨਾਂ ਨੇ ਪੜ੍ਹੇ ਨੇ ਉੱਥੇ ਮੰਨੇ ਹੋਏ ਨੇ, ਜਿਹੜੇ ਜਿਨ੍ਹਾਂ ਨੇ ਸ਼ਬਦ ਸ਼ਾਸਤਰ ਲਿਖੇ ਨੇ, ਸਾਰੇ ਹੀ ਮੰਨਦੇ ਨੇ। ਗੱਲ ਉਹਨਾਂ ਦੀ ਕਰ ਰਹੇ ਨੇ, ਆਮ ਪਬਲਿਕ ਨੂੰ ਕੀ ਪਤਾ ਹੈ ਵੀ ਧਰਮ ਕੀ ਹੁੰਦਾ। ਹੁਣ ਉਹਨਾਂ ਨੂੰ ਇਹ ਚੀਜ਼ਾਂ ਨੂੰ ਪੜ੍ਹਦੇ ਨੇ ਲੋਕ। ਮਹਾਤਮਾ ਬੁੱਧ ਵੀ ਤਾਂ ਬੁੱਧੀ ਦੀ ਉਹ ਗੱਲ ਕਰਦਾ ਹੈ। ਬੌਧ ਅਵਤਾਰ ਕਹਿੰਦੇ ਨੇ, ਬੁੱਧੀ ਨੇ ਅਵਤਾਰ ਲੈਣਾ। ਇੱਥੇ ਵੀ ਉਹੀ ਬੁੱਧੀ ਦੀ ਗੱਲ ਚੱਲਦੀ ਹੈ। ਸੁਖ ਕਰਨੀ ਹਰਨੀ ਸ਼ੋਕਾਯੰ, ਸੁੱਖ ਕਰਨ ਵਾਲੀ ਹੈ। ਸ਼ੋਕ ਜਿਹੜੇ ਨੇ ਅੰਦਰ ਚਿੰਤਾਵਾਂ ਨੇ, ਉਹਨਾਂ ਦਾ ਹਰਨ ਕਰਨ ਵਾਲੀ ਹੈ। ਚਿੰਤਾ ਹਰੀਆਂ ਗਈਆਂ, ਸ਼ੋਕ ਹੁੰਦੇ ਨੇ, ਸ਼ੋਕ ਸਮਾਚਾਰ।
ਬੁਰੀਆਂ ਖਬਰਾਂ ਆਉਂਦੀਆਂ ਨੇ ਜਿਹੜੀਆਂ, ਉਹਨਾਂ ਦਾ ਕੋਈ ਅਸਰ ਨਹੀਂ। ਦੁਸ਼ਟ ਹੰਤੀ ਸੰਤਨ ਉਧਾਰੀ, ਦੁਸ਼ਟਾਂ ਦੀ ਹੱਤਿਆ ਕਰਨ ਵਾਲੀ ਹੈ, ਸੰਤਾਂ ਦਾ ਉਧਾਰ ਕਰਨ ਵਾਲੀ ਹੈ। ਅਨਛੇਦਾ ਭੇਦਾ ਕਉ ਮਾਰੀ, ਅਨਛੇਦਾਂ ਤੈਨੂੰ ਕੋਈ ਨਹੀਂ, ਤੇਰੇ ਤੇ ਕੋਈ ਨਹੀਂ ਜ਼ਖਮ ਕਰ ਸਕਦਾ, ਕੋਈ ਤੀਰ ਤੇਰੇ ਤੇ ਕੋਈ ਤੀਰ ਤਰਕ ਨਹੀਂ ਕੰਮ ਕਰਦਾ ਕਿਸੇ ਦਾ। ਕਉ ਮਾਰੀ, ਹੰਕਾਰ ਨੂੰ ਤੂੰ ਮਾਰ ਦਿੰਦੀ ਹੈ। ਹੰਕਾਰ ਜਿੰਨੇ ਤੀਰ ਮਾਰਦਾ ਤੇਰੇ ਕੁਝ ਨਹੀਂ ਹੁੰਦਾ, ਤੇਰੇ ਨਹੀਂ ਜੁਬਦੇ ਹੋ, ਉਹਦੇ ਤਰਕ ਨਹੀਂ ਜੁਬਦੇ, ਤੇਰੇ ਤੇ ਕੰਮ ਨਹੀਂ ਕਰਦੇ ਉਹਦੇ ਕੋਲ। ਤੇਰੇ ਕੋਲ ਕਬਜ਼ੇ ਹੋ ਰਹੇ, ਸੰਤੋਖ ਦੀ ਕਬਜ਼ ਹੈ, ਉਹਨੂੰ ਕੋਈ ਭੇਜ ਨਹੀਂ ਸਕਦਾ ਤੀਰ। ਹਾਂ, ਉਹ ਸੱਤ ਸੰਤੋਖ ਲੋਹੇ ਦੀ ਜਿਹਦੀ ਕਬਜ਼, ਲੋਹੇ ਦੀ ਕਬਜ਼ ਤਾਂ ਹੀ ਬਣਾਈ ਸੀ ਨਾ ਸਰੀਰ ਵਾਸਤੇ, ਉਹ ਸਰਵਲੋਹ ਕਿਹਾ ਹੋਇਆ ਉਹਨੂੰ। ਹਾਂ, ਆਨੰਦੀ ਗਿਰਜਾ ਕਉ ਮਾਰੀ, ਆਨੰਦੀ ਹੈ ਗਿਰਜਾ, ਉਹ ਗਿਰਜਾ ਹੈ, ਹੋਰ ਕਹਿੰਦੇ ਨੇ ਜਿਹੜਾ ਪਹਾੜ ਤੇ ਚੜਿਆ ਹੋਵੇ ਨਾ, ਗਿਰ ਕਹਿੰਦੇ ਨੇ ਪਹਾੜ ਨੂੰ। ਜਲ ਕੀ ਮਛਲੀ ਚੜੇ ਖਜੂਰ, ਜਿਹੜਾ ਬਹੁਤ ਪਹਾੜ ਦੀ ਟੀਸੀ ਤੇ ਬੈਠਾ ਹੋਵੇ ਨਾ, ਬੜਾ ਬਣਿਆ, ਉਹਨੂੰ ਥੱਲੇ ਮਾਰਦੀ ਚੱਕ ਕੇ। ਇਹ ਕਹਿੰਦੇ ਪਹਾੜ ਤੇ ਰਹਿਣ ਵਾਲੀ ਹੈ। ਉਹਨੇ ਕੀ ਕਰਨਾ, ਪਹਾੜ ਤੇ ਰਹਿ ਕੇ ਨਿਵੇਂ ਸੌ ਗੌਰਾ ਹੋਇਆ ਥੱਲੇ, ਉਹ ਪਹਾੜ ਤੇ ਬੈਠਾ, ਉਹ ਥੱਲੇ, ਉਹ ਤਾਂ ਉਹਨਾਂ ਦੇ ਪੈਰ ਤੋਂ ਹੁੰਦਾ। ਉਹ ਆਹੋ, ਆਪ ਜਿਹਨਾਂ ਨੂੰ ਸਿੱਖਿਆ ਜਾ ਉਹਨਾਂ ਦੇ ਤਾਂ ਪੈਰ ਤੋਂ ਹੁੰਦਾ। ਆਨੰਦੀ ਗਿਰਜਾ ਕਉ ਮਾਰੀ, ਹਾਂ, ਹੰਕਾਰ ਤੇ ਪ੍ਰਹਾਰ ਕਰਦੀ ਹੈ। ਜਿਹੜੇ ਪਹਾੜ ਜਿੱਡੇ ਨਹੀਂ ਹੁੰਦਾ, ਉੱਥੇ ਆਉਂਦਾ ਨਹੀਂ। ਦਾਰੁਲ ਦੀਰ ਦਿੱਗਜ ਸੇ, ਬੜੇ ਬੜੇ ਦਿੱਗਜ ਨੇ, ਪਹਾੜਾਂ ਵਰਗੇ ਨੇ। ਉਹ ਕਹੀ ਰਿਹਾ, ਸਵਾਸਣ ਸਾਤ ਪਹਾੜ ਅੜਾਊ ਧੂਮਰ ਨੈਣ, ਕਹਿੰਦਾ ਜੇ ਮੈਂ ਸਾਹ ਲੈਣਾ ਪਹਾੜ ਅੜਾ ਦੂਗਾ ਜਾਂ ਲੜ ਚੱਲੇ। ਹੁਣ ਉਹ ਪਹਾੜ ਤਾਂ ਸਾਹ ਨਾਲ ਆਉਂਦਾ, ਆਪ ਕਿੱਥੇ ਹੈ, ਆਪ ਕੀ ਹੈ? ਉਹ ਜਿਹਾ ਦੀ ਗੱਲ ਕੀਤੀ ਹੋਈ ਆ। ਅਨਛੇਦਾ ਭੇਦਾ ਉਧਾਰੀ, ਅਨਛੇਦਾ ਤੈਨੂੰ ਕੋਈ ਵੀ ਛੇਦ ਨਹੀਂ ਕਰ ਸਕਿਆ ਜਿੱਥੇ। ਭੇਦਾ ਉਧਾਰੀ, ਪਰਮ ਭੇਦ ਨੂੰ ਦੂਰ ਕਰਨ ਵਾਲੀ ਹੈ। ਅਨਗੰਜ, ਜਿਹੜਾ ਭੇਦਾ ਹੈ ਨਾ, ਆਪੇ ਮਤਲਬ ਹੈ ਪਰਮ ਭੇਦ ਤੋਂ ਰਹਿਤ ਹੈ, ਉਹਦਾ ਉਧਾਰ ਕਰਨ, ਯਾਨੀ ਭੇਦ ਖਤਮ ਕਰਕੇ ਉਧਾਰ ਕਰ ਦਿੰਦੀ ਹੈ। ਜੇ ਕਿਸੇ ਦੇ ਅੰਦਰ ਭੇਦ ਹੈ ਨਾ, ਭਰਮ ਔਰ ਭੇਦ ਹੈ, ਉਹਦਾ ਖਤਮ ਕਰਕੇ ਉਹਦਾ ਉਧਾਰ ਹੁੰਦਾ ਹੈ। ਫਿਰ ਅਨਗੰਜ ਅਭੰਜਾ ਖੰਕਾਲੀ, ਖੰਕਾਲੀ ਹੁੰਦਾ ਕਾਲ ਦਾ ਖੈ ਕਰ ਦੇਣਾ। ਜਿਹੜੀ ਕਲਪਨਾ ਹੀ ਕਾਲ ਹੈ ਸਾਡਾ, ਕਲਪਨਾ ਦਾ ਹੀ ਨਾਸ਼ ਕਰ ਦਿੰਦੀ ਹੈ ਤੂੰ ਅੰਦਰ। ਅਨਗੰਜ ਅਭੰਜਾ ਖੰਕਾਲੀ, ਜਾਂ ਕਲਪਨਾ ਜਾਂ ਨਾਮ ਦਾ ਵਿਰੋਧ ਕਰਦਾ ਨਾ, ਜਿਹੜਾ ਹੋਵੇ ਨਾਮਾਂ ਨਾਲ ਵਿਰੋਧ ਹੈ, ਉਹ ਵਿਰੋਧ ਕਰਦਾ। ਕੋਈ ਨਾਮ ਮੈਂ ਲੈਣਾ ਨਹੀਂ, ਜਾਂ ਨਾਮ ਆਉਂਦਾ ਫੇਰ ਨਹੀਂ ਵਿਰੋਧ ਕਰ ਸਕਦਾ। ਉਹ ਕੰਨਾਂ ਤੋਂ ਸੁਣਨ ਵਾਲੇ ਸੱਚ ਦਾ ਹੀ ਵਿਰੋਧ ਕਰ ਸਕਦਾ ਹੈ, ਇਹਦਾ ਨਹੀਂ ਵਿਰੋਧ ਕਰ ਸਕਦਾ। ਜਿਹੜੀ ਜਦ ਕੰਨਾਂ ਨਾਲ ਸੁਣਦਾ ਨਾ, ਉਦੋਂ ਤੱਕੇ ਵਿਰੋਧ ਹੈ। ਉਸ ਨਾਮ ਦਾ ਵਿਰੋਧ ਹੈ ਜਿਹੜਾ ਗਿਆਨ ਹੈ ਨਾਮ, ਇਸ ਨਾਮ ਦਾ ਵਿਰੋਧ ਨਹੀਂ ਹੈ। ਇਹਦੇ ਤੀਰਾਂ ਦਾ ਵਿਰੋਧ ਨਹੀਂ ਕੋਈ ਕਰ ਸਕਦਾ। ਇਹਦਾ ਹੁਣ ਵਿਰੋਧ ਕਰ ਦੂਗਾ। ਹਾਂ, ਉਹ ਗਿਆਨ ਜਿਹੜਾ ਅਸੀਂ ਮੂੰਹ ਨਾਲ ਬੋਲਦੇ ਹਾਂ, ਇਹਦਾ ਵਿਰੋਧ ਕਰ ਸਕਦਾ, ਕਿਉਂਕਿ ਇਹ ਉਹ ਨਹੀਂ ਨਾ ਨਾਮ ਹੈ। ਇਹਦਾ ਮੂੰਹ ਕਾ ਕਿਆ ਭਾਵ ਹੈ, ਇਹਦੇ ਤਾਂ ਅਰਥ ਵੀ ਹੋਰ ਕੱਢ ਲੂਗਾ, ਬਦਲ ਲੂ। ਉਹਦਾ ਅਰਥ ਇੱਕੋ ਹੀ ਹੈ, ਉਹਦਾ ਨਹੀਂ ਕੋਈ ਅਰਥ ਹੁੰਦਾ। ਮ੍ਰਿਗ ਨੈਣੀ ਰੂਪੰ ਉਜਾਲੀ, ਮ੍ਰਿਗ ਨੈਣੀ ਹੈ, ਰੂਪੰ ਉਜਾਲੀ, ਰੂਪ ਉਜਾਲਾ, ਉਜਲਾ ਰੂਪ ਹੈ ਤੇਰਾ। ਕਾਲਖਨੀ ਨਾ ਕਿਤੇ ਹੈ। ਰਕਤਾਂਗੀ ਰੁਦਰਾ ਪਿੰਗਾਛੀ, ਜੇ ਰਕਤਾਂਗੀ ਹੈ ਦੇਹ ਦੇ ਵਿੱਚ, ਦੇਖੋ ਨਾ ਦੇਹ 'ਚ ਵੀ ਹੈ ਰਕਤਾਂਗੀ ਹੈ, ਰਕਤ ਵਾਲਾ ਅੰਗ ਹੈ, ਨਾਲ ਸਰੀਰ ਵੀ ਹੈ। ਰੁਦਰਾ ਪਿੰਗਾਛੀ, ਰੁਦਰਾ
ਰੁਦਰ ਦਾ ਅਵਤਾਰ ਨਹੀਂ ਸੀ ਪਿੱਛੇ। ਰੁਦਰਾ ਆ ਜਿਹੜੇ ਫੇਰ ਵੀ ਤੂੰ ਆ ਜਿਹੜੇ ਨੇ ਨਾ ਦੂਜਾ ਮੱਤਾਂ ਨੂੰ ਕੱਛ ਦੀਆਂ ਘੜਨ ਵਾਲੀ ਹੁੰਦੀ ਹੈ, ਫਿਰ ਦੂਆਂ ਨੂੰ ਘੜ ਦਿੰਦੀ ਹੈ। ਕੱਛ ਘੜਨਾ ਹੁੰਦਾ ਉਹਨਾਂ ਦੀਆਂ ਕਮੀਆਂ ਨੂੰ, ਉਹਨਾਂ ਦੀਆਂ ਕਮੀਆਂ ਨੂੰ ਪਿੰਗਲੇਪਣ ਨੂੰ ਦੂਰ ਕਰਨਾ। ਉਹ ਨਹੀਂ ਪਿੰਗਲਾ ਸਿੱਧਾ ਨਹੀਂ ਨਾ ਚੱਲ ਸਕਦਾ, ਸਿੱਧੀ ਚਲਾ ਦਿੰਦੀ। ਉਹ ਇਹਨੂੰ ਝੁੱਕ ਕੇ ਚੱਲਦਾ, ਕਦੇ ਇਹਨੂੰ ਝੁੱਕ ਕੇ ਚੱਲਦਾ, ਸਿੱਧਾ ਨਹੀਂ ਚੱਲ ਸਕਦਾ। ਸਿੱਧਾ ਕਰਨਾ ਉਹਨੂੰ, ਸਿੱਧਾ ਚੱਲਣ ਲਾਉਣਾ। ਕਟੀ ਕਛੀ ਸਵੱਛੀ ਹੁਲਾਸੀ। ਕਟੀ ਕੱਟਣ ਵਾਲੀ ਹੈ, ਕਛੀ ਕੱਛਣ ਵਾਲੀ ਹੈ, ਸਵੱਛੀ ਹੁਲਾਸੀ। ਇਹ ਘਾੜਤ ਤਿੱਥੇ ਘਾੜਤ ਘੜੀਏ ਬਹੁਤ ਅਨੂਪ ਉਹ ਹੈ। ਕੱਟਦੇ ਆ ਜਦ ਕੱਛਦੀ ਹੈ ਉਹਨੂੰ ਬਿਲਕੁਲ ਸ਼ੁੱਧ ਸਰੂਪ ਬਣਾ ਦਿੰਦੀ, ਸਵੱਛੀ ਸਵੱਛ ਬਣਾ ਦੇਣੀ ਹੈ, ਮੈਲੇ ਲਾਉਣੀ ਹੈ। ਹੁਲਾਸੀ ਹੁਲਾਸੀ ਫੇਰ ਤਾਂ ਉਹ ਖੁਸ਼ ਹੋ ਜਾਂਦਾ, ਹੁਲਾਸ ਹੁੰਦਾ ਉਹਨੂੰ। ਨਾਨਕ ਭਗਤਾ ਸਦਾ ਵਿਗਾਸ ਨੂੰ ਹੁਲਾਸ ਲਿਖਿਆ ਹੋਇਆ। ਉਹ ਹੁਲਾਸ ਔਰ ਵਿਗਾਸ ਇੱਕੋ ਹੀ ਗੱਲ ਹੈ। ਖੁਸ਼ੀ ਹੋਈ ਹੈ, ਇਹ ਵੀ ਖੁਸ਼ੀ ਹੋਈ ਹੈ, ਖੇੜਾ ਉਹ ਵੀ ਖੁਸ਼ੀ ਔਰ ਖੇੜਾ ਹੀ ਹੈ। ਹੁਲਾਸ ਵੀ ਖੁਸ਼ੀ ਖੇੜਾ, ਵਿਗਾਸ ਵੀ ਖੁਸ਼ੀ ਖੇੜਾ। ਰਕਤਾਲੀ ਰਾਮਾ ਧੌਲਾਲੀ। ਦੇਖੋ ਉਹ ਤਾਂ ਆ ਗਈ ਸੀ ਉਹਦੇ ਰੂਪ ਚ, ਨਹੀਂ ਨਹੀਂ ਉਹ ਰੂਪ ਆਈ ਆ ਛੇ ਵਾਲੇ ਰੁਦਰਾ ਆਰਾਮ ਵਾਲੇ ਰੂਪ ਚ। ਹੁਣ ਰਕਤਾਲੀ ਰਾਮਾ ਧੌਲਾਲੀ। ਰਾਮ ਦੇ ਵਿੱਚ ਹੈ ਜੇ ਰਾਮ ਹੈ ਨਾ, ਇਹ ਵਿਸ਼ਨੂੰ ਰੂਪ ਦਾ ਅਵਤਾਰ ਹੈ। ਪਹਿਲਾਂ ਨਹੀਂ, ਦੂਆ ਵਿਸ਼ਨੂੰ ਦਾ ਅਵਤਾਰ ਹੈ, ਉਹ ਪਹਿਲਾਂ ਸ਼ਿਵ ਦਾ ਅਵਤਾਰ ਹੈ। ਉਹ ਰੱਖਦਾ ਜਟਾਂ, ਇਹ ਜਟਾਂ ਨਹੀਂ ਰੱਖਦਾ, ਤਾਜ ਰੱਖਦਾ ਸਿਰ ਤੇ। ਰਾਜਾ ਵਿਸ਼ਨੂੰ ਤਾਜ ਰੱਖਦਾ ਨਹੀਂ ਸਿਰ ਤੇ, ਉਹ ਜਟਾਂ ਰੱਖਦਾ ਰਾਜਾ। ਰੁਦਰ ਅਵਤਾਰ ਹੈ ਜਿਹੜਾ, ਉਹ ਜਟ ਧਾਰੀ ਨੇ ਨਾ ਉਹ। ਇਹ ਰਾਮ ਦੇ ਜੇ ਰੂਪ ਚ। ਰਕਤਾਲੀ ਰਾਮਾ ਧੌਲਾਲੀ। ਫਿਰ ਕੀ ਹੈ? ਲਾਲੀ ਮੇਰੇ ਲਾਲ ਕੀ। ਦਸਮ ਪਾਤਸ਼ਾਹ ਆਪ ਵੀ ਤਾਂ ਉਹੀ ਅਵਤਾਰ ਨੇ। ਇਹ ਜਿਹੜਾ ਖਾਲਸਾ ਹੈ ਵਿਸ਼ਨੂੰ ਦਾ ਅਵਤਾਰ ਹੈ। ਉਹ ਰਾਜ ਅਵਨਾਸ਼ੀ ਰਾਜ ਆ ਨਾ। ਫਿਰ ਇਹ ਜਿਹੜੇ ਜਟਾਂ ਨਹੀਂ ਰੱਖਦੇ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਨੇ। ਘਰ ਨਹੀਂ ਛੱਡ ਕੇ ਜਾਂਦੇ, ਉਹ ਘਰ ਛੱਡ ਕੇ ਜਾਂਦੇ ਨੇ, ਫਿਰ ਬਾਅਦ 'ਚ ਤਿਆਗੀ ਹੋ ਜਾਂਦੇ ਨੇ। ਹੁਣ ਜਾਂਦਾ ਨਹੀਂ ਸ਼ਿਵ ਜੀ ਫਿਰਦਾ ਨਹੀਂ ਬਾਹਰ, ਕੱਪੜੇ ਨਹੀਂ ਪਾਉਣੇ, ਨਹੀਂ ਪਾਉਣਾ, ਇਹ ਵਿਸ਼ਨੂੰ ਦਾ ਅਵਤਾਰ ਮੰਨੇ ਜਾਂਦੇ ਨੇ। ਹਾਂ ਰਾਜੇ ਉਹ ਦਸ ਪਾਸ਼ਾ ਸਿਰ ਤੇ ਕਲਗੀ ਵੀ ਲਾਉਂਦੇ ਨੇ, ਘੋੜੇ ਤੇ ਵੀ ਚੜ੍ਹਦੇ ਨੇ। ਉਹ ਕਮਾਨ ਵਿਸ਼ਨੂੰ ਵਾਲੀ ਨਹੀਂ ਪਾਉਂਦੇ, ਉਹ ਤਲਵਾਰ ਵੀ ਪਾਉਂਦੇ ਨੇ, ਚੱਕਰ ਵੀ ਰੱਖਦੇ ਨੇ। ਉਹ ਸ਼ਿਵ ਜੀ ਤਾਂ ਤਰਸੂਲ ਹੈ ਰੱਖਦਾ, ਇਕੱਲਾ ਚੱਕਰ ਚੁੱਕਰ ਨਹੀਂ ਰੱਖਦਾ ਹੈ। ਉਹ ਚੰਡੀ ਦੀ ਗੱਲ ਦੋਹਾਂ 'ਚ ਹੈ, ਚੰਡੀ ਦੋਹਾਂ ਨਾਲ ਹੈ। ਇੱਕ ਇਹਨੇ ਦੋਏ ਘੜਨੇ ਨੇ ਨਾ, ਉਹ ਵੀ ਘੜਨੇ ਨੇ, ਉਹ ਵੀ ਘੜਨੇ ਨੇ। ਰਕਤਾਲੀ ਰਾਮਾ ਧੌਲਾਲੀ। ਜਿਹੜਾ ਗੁਰਮਤ ਹੈ ਨਾ, ਜਿਹੜਾ ਗੁਰਮੁਖ ਹੈ, ਇਹ ਗੁਰਮਤ ਵਿਚਾਲੇ ਹੈ। ਇੱਕ ਪਾਸੇ ਜੋਗਮਤ ਹੈ, ਇੱਕ ਪਾਸੇ ਵੈਸ਼ਨੂੰ ਮਤ ਹੈ ਸਾਡੇ। ਇਹ ਦੋਹਾਂ ਨੂੰ ਘੜਦੇ ਨੇ। ਚਾਹੇ ਇੱਧਰ ਹੈ, ਇੱਧਰ ਵਿਸ਼ਨੂੰ ਦਾ ਅਵਤਾਰ ਹੈ, ਚਾਹੇ ਉਹ ਜੋਗੀ ਨੇ, ਇਹ ਦੋਹਾਂ ਦੀ ਉਹ ਕਢਾਈ ਕਰਦੇ ਨੇ। ਕਢਾਈ ਉਹ ਕਰਦੀ ਹੈ ਦੋਹਾਂ ਦੀ। ਹੁਣ ਇਹਦੀ ਵੀ ਕਢਾਈ ਕਰਨੀ ਹੈ ਨਾ ਵਿਸ਼ਨੂੰ ਹੈ। ਵਿਸ਼ਨੂੰ ਉਹ ਰਾਮ ਦੇ ਜਿਹੜੇ ਰਾਮ ਵਾਲੇ ਨੇ। ਅਸੀਂ ਚੱਲੇ ਹਾਂ ਲੈ ਕੇ ਸਭਾ ਘਟ ਰਾਮ ਬੋਲਾ, ਚੱਲੇ ਹਾਂ ਨਾ ਭਗਤ ਕਬੀਰ ਲੈ ਕੇ। ਅਸੀਂ ਰਾਮ ਵਾਲਿਆਂ ਦੇ ਵਿੱਚ ਆਉਂਦੇ ਹਾਂ। ਸ਼ਿਵ ਵਾਲੀ ਗੱਲ ਘੱਟ ਕਰਦੇ ਨੇ। ਸ਼ਿਵ ਸ਼ਿਵ ਕਰਦੇ ਜੋ ਨਾਲ ਧਾਰਾਂ ਬੜ੍ਹਦੀ ਚਲੇ ਨਮਕਾਵੇ। ਅਸੀਂ ਇੱਧਰੋਂ ਦੀ ਗੱਲ ਕੀਤੀ ਹੈ ਜ਼ਿਆਦਾ। ਵਿਸ਼ਨੂੰ ਭਗਤੀ ਵੈਸ਼ਨਵ ਆਏ ਨੇ ਸਾਡੇ 'ਚ, ਜਿਹੜੇ ਭਗਤ ਨੇ ਸਾਰੇ ਵੈਸ਼ਨਵ ਮਤ 'ਚੋਂ ਆਏ ਹੋਏ ਨੇ। ਜਟਾਧਾਰੀ ਕੋਈ ਵੀ ਨਹੀਂ ਹੈ। ਜਟਾਧਾਰੀ ਤਾਂ ਲੈ ਗਏ ਸਾਡਾ ਇੱਕ ਪੱਟ ਕੇ ਸਭਾ ਸ੍ਰੀ ਚੰਦ।
ਇੱਧਰ ਨਹੀਂ ਕੋਈ ਜਟਾਧਾਰੀ ਆਇਆ, ਸਿੱਧ ਨਹੀਂ ਕੋਈ ਆਇਆ ਸਾਡੇ 'ਚ ਇੱਕ ਵੀ। ਗੁਰੂ ਅਮਰਦਾਸ ਜੀ ਆਏ, ਸਿੱਧ ਕਿੱਥੇ ਸੀ? ਉਹ ਮਰ ਸਿੱਧ ਨਹੀਂ ਸੀ, ਵੈਸ਼ਨਵ ਮਤ ਜੀ। ਵੈਸ਼ਨੂ ਮਤ 'ਚ ਉਹਦਾ ਆਏ ਨੇ ਸਾਰੇ ਭਗਤ, ਪਿੱਛੇ ਵੈਸ਼ਨੂ ਮਤ 'ਚ ਹੋਇਆ ਹੈ। ਉਹ ਵੀ ਵੈਸ਼ਨੂ ਮਤ ਹੀ ਹੈ, ਕਬੀਰ ਵੀ ਵੈਸ਼ਨੂ ਮਤ 'ਚ ਸੀ, ਉਹ ਵੀ ਗੁਰੂ ਅੰਗਦ ਦੇਵ ਵੀ ਵੈਸ਼ਨੂ ਮਤ ਹੀ ਹੈ, ਉਹ ਤੇ ਵੀ ਵੈਸ਼ਨੂ ਮਤ 'ਚ ਆਉਂਦੇ ਨੇ ਸਾਰੇ। ਗੁਰੂ ਅੰਗਦ ਦੇਵ ਨੇ ਕਿਹਾ ਸੀ ਗੁਰੂ ਮਤਲਬ ਹੈ, ਤਾਂ ਅਮਰਦਾਸ ਨੇ ਦੇ ਮਨ 'ਚ ਸੀ ਨਾ ਵੀ ਮਾਸ ਨਹੀਂ ਖਾਣਾ, ਉਹ ਲੰਗਰ 'ਚ ਬਣ